ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਸਵਾਸਾਂ ਦੀ ਪੂੰਜੀ ਬਖਸ਼ ਕੇ ਆਪਾਂ ਨੂੰ ਨਾਮ ਦਾ ਲਾਹਾ ਦਿੰਦੇ ਆ। ਗੁਰਮੁਖਾਂ ਦੀ ਬੇਨਤੀ ਸੀ ਕਿ ਜਪਜੀ ਸਾਹਿਬ ਦੀ ਕਥਾ ਜਿਹੜੀ ਹੈ ਉਹ ਸ਼ੁਰੂ ਕਰੋ, ਕਿਉਂਕਿ ਨਿਤਨੇਮ ਦੀ ਪਹਿਲੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੀ ਬਾਣੀ ਹੈ। ਔਰ ਜੇ ਆਪਾਂ ਕਹੀਏ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦਾ 1430 ਅੰਗਾਂ ਦਾ ਟੀਕਾ ਜਪਜੀ ਸਾਹਿਬ ਦੀ ਬਾਣੀ ਹੈ। ਜਪਜੀ ਸਾਹਿਬ ਨੂੰ ਜਿਹੜਾ ਜੀਵ ਸਮਝ ਜਾਂਦਾ ਹੈ ਉਹ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਭਾਵ ਅਰਥ ਸਮਝ ਜਾਂਦਾ ਹੈ। ਇਹ ਕੁੰਜੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ। ਉਸ ਤੋਂ ਬਾਅਦ ਜਪਜੀ ਸਾਹਿਬ ਦਾ ਹੀ ਵਿਸਥਾਰ ਹੈ ਸਾਰਾ। ਮਤਲਬ ਕਹਿ ਦਈਏ ਕਿ ਸ਼ਾਰਟ ਫਾਰਮ ਦੇ ਵਿੱਚ ਕਿਹਾ ਗਿਆ। ਹੁਣ ਜੇਕਰ ਆਪਾਂ ਜ਼ਿਆਦਾ ਖੋਲਾਂਗੇ ਤੇ ਇੱਕ ਓਂਕਾਰ ਦੀ ਕਥਾ ਤੇ ਹੀ ਹਫ਼ਤਾ ਲੱਗ ਜਾਣਾ। ਜ਼ਿਆਦਾ ਕਰੀਏ ਤਾਂ ਇੱਕ ਓਂਕਾਰ ਦਾ ਵਿਸਥਾਰ ਹੀ ਬਹੁਤ ਜ਼ਿਆਦਾ। ਪਰ ਠੀਕ ਹੈ, ਆਪਾਂ ਕੋਸ਼ਿਸ਼ ਇਹ ਕਰਾਂਗੇ ਵੀ ਜ਼ਿਆਦਾ ਵੀ ਡੂੰਘਾਈ ਵਿੱਚ ਨਾ ਜਾਈਏ। 5 ਪੌੜੀਆਂ ਦੀ ਰੋਜ਼ ਦੀ ਕਥਾ ਕੋਸ਼ਿਸ਼ ਕਰਾਂਗੇ ਵੀ 5 ਪੌੜੀਆਂ 4 ਜਾਂ 6 ਵੀ ਰੋਜ਼ ਹੋ ਜਾਏ। ਤੇ 2 ਹਫ਼ਤਿਆਂ ਦੇ ਵਿੱਚ ਮਤਲਬ 4 ਦਿਨ ਹੋਣ, 8-10 ਦਿਨਾਂ ਦੇ ਵਿੱਚ ਮਤਲਬ ਇਹ ਕਥਾ ਆਪਾਂ 2 ਹਫ਼ਤਿਆਂ ਦੇ ਵਿੱਚ ਸੰਪੂਰਨ, ਜੇਕਰ ਮਾਲਕ ਨੇ ਸਵਾਸ ਸਮਰੱਥਾ ਬਖਸ਼ੇ ਤੇ ਪੂਰਨ ਹੋ ਜਾਏਗਾ। ਖੋਜ ਜਿੰਨੀ ਵੀ ਕੀਤੀ ਜਾਵੇ ਓਨੀ ਡੂੰਘਾਈ ਦੇ ਵਿੱਚ ਜਾਂਦੀ ਹੈ। ਜਦੋਂ ਆਪਾਂ ਇਹ ਮਾਰਗ ਸ਼ੁਰੂ ਕਰਦੇ ਹਾਂ, ਇੱਕ ਦਿਨ ਆਪਾਂ ਇਹ ਵਿਸ਼ਾ ਕਰਨਾ ਹੈ। ਵੈਸੇ ਇਹਦੇ ਵਿੱਚ ਆਊਗਾ ਵੀ ਜਪਜੀ ਸਾਹਿਬ ਤੇ ਅੰਜਨ ਮਾਏ ਨਿਰੰਜਨ ਰਹੀਏ, ਜੋਗ ਜੁਗ ਤੇ ਪਾਈਏ। ਅੰਜਨ ਮਾਏ ਨਿਰੰਜਨ ਦਾ ਆਮ ਤੌਰ ਤੇ ਆਪਾਂ ਉਹਦੇ ਤੇ ਥੋੜ੍ਹਾ ਜਿਹਾ ਸਮਾਂ ਲਵਾਂਗੇ। ਅੰਜਨ ਮਾਏ ਨਿਰੰਜਨ ਦੀ ਜਿਹੜੀ ਕਥਾ ਹੈ ਉਹ ਬਹੁਤ ਜ਼ਿਆਦਾ ਡੂੰਘੀ ਹੈ। ਅੰਜਨ ਮਾਏ ਨਿਰੰਜਨ ਕਿਵੇਂ ਰਿਹਾ ਜਾਂਦਾ। ਚਲੋ ਠੀਕ ਹੈ, ਬਹੁਤ ਸੋਹਣਾ। ਅਕਾਲ ਪੁਰਖ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਸੰਗਤ ਵਿੱਚ ਆਪ ਹੀ ਅਕਾਲ ਪੁਰਖ ਬੋਲਦਾ ਹੈ। ਆਪ ਜੀ ਨੇ ਹੁਣ ਅਸੀਸ ਦਿੱਤੀ ਹੈ ਤੇ ਇਹ ਕਥਾ ਵੀ ਹੁਣ ਆਪ ਜੀ ਦੀ ਸ਼ਕਤੀ ਦੇ ਨਾਲ ਹੀ ਚੱਲਣੀ ਹੈ, ਕਿਉਂਕਿ ਆਪ ਜੀ ਦਾ ਪਿਆਰ ਹੈ ਤੇ ਸੰਗਤ ਦਾ ਬਚਨ ਹੋ ਗਿਆ ਤੇ ਸੰਗਤ ਤੇ ਗੁਰੂ ਦਾ ਇੱਕ ਦਰਜਾ। ਜੋ ਜੀਵ ਵੱਡੇ ਤੋਂ ਵੱਡੀ ਭੁੱਲਣਾ ਦੇ ਵਿੱਚ ਪੈ ਗਿਆ ਹੋਵੇ, ਵੱਡੀ ਤੋਂ ਵੱਡੀ ਫਿਟਕ ਦੇ ਵਿੱਚ ਪੈ ਗਿਆ ਹੋਵੇ, ਤੇ ਜੇਕਰ ਸੰਗਤ ਦਾ ਜੋ ਅਕਾਲ ਪੁਰਖ ਦਾ ਰੂਪ ਹੈ ਉਹਨੂੰ ਆਸ਼ੀਰਵਾਦ ਦੇ ਦੇਵੇ, ਸੰਗਤ ਦੇ ਬਚਨ ਹੋ ਜਾਣ, ਸੰਗਤ ਵਿੱਚ ਭੁੱਲਣਾ ਬਖਸ਼ਾ ਲਵੇ ਤੇ ਵੱਡੀਆਂ ਤੋਂ ਵੱਡੀਆਂ ਫਿਟਕਾਂ ਜਿਹੜੀਆਂ ਨੇ ਉਹ ਕੱਟੀਆਂ ਜਾਂਦੀਆਂ ਨੇ। ਸੰਗਤ ਦਾ ਦਰਜਾ ਗੁਰੂ ਬਰਾਬਰ ਹੈ। ਜਾਂ ਤਾਂ ਸੰਗਤ ਬਖਸ਼ ਸਕਦੀ ਹੈ ਤੇ ਜਾਂ ਫਿਰ ਸ਼ਬਦ ਗੁਰੂ ਬਖਸ਼ ਸਕਦਾ, ਹੋਰ ਕੋਈ ਨਹੀਂ ਬਖਸ਼ ਸਕਦਾ। ਸੰਗਤ ਦੀ ਅਸੀਸ ਗੁਰੂ ਦੀ ਅਸੀਸ ਦੇ ਬਰਾਬਰ ਹੈ। ਹੁਣ ਸੰਗਤ ਦਾ ਪਿਆਰ ਹੈ ਤੇ ਗੁਰੂ ਦਾ ਹੁਕਮ ਹੈ। ਚਲੋ ਆਪਾਂ ਜਿਵੇਂ ਮਾਲਕ ਨੇ ਕਿਰਪਾ ਕਰਨੀ ਹੈ ਆਪਾਂ ਵਿਚਾਰ ਕਰੀਏ। ਮਹਾਰਾਜ ਕਹਿੰਦੇ ਇੱਕ ਓੰਕਾਰ। ਹੁਣ ਇੱਕ ਦੀ ਗੱਲ ਇੱਥੇ ਸਭ ਤੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ। ਗੁਰਬਾਣੀ ਦਾ ਜਿਹੜਾ ਵਿਸ਼ਾ ਹੈ ਉਹ ਇੱਕ ਤੋਂ ਸ਼ੁਰੂ ਹੋਇਆ। ਜੇ ਆਪਾਂ ਕਹਿ ਦਈਏ ਕਿਸੇ ਵੀ ਭਾਸ਼ਾ, ਜਿਵੇਂ ਇੱਕ ਭਾਸ਼ਾ ਹੁੰਦੀ ਹੈ ਪੰਜਾਬੀ, ਦੇਵਨਾਗਰੀ, ਹਿੰਦੀ, ਉਰਦੂ, ਪਰ ਜੋ ਗੁਰਬਾਣੀ ਸ਼ੁਰੂ ਹੁੰਦੀ ਹੈ ਉਹ ਨੂਮੈਰੀਕਲ ਗਣਿਤ ਤੋਂ ਸ਼ੁਰੂ ਹੋ ਰਹੀ ਹੈ, ਮੈਥੇਮੈਟਿਕਸ ਤੋਂ। ਔਰ ਐਂਡ ਵੀ ਗੁਰਬਾਣੀ ਦਾ ਮੈਥੇਮੈਟਿਕਸ 'ਤੇ ਹੈ, ਨੂਮੈਰੀਕਲ ਹੈ। ਨੂਮੈਰੀਕਲ ਸਮਝ ਗਏ ਵੀ 1 2 3 4 5 ਇੱਕ ਤੋਂ ਸ਼ੁਰੂ ਹੁੰਦੀ ਪਈ ਹੈ ਤੇ ਅਖੀਰੀ ਵੀ ਜਾ ਕੇ ਜਦੋਂ ਗੁਰਬਾਣੀ ਦੀ ਪੰਕਤੀ ਹੈ ਤੇ 18 10 20 ਉੱਥੇ ਵੀ ਜੋੜ ਹੀ ਦਿੱਤਾ ਹੋਇਆ, ਕਿਉਂਕਿ ਇਹਦੇ ਵਿੱਚ ਵੀ ਬਹੁਤ ਵੱਡਾ ਭਾਵ ਅਰਥ ਹੈ ਕਿ ਗੁਰਬਾਣੀ ਜੋ ਅਕਾਲ ਪੁਰਖ ਹੈ ਉਹ ਭਾਵ ਤੋਂ, ਇਮੋਸ਼ਨਸ ਤੋਂ, ਜੋ ਕਲਪਨਾ ਤੋਂ ਪਰੇ ਹੈ। ਉਹ ਇੱਕ ਹੈ। ਇੱਕ ਦਾ ਮਤਲਬ ਕੀ ਹੈ? ਹੁਣ ਇੱਕ ਦੇ ਵਿੱਚ ਇਹ ਨਹੀਂ ਕਹਿ ਗਿਆ ਵੀ ਅਕਾਲ ਪੁਰਖ ਇੱਕ ਹੈ। ਇਹਦਾ ਭਾਵ ਆ ਗਿਆ ਵੀ ਕੀੜੀ ਤੋਂ ਲੈ ਕੇ ਗਲੈਕਸੀ, ਆਕਾਸ਼ ਗੰਗਾ ਤੱਕ ਆਪਾਂ ਸਾਰੇ ਅਕਾਲ ਪੁਰਖ ਹੀ ਹਾਂ। ਇੱਕ ਹੈ ਉਹ। ਆਪ ਇੱਕ ਹੈ ਤੇ ਆਪਾਂ ਕੌਣ ਆ? ਫਿਰ ਆਪਾਂ ਵੀ ਅਕਾਲ ਪੁਰਖ। ਹਾਂਜੀ, ਜੇ ਉਹ ਇੱਕ ਹੈ ਤੇ ਆਪਾਂ ਦੋ ਤਾਂ ਨਹੀਂ ਹੋ ਸਕਦੇ ਨਾ। ਇੱਕ ਆਪਾਂ ਸਾਰੇ ਹੀ ਮਾਲਕ ਦਾ ਰੂਪ ਆ, ਪਰ ਇੱਕ ਜਗ੍ਹਾ ਉਹ ਭੁੱਲਿਆ ਹੋਇਆ, ਜਾਂ ਲਾ ਲਓ ਉਹਨੇ ਆਪਦੇ ਆਪ ਨੂੰ ਭੁਲਾਇਆ ਹੋਇਆ, ਜਾਂ ਕਹਿ ਦਈਏ ਵੀ ਸਾਨੂੰ ਭੁਲਾਇਆ, ਉਹ ਆ ਸਰਗੁਣ ਹੈ।
ਇੱਕ ਨਿਰਗੁਣ ਹੈ, ਜਿੱਥੋਂ ਇਹ ਸਾਰੀ ਸਾਜਣਾ ਜਿਹੜੀ ਕੀਤੀ ਹੈ ਉਹਨੂੰ ਖਜ਼ਾਨਾ ਦੇ ਕੇ ਚਲਾ ਰਿਹਾ, ਜਿਹਨੂੰ ਸਤਿਗੁਰ ਵੀ ਕਹਿ ਦਿੱਤਾ ਹੈ। ਇੱਕ ਨਿਰੰਕਾਰ ਦੀ ਵਿਸ਼ੇਸ਼ਤਾ ਹੈ, ਜੋ ਸਰਗੁਣ ਤੇ ਨਿਰਗੁਣ ਦੀ ਖੇਡ ਜਿਹਨੇ ਪ੍ਰਗਟ ਕੀਤੀ ਹੈ, ਉਹ ਖੁਦ ਨਿਰੰਕਾਰ ਹੈ। ਹੁਣ ਸਰਗੁਣ ਦੇ ਵਿੱਚ ਆ ਕੇ ਆਪਾਂ ਫਸ ਜਾਂਦੇ ਹਾਂ, ਕਿਉਂਕਿ ਜਦੋਂ ਸਰਗੁਣ ਦੇ ਵਿੱਚ ਖੇਡ ਖੇਡੀ ਜਾਂਦੀ ਹੈ ਨਾ, ਸਰਗੁਣ ਕਹਿ ਦਿੱਤਾ ਆਕਾਰ ਦੇ ਵਿੱਚ, ਉਦੋਂ ਇਹ ਖੇਡ ਜਿਹੜੀ ਹੈ ਫਿਰ ਇਹ ਦੋ ਰਸਤਿਆਂ ਤੇ ਚੱਲ ਪੈਂਦੀ ਹੈ। ਇੱਥੇ ਰਸਤਾ ਇੱਕ ਨਹੀਂ ਹੈਗਾ, ਰਸਤੇ ਇੱਥੇ ਦੋ ਨੇ। ਇੱਕ ਤ੍ਰੈਗੁਣ ਦਾ ਰਸਤਾ ਹੈ, ਜੋ ਬਿਲਕੁਲ ਅਕਾਲ ਪੁਰਖ ਦੀ ਕਾਪੀ ਹੈ, ਜੋ ਮਾਲਕ ਦੀ ਖੇਡ ਹੈ ਉਹਦੀ ਬਿਲਕੁਲ ਕਾਪੀ ਹੈ ਤ੍ਰੈਗੁਣ। ਮਨਮੁਖ ਵੀ ਜਿਹੜਾ ਹੈ ਉਹ ਆਪ ਦੇ ਮੁਤਾਬਕ ਸੱਚਾ ਹੁੰਦਾ ਹੈ, ਕਿਉਂਕਿ ਜੋ ਗਿਆਨ ਗੁਰਮੁਖ ਦੇ ਕੋਲ ਹੈ ਉਹੀ ਗਿਆਨ ਹੀ ਮਨਮੁਖ ਕੋਲ ਹੈ, ਪਰ ਉਹਦੇ ਕੋਲ ਧਾਤ ਦਾ ਗਿਆਨ ਹੈ, ਕਾਲ ਦੇ ਦੇਸ਼ ਦਾ ਗਿਆਨ ਹੈ। ਪਰ ਗੁਰਮੁਖ ਸਭ ਤੋਂ ਵੱਡਾ ਸੱਚਾ ਹੈ, ਕਿਉਂਕਿ ਜੋ ਮਨਮੁਖ ਦਾ ਗਿਆਨ ਹੈ ਉਹ ਤਾਂ ਆਕਾਰਾਂ ਦਾ ਗਿਆਨ ਸੀਮਿਤ ਹੈ, ਪਰ ਉਹੀ ਗਿਆਨ ਗੁਰਮੁਖ ਕੋਲ ਹੈ, ਉਹਦੇ ਕੋਲ ਲਿਵਦੇ ਰਸਤੇ ਦਾ ਗਿਆਨ ਹੈ। ਸੋ ਇੱਥੇ ਆ ਗਿਆ ਇੱਕ, ਉਹ ਇੱਕ ਹੈ ਓਂਕਾਰ। ਇੱਕ ਹੀ ਅੱਗੇ ਓਂਕਾਰ, ਉਹਦੀ ਹੀ ਉਤਪੱਤੀ ਹੈ, ਇੱਕ ਤੋਂ ਅਨੇਕ ਹੋਇਆ ਹੋਇਆ। ਓਂਕਾਰ ਹੋ ਗਿਆ ਤ੍ਰੈਗੁਣਾ ਤੋਂ ਰਹਿਤ ਹੋ ਕੇ ਵੀ ਤ੍ਰੈਗੁਣ ਦੀ ਉਤਪੱਤੀ ਉਹਨੇ ਕੀਤੀ ਹੈ। ਤ੍ਰੈਗੁਣ ਇੱਥੇ ਫਿਰ ਓਂਕਾਰ ਜਦੋਂ ਆਪਾਂ ਦੇਖਦੇ ਹਾਂ ਤੇ ਤੀਆ ਪਾ ਕੇ ਉਹਦੇ ਉੱਪਰ ਇੱਕ ਲਾਈਨ ਕੱਢੀ ਹੋਈ ਹੈ, ਜਿਹਨੂੰ ਓਂਕਾਰ ਆਪਾਂ ਕਹਿੰਦੇ ਹਾਂ। ਉਹ ਜਿਹੜੀ ਲਾਈਨ ਹੈ ਇਹ ਨਾਦ ਰੂਪ ਇਹਨੂੰ ਕਹਿ ਦਿੱਤਾ। ਜਿਵੇਂ ਕੋਈ ਵੀ ਡਿਜਿਟ ਹੈ 1 2 3 4 5 6, ਇਹ ਆਪਾਂ ਪਾ ਦਈਏ, ਜਾਂ ਊੜਾ ਐੜਾ ਈੜੀ ਸੱਸਾ ਹਾਹਾ ਪਾ ਦਈਏ, ABCDEFGH ਪਾ ਦਈਏ, ਇਹ ਇੱਕ ਜਗ੍ਹਾ ਤੇ ਜਾ ਕੇ ਖਤਮ ਹੋ ਜਾਂਦੇ ਨੇ। ਜਿਵੇਂ A ਪਾਓ A ਵੀ ਖਤਮ ਹੋ ਜਾਣਾ, ਚਾਹੇ ਜਿੰਨਾ ਮਰਜ਼ੀ ਵੱਡਾ ਪਾ ਦਿਓ। B ਪਾਓ B ਵੀ ਖਤਮ ਹੋ ਜਾਣਾ, 1 ਪਾਓ 1 ਵੀ ਖਤਮ ਹੋ ਜਾਣਾ, ਇਹ ਐੜਾ ਪਾ ਦਿਓ ਐੜਾ ਵੀ ਖਤਮ ਹੋ ਜਾਣਾ। ਪਰ ਜੋ ਇਹ ਇੱਕ ਤੋਂ ਬਾਅਦ ਓਂਕਾਰ ਦੱਸਿਆ ਵੀ ਉਹ ਏਕ ਤੋਂ ਅਨੇਕ ਹੋਇਆ ਹੋਇਆ, ਤੇ ਅਨੇਕਤਾ ਵਿੱਚ ਉਹਦੀ ਗਿਣਤੀ ਕਿੰਨੀ ਹੈ। ਇੱਕ ਤਾਂ ਹੈ ਪਰ ਅਨੇਕਤਾ ਵਿੱਚ ਆਇਆ, ਫਿਰ ਅਨੇਕਤਾ ਵਿੱਚ ਹਾਓ ਮਚ ਕਿੰਨਾ ਆ ਉਹ, ਤੇ ਉਹ ਫਿਰ ਉੱਤੇ ਲਾਈਨ ਪਾ ਕੇ ਦੱਸ ਦਿੱਤਾ ਕਿ ਬੇਅੰਤ ਹੈ। ਅਨੇਕਤਾ ਵਿੱਚ ਵੀ ਉਹ ਬੇਅੰਤ ਹੈ, ਉਹਦੀ ਡਿਜਿਟ ਤੁਸੀਂ ਇੱਕ ਤਾਂ ਹੈ ਪਰ ਅਨੇਕਤਾ 'ਚ ਕਿੰਨਾ ਕੁ ਹੈ ਉਹ ਤੁਸੀਂ ਉਹਦੀ ਗਿਣਤੀ ਨਹੀਂ ਕਰ ਸਕਦੇ, ਉਹ ਓਂਕਾਰ ਕਹਤਾ। ਫਿਰ ਤ੍ਰੈਗੁਣਾ ਤੋਂ ਉੱਪਰ ਹੈ, ਪਰ ਤ੍ਰੈਗੁਣ ਦਾ ਪਸਾਰ ਕਿੰਨਾ ਕੁ ਹੈ, ਕਿੰਨਾ ਕੁ ਹੈ, ਇਹਦਾ ਜੋ ਰੂਪ ਰੇਖਾ ਹੈ, ਇਹਦਾ ਰੇਡੀਅਸ ਕਿੰਨਾ ਹੈ, ਇਹਦਾ ਇਨਰ ਲੈਂਥ ਕਿੰਨੀ, ਆਊਟਰ ਲੈਂਥ ਕਿੰਨੀ, ਕੋਈ ਪਤਾ ਨਹੀਂ, ਬੇਅੰਤ ਹੈ। ਉਹ ਫਿਰ ਉੱਤੇ ਲੈਣ ਕੱਢ ਕੇ ਦਿਖਾਤਾ ਵੀ ਇੱਕ ਤਾਂ ਉਹ ਨਾਦ ਰੂਪ ਹੈ, ਇੱਕ ਜਿਹੜੀ ਲੈਣ ਹੁੰਦੀ ਆ ਨਾ, ਜਿਵੇਂ ਹੁਣ ਤੁਸੀਂ ਮੇਰੇ ਘਰ ਤੋਂ ਇੱਥੋਂ ਲੀਕ ਖਿੱਚਣੀ ਸ਼ੁਰੂ ਕਰ ਦਿਓ ਧਰਤੀ ਤੇ, ਚਾਹੇ ਇੱਥੋਂ ਖਿੱਚਦੇ ਖਿੱਚਦੇ ਪਟਿਆਲੇ ਚੱਲ ਜਿਓ, ਅੰਮ੍ਰਿਤਸਰ ਚੱਲ ਜਿਓ, ਤੁਸੀਂ ਲੀਕ ਖਿੱਚਣੀ ਨਾ ਛੱਡੋ। ਜਿਹੜੀ ਲੀਕ ਹੈ ਉਹ ਖਤਮ ਨਹੀਂ ਹੁੰਦੀ, ਲੀਕ ਜਿਹੜੀ ਹੁੰਦੀ ਹੈ ਅਨਾਹਦ ਹੁੰਦੀ ਹੈ ਬਿਲਕੁਲ, ਉਹ ਤਾਂ ਖਿੱਚੀ ਜਾਓ, ਲੀਕ ਹੈ ਖਿੱਚੀ ਜਾਓ। ਸੋ ਇਸ ਕਰਕੇ ਉੱਤੇ ਨਾਦ ਦੇ ਦਿੱਤਾ। ਫਿਰ ਕਹਿੰਦੇ ਨੇ ਸਤਨਾਮ। ਇੱਕ ਤੁਸੀਂ ਗੁਰਬਾਣੀ ਦੇ ਵਿੱਚ ਹੋਰ ਚੀਜ਼ ਨੋਟ ਕਰਨੀ ਹੈ, ਜਿੱਥੇ ਸਤਨਾਮ ਆਉਂਦਾ ਕਿਤੇ ਵੀ ਸਤਨਾਮ ਇਕੱਠਾ ਨਹੀਂ ਆਉਂਦਾ, ਸਤ ਅਲੱਗ ਆਏਗਾ ਨਾਮ ਅਲੱਗ ਆਏਗਾ। ਸਤਨਾਮ ਵਾਹਿਗੁਰੂ ਤਾਂ ਦੂਰ ਦੀ ਗੱਲ, ਸਤਨਾਮ ਵੀ ਜਿੱਥੇ ਆਏਗਾ ਸਤ ਤੇ ਨਾਮ ਦੇ ਵਿੱਚ ਗੈਪ ਆਏਗਾ। ਕਿਤੇ ਵੀ ਗੁਰਬਾਣੀ 'ਚ ਸਤਨਾਮ ਇਕੱਠਾ ਲਿਖਿਆ ਵਿਖਾ ਦਿਓ, ਮੈਂ ਮੰਨ ਜਾਵਾਂ। ਸਤਨਾਮ ਵਾਹਿਗੁਰੂ ਤਾਂ ਬਹੁਤ ਦੂਰ ਦੀ ਗੱਲ ਹੈ, ਸਤਨਾਮ ਵੀ ਨਹੀਂ ਇਕੱਠਾ ਲਿਖਿਆ ਆਉਂਦਾ, ਕਿਤੇ ਵੇਖ ਲਿਆ ਜੇ। ਸੋ ਇਹ ਸਤ ਤੇ ਨਾਮ ਦਾ ਕੀ ਹੈ, ਇਹ ਜਿਹੜਾ ਮੂਲ ਮੰਤਰ ਹੈ ਨਾ, ਇਹ ਵਿਸ਼ੇਸ਼ਤਾ ਹੈ ਅਕਾਲ ਪੁਰਖ ਦੀ, ਉਹਦੀ ਵਡਿਆਈ ਹੈ, ਉਹਦੇ ਗੁਣ ਨੇ। ਸਤਨਾਮ, ਸਤ ਉਹ ਸੱਚਾ ਹੈ, ਧਰਮ ਹੈ। ਉਹ ਧਰਮ ਕੀ ਹੁੰਦਾ ਹੈ, ਹਿੰਦੂ ਮੁਸਲਿਮ ਸਿੱਖ ਈਸਾਈ ਜੈਨੀ ਬੋਧੀ, ਇਹ ਕੋਈ ਧਰਮ ਨਹੀਂ ਹੁੰਦਾ, ਇੱਕ ਸੱਚ ਧਰਮ ਹੈ, ਅਕਾਲ ਪੁਰਖ ਹੀ ਧਰਮ ਹੈ। ਇਸ ਧਰਮ ਦੇ ਤੱਕ ਗੁਰਮੁਖ ਭਗਤ ਸੰਤ ਪਹੁੰਚਦੇ ਨੇ। ਦੁਨੀਆ ਜਿਹੜੀ ਹੈ ਉਹ ਵਿਚਾਰਾਂ ਦੇ ਧਰਮ ਬਣਾ ਕੇ ਵਿਚਾਰਾਂ ਵਿੱਚ ਹੀ ਖਤਮ ਕਰਦੀ ਹੈ। ਅਕਾਲ ਪੁਰਖ ਹੀ ਧਰਮ ਹੈ। ਸਤ ਤੇ ਨਾਮ, ਨਾਮ ਕਹਿ ਦਿੱਤਾ, ਨਾਮ ਉਹਦੀ ਭਗਤੀ ਹੈ। ਜਿਹੜੀ ਸਤ ਦੇ ਮੁਖ ਦੇ ਵਿੱਚੋਂ ਆਵਾਜ਼ ਨਿਕਲਦੀ ਪਈ ਹੈ, ਜਾਂ ਕਹਿ ਦਈਏ ਉਹ ਸ਼ਕਤੀ ਮਹਾਸ਼ਕਤੀ ਦੇ ਵਿੱਚੋਂ ਜਿਹੜੀ ਉਹ ਆਵਾਜ਼ ਪ੍ਰਗਟ ਹੋ ਰਹੀ ਹੈ, ਜਿਹੜੀ ਵਿਰਲੇ ਗੁਰਮੁਖਾਂ ਨੂੰ ਸੁਣਦੀ ਹੈ, ਜਿਹਨੂੰ ਅਨਾਹਦ ਬਾਣੀ ਸਹਿਜ ਧੁਨ ਅਨਹਤ ਨਾਦ ਤੂਰ ਕਹਿ ਦਿੰਦੇ ਆ, ਉਹ ਨਾਮ ਹੈ, ਉਹੀ ਭਗਤੀ ਹੈ। ਫਿਰ ਕਹਿੰਦੇ ਨੇ ਕਰਤਾ। ਕਰਤਾ ਕਹਿ ਦਿੱਤਾ ਕਿ ਤੁਹਾਡੇ ਵੱਸ ਕੁਛ ਵੀ ਨਹੀਂ। ਜਦੋਂ ਕਰਤਾ ਸ਼ਬਦ ਆ ਗਿਆ ਮਤਲਬ ਆਪਣੇ ਵੱਸ ਕੁਛ ਵੀ ਨਹੀਂ ਹੈਗਾ, ਕਰਤਾ ਹੀ ਉਹ ਹੈ। ਪੁਰਖ, ਪੁਰਖ ਕਹਿ ਦਿੱਤਾ, ਜਿਵੇਂ ਸਮਾਜ ਵਿੱਚ ਪੁਰਖ ਨੂੰ ਵਡਿਆਈ ਦਿੱਤੀ ਹੁੰਦੀ ਹੈ। ਇਸਤਰੀ ਆਪਣਾ ਆਮ ਤੌਰ ਤੇ ਤਾਂ ਬਰਾਬਰ ਆ, ਪਰ ਪੁਰਖ ਪ੍ਰਧਾਨ ਦੇਸ਼ ਹੈ ਆਪਣਾ। ਇਸੇ ਤਰੀਕੇ ਪ੍ਰਧਾਨ ਇੱਕ ਉਹ ਆਪ ਹੀ ਹੈ, ਕਰਤਾ ਵੀ ਉਹ ਆਪ ਹੈ, ਪੁਰਖ ਵੀ ਉਹ ਆਪ ਹੈ। ਪੁਰਖ ਦਾ ਮਤਲਬ ਹੁੰਦਾ ਕਿ ਜਦੋਂ ਬੱਚੇ ਦੀ ਆਪਾਂ ਉਤਪੱਤੀ ਕਰਦੇ ਹਾਂ, ਉਹਦੇ ਵਿੱਚ ਪਿਓ ਦੇ ਖੂਨ ਤੋਂ ਬੱਚਾ ਉਤਪਤ ਹੁੰਦਾ ਹੈ, ਤੇ ਕਰਤਾ ਉਹ ਆਪ ਹੈ। ਪੁਰਖ ਜਿੰਨਾ ਵੀ ਚਾਰੇ ਖਾਣੀਆਂ ਚਾਰੇ ਖੰਡ ਦਾ ਪਸਾਰਾ ਹੈ, ਇਹ ਉਸੇ ਮਾਲਕ ਤੋਂ ਹੋਇਆ। ਫਿਰ ਨਿਰਭਉ,
ਉਹ ਕਿਸੇ ਤੋਂ ਡਰਦਾ ਨਹੀਂ। ਹੁਣ ਡਰੇ ਕਿਹਦੇ ਤੋਂ? ਬਣਾਇਆ ਹੀ ਉਹਨੇ ਆਪਦੇ ਆਪ ਨੂੰ ਹੋਇਆ, ਡਰੇ ਕਿਵੇਂ? ਹੁਣ ਤੁਸੀਂ ਚੀਕਣੀ ਮਿੱਟੀ ਲੈ ਆਂਦੀ, ਚੀਕਣੀ ਮਿੱਟੀ ਦੇ ਭਾਂਡੇ ਬਣਾ ਲਏ, ਕੇਤਲੀ ਬਣਾਤੀ, ਇੱਕ ਰੇਹੜੀ ਬਣਾਤੀ, ਇੱਕ ਉਹਦਾ ਬਲਦ ਬਣਾਤਾ, ਇੱਕ ਉਹਦੀ ਮੱਝ ਬਣਾਤੀ, ਇੱਕ ਉਹਦੀਆਂ ਛੋਟੀਆਂ ਛੋਟੀਆਂ ਪਲੇਟਾਂ ਬਣਾਤੀਆਂ, ਤੇ ਉਹਨੂੰ ਖੇਡ ਬਣਾਉਣ ਲੱਗ ਗਏ। ਤੇ ਹੁਣ ਤੁਸੀਂ ਉਹਦੇ ਤੋਂ ਡਰੋਗੇ ਖੇਡ ਤੋਂ? ਉਹ ਤਾਂ ਤੁਹਾਨੂੰ ਪਤਾ ਹੈ ਕਿ ਮੈਂ ਮਿੱਟੀ ਦੇ ਸਾਰੇ ਭਾਂਡੇ ਸਾਜੇ ਨੇ, ਇਹਨਾਂ ਵਿੱਚ ਤਾਂ ਮੈਂ ਬਣਾਉਣ ਵਾਲਾ ਹੀ ਮੈਂ ਆ। ਠੀਕ ਹੈ, ਸੋ ਡਰੇ ਕਿਹਦੇ ਤੋਂ ਜਦੋਂ ਹੈ ਹੀ ਉਹ ਆਪ ਨਿਰਭਉ ਹੈ, ਨਿਰਵੈਰ। ਸੋ ਉਹ ਵੈਰ ਨਹੀਂ ਕਰਦਾ ਕਿਸੇ ਨਾਲ ਵੀ, ਕਿਉਂਕਿ ਉਹ ਆਪ ਦੀ ਖੇਡ ਬਣਾ ਕੇ ਕਿਹਦੇ ਨਾਲ ਵੈਰ ਕਰੇ? ਉਹਨੂੰ ਪਤਾ ਮੈਂ ਹੀ ਹਾਂ, ਮੈਂ ਹੀ ਮੈਂ ਹਾਂ। ਵੈਰ ਤਾਂ ਕਰੇ ਕੋਈ ਦੂਜਾ ਹੋਵੇ। ਇੱਕ ਤਾਂ ਉਹ ਖੇਡ ਆਪ ਬਣਾਵੇ ਤੇ ਇੱਕ ਦੂਜੇ ਨਾਲ ਪਕਸ਼ਪਾਤ ਕਰੇ, ਇਹ ਤਾਂ ਚੀਜ਼ ਰਲਦੀ ਨਹੀਂ ਨਾ। ਸੋ ਪਕਸ਼ਪਾਤ ਦੇ ਤੌਰ ਤੇ ਤਾਂ ਇੱਕ ਮਨ ਦੇ ਵਿੱਚ ਹੀ ਪਕਸ਼ਪਾਤ ਆਉਂਦਾ ਹੈ। ਵੈਰ ਜਾਂ ਡਰ ਜਿਹੜਾ ਹੈ ਉਹ ਮਨ ਦੇ ਵਿੱਚ ਓਨੀ ਦੇਰ ਤੱਕ ਹੁੰਦਾ ਜਿੰਨੀ ਦੇਰ ਤੱਕ ਅਕਾਲ ਪੁਰਖ ਦੀ ਪਹਿਚਾਣ ਨਹੀਂ ਹੋਈ। ਜੇ ਅਕਾਲ ਪੁਰਖ ਦੀ ਪਹਿਚਾਣ ਹੋ ਕੇ ਵੀ ਸਾਡੇ ਮਨ ਦੇ ਵਿੱਚ ਵੈਰ ਜਾਂ ਡਰ ਹੈਗਾ, ਮਤਲਬ ਤੁਸੀਂ ਅਕਾਲ ਪੁਰਖ ਤੱਕ ਪਹੁੰਚੇ ਹੀ ਨਹੀਂਗੇ। ਜਦੋਂ ਅਕਾਲ ਪੁਰਖ ਦੀ ਪਹਿਚਾਣ ਹੋ ਗਈ ਤੇ ਉਹਦੇ ਤੇ ਸਾਡੇ 'ਚ ਕੋਈ ਫਰਕ ਹੀ ਨਹੀਂ, ਫਿਰ ਤਾਂ ਕੋਈ ਡਰ ਹੋਣਾ ਹੀ ਨਹੀਂ ਚਾਹੀਦਾ। ਕਿਸੇ ਵੀ ਪ੍ਰਕਾਰ ਦਾ ਕੋਈ ਡਰ ਨਹੀਂ ਹੋਣਾ ਚਾਹੀਦਾ, ਨਾ ਕਿਸੇ ਯੂਨਿਟੀ ਦਾ, ਨਾ ਕਿਸੇ ਪੋਲੀਟੀਕਲ ਪਾਰਟੀ ਦਾ, ਨਾ ਕਿਸੇ ਦੇਸ਼ ਦਾ, ਨਾ ਸੰਵਿਧਾਨ ਦਾ, ਨਾ ਮੌਤ ਦਾ, ਨਾ ਭੈ ਦਾ। ਕੋਈ ਵੀ ਡਰ ਨਹੀਂ ਹੋਣਾ ਚਾਹੀਦਾ ਜਦੋਂ ਹੈ ਹੀ ਅਕਾਲ ਪੁਰਖ। ਫਿਰ ਸਾਡੀ ਕਿਹਦੇ ਨਾਲ? ਭਗਤਾਂ ਦੀ ਯਾਰੀ ਕਿਹਦੇ ਨਾਲ ਆ? ਜਿਹਨੇ ਸਾਰਾ ਦੇਸ਼ ਬਣਾਇਆ, ਆ ਪਸਾਰਾ ਸਾਰਾ ਬਣਾਇਆ, ਜਿਹੜਾ ਖੁਦ ਬੈਠਾ ਹੈ ਕਰਤਾ ਪੁਰਖ ਬਣ ਕੇ, ਉਹਦੀ ਭਗਤ ਨਾਲ ਯਾਰੀ ਹੈ। ਤੇ ਜਦੋਂ ਭਗਤ ਨੇ ਉਹਨੂੰ ਪਹਿਚਾਣ ਲਿਆ, ਫਿਰ ਭਗਤ ਨੂੰ ਕਿਹਦੀ ਕਾਣ? ਤੇਰੇ ਦਾਸੜੇ ਕੋ ਕਿਸ ਕੀ ਕਾਣ? ਤੇਰੇ ਦਾਸ ਨੂੰ ਕਿਹਦੀ ਕਾਣ ਹੈ? ਵੇਖੋ, ਰੱਬ ਨਾਲ ਯਾਰੀ ਲਾਈਏ ਤੇ ਫਿਰ ਅਸੀਂ ਈਰਖਾ ਨਿੰਦਿਆ ਦੁਬਦਾ ਦਵੈਤ ਕਰੀਏ, ਮਤਲਬ ਯਾਰੀ ਹੈ ਹੀ ਨਹੀਂ, ਰੱਬ ਬੋਲਿਆ ਹੀ ਨਹੀਂ ਤੁਹਾਡੇ ਨਾਲ, ਪਛਾਣਿਆ ਹੀ ਨਹੀਂ ਤੁਸੀਂ, ਗੱਲਾਂ ਬਾਤਾਂ ਵਾਲਾ ਹੀ ਰੱਬ ਪਛਾਣਿਆ। ਰੱਬ ਨਾਲ ਯਾਰੀ ਹੋਵੇ ਤੇ ਦੇਸ਼ ਕਿਹਦਾ ਹੈ? ਪਸਾਰਾ ਕਿਹਦਾ ਹੈ? ਖੰਡ ਬ੍ਰਹਿਮੰਡ ਗਲੈਕਸੀਜ਼ ਕਿਹਦੀਆਂ ਨੇ? ਮਾਲਕ ਦੀਆਂ ਨੇ। ਤੇ ਫਿਰ ਤਾਂ ਤੇਰੀ, ਜਦੋਂ ਮਾਲਕ ਮੰਨ ਗਿਆ ਤੁਹਾਡੇ ਤੇ, ਫਿਰ ਤਾਂ ਤੂੰ ਇੱਕ ਖਿੰਨ ਕਹਿਣਾ ਤੇ ਉਹਨੇ ਕਰਨਾ। ਮੰਨੇ ਦਾ ਮਤਲਬ ਕੀ ਹੁੰਦਾ? ਉਹ ਤੁਹਾਡੇ ਤੇ ਖੁਸ਼ ਹੋ ਗਿਆ। ਸੋ ਉਹਨੂੰ ਮਨਾਉਣਾ। ਨਿਰਭਉ ਨਿਰਵੈਰ ਅਕਾਲ ਮੂਰਤ। ਅਕਾਲ ਮੂਰਤ ਕਹਿ ਦਿੱਤਾ, ਖੁਦ ਤਾਂ ਉਹ ਅਕਾਲ ਹੈ, ਪਰ ਜਦੋਂ ਉਹ ਪਸਾਰੇ ਦੇ ਵਿੱਚ ਆ ਜਾਂਦਾ ਫਿਰ ਉਹ ਮੂਰਤ ਵੀ ਹੈ। ਅਕਾਲ ਦੇ ਵਿੱਚੋਂ ਮੂਰਤਾਂ ਪ੍ਰਗਟ ਹੁੰਦੀਆਂ ਨੇ। ਜਦੋਂ ਇਹ ਆਪਣੇ ਮਨ ਨੂੰ ਪੰਜਾਂ ਤੱਤਾਂ ਦਾ ਆਕਾਰ ਦਿੱਤਾ ਜਾਂਦਾ ਹੈ ਪ੍ਰਕਾਸ਼ ਦੇ ਵਿੱਚ, ਇਹ ਮਨ ਕਰਮਾ, ਇਹ ਮਨ ਧਰਮਾ, ਇਹ ਮਨ ਪੰਚ ਤੱਤ ਤੇ ਜਨਮਾ, ਉਦੋਂ ਨਿਰੰਕਾਰ ਅਕਾਲ ਮੂਰਤ ਦੀ ਸਟੇਜ ਵਿੱਚ ਆਉਂਦੇ ਨੇ। ਸਮਝ ਆਈ? ਆਉਂਦੀ ਸਮਝ? ਜਦੋਂ ਸਾਡਾ ਮਨ ਜਿਹੜਾ ਹੈ ਪੰਜਾਂ ਤੱਤਾਂ ਦੀ ਜੋਤ ਰਲਾ ਕੇ ਉਹਨੂੰ ਸਤ ਆਕਾਰ ਦਿੱਤਾ ਜਾਂਦਾ ਹੈ ਨਾਮ ਦੇ ਉੱਤੇ, ਉੱਥੇ ਫਿਰ ਨਿਰੰਕਾਰ ਜਿਹੜੇ ਨੇ ਉਹ ਅਕਾਲ ਮੂਰਤ ਹੋ ਗਏ। ਅਕਾਲ ਸੀ, ਉੱਥੇ ਮੂਰਤ ਆ ਗਿਆ। ਮੂਰਤ ਕੋਈ ਦੂਜਾ ਤਾਂ ਹੈ ਹੀ ਨਹੀਂ ਨਾ, ਉਹ ਆਪ ਹੀ ਹੈ ਨਾ। ਅਕਾਲ ਮੂਰਤ ਦੀ ਉੱਥੇ ਬਣਦੀ ਹੈ ਜਦੋਂ ਮਨ ਇੱਕ ਪਹਿਲੋਂ ਇੱਕ ਸਾਫ਼ ਪ੍ਰਕਾਸ਼ ਹੈ, ਫਿਰ ਉਹ ਇੱਕ ਮਨ ਬਣ ਕੇ ਬਾਹਰ ਆਉਂਦਾ ਪਿਆ, ਉੱਥੇ ਉਹ ਅਕਾਲ ਮੂਰਤ ਹੁੰਦਾ ਪਿਆ। ਹਾਂਜੀ, ਫਿਰ ਅਜੂਨੀ, ਜੂਨ ਤੋਂ ਰਹਿਤ ਹੈ। ਬੇਸ਼ੱਕ ਉਹਨੇ ਸਾਰੀਆਂ ਜੂਨਾਂ ਬਣਾ ਵੀ ਦਿੱਤੀਆਂ ਨੇ, ਪਰ ਫਿਰ ਵੀ ਅਜੂਨ ਤੋਂ ਰਹਿਤ ਹੈ। ਠੀਕ ਹੈ ਜੀ, ਕਿਉਂਕਿ ਕੌਣ ਮੁਆਰੇ ਕੌਣ ਹੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਇਹ ਜੂਨਾਂ ਇੱਕ ਚਲੋ ਠੀਕ ਹੈ ਸਾਡੇ ਮਨ ਨੂੰ ਸਮਝਾਉਣ ਦੇ ਲਈ ਕਹਿ ਦਿੱਤਾ ਗਿਆ ਹੈ, ਪਰ ਇੱਥੇ ਤਾਂ ਇੱਕ ਸਵਾਸਾਂ ਦਾ ਖਜ਼ਾਨਾ ਹੈ। ਸਵਾਸ ਦਾ ਖਜ਼ਾਨਾ ਦਿੱਤਾ, ਸੂਖਮ ਨੂੰ ਅਸਥੂਲ ਦੇ ਨਾਲ ਜੋੜਿਆ, ਉਹ ਅਸਥੂਲ ਦੇ ਵਿੱਚ ਉਹਨੇ ਸਵਾਸ ਰਿਹਾ। ਉਸ ਤੋਂ ਮੁੜ ਕੇ ਜਦੋਂ ਸਵਾਸ ਪੂਰੇ ਹੁੰਦੇ ਨੇ, ਅਸਥੂਲ ਤੱਤ ਉੱਥੇ ਸਮਾ ਰਹੇ ਨੇ ਤੇ ਜਿਹੜਾ ਸੂਖਮ ਹੈ ਉਹ ਅਸਥੂਲ ਤੋਂ ਅਲੱਗ ਹੋ ਰਿਹਾ। ਸੋ ਆਹ ਜੂਨ ਹੈ। ਜੂਨ, ਵਟ ਇਜ਼ ਜੂਨ? ਜੂਨ ਦਾ ਕੰਸੈਪਟ ਕੀ ਹੈ? ਜਦੋਂ ਇੱਕ ਸੂਖਮ ਮਨ ਆ ਕੇ ਦ੍ਰਿਸ਼ਟਮਾਨ ਕਿਸੇ ਵੀ ਕੱਪੜੇ ਦੇ ਨਾਲ ਜੁੜਦਾ ਹੈ, 50 ਸਾਲ ਲਈ, 100 ਸਾਲ ਲਈ, 150 ਸਾਲ ਲਈ, ਉਹਨੂੰ ਆਪਾਂ ਜੂਨ ਕਹਿੰਦੇ ਹਾਂ। ਠੀਕ ਹੈ, ਉਹਨੂੰ ਆਪਾਂ ਜੂਨ ਕਹਿ ਦਿੰਦੇ ਹਾਂ। ਸੋ ਉਹ ਗੁਰਬਾਣੀ 'ਚ ਉਹਨੂੰ ਖੇਡ ਕਹਿ ਦਿੱਤਾ ਗਿਆ। ਠੀਕ ਹੈ ਜੀ, ਇਹ ਤਾਂ ਕਹਿੰਦੇ ਖੇਡ ਹੈ। ਜੂਨ ਕੀ ਹੁੰਦੀ ਹੈ? ਖੇਡ ਹੈ। ਕਿਤੇ ਸ਼ੇਰ ਬਣ ਕੇ ਖੇਡ ਰਿਹਾ, ਕਿਤੇ ਚੀਤਾ ਬਣ ਕੇ ਖੇਡ ਰਿਹਾ, ਕਿਤੇ ਹਾਥੀ ਬਣ ਕੇ ਖੇਡ ਰਿਹਾ। ਤੁਸੀਂ ਕੀ ਕਹਿ ਰਹੇ ਹੋ? ਕੌਣ ਮਰ ਰਿਹਾ? ਕੋਈ ਨਹੀਂ ਮਰ ਰਿਹਾ। ਕਹਿੰਦੇ ਇਹ ਤਾਂ ਖੇਡ ਹੈ ਇੱਕ। ਭਗਤਾਂ ਨੇ ਇਸ ਤਰੀਕੇ ਦੇਖਿਆ। ਆਇਆ, 60 ਸਾਲ ਰਿਹਾ, ਗਿਆ। ਕਹਿੰਦੇ ਮਰਿਆ ਕੌਣ, ਜੀਆ ਕੌਣ? ਉਹ ਤਾਂ ਇੱਕ ਖੇਡ ਸੀ। ਤੱਤਾਂ ਨੂੰ ਇਕੱਠਾ ਕੀਤਾ, ਅਸਤੂਲ ਤੱਤ ਇਕੱਠੇ ਕਰ ਲਏ, ਉਧਰੋਂ ਸੂਖਮ ਵਿੱਚ ਪਾਤਾ, ਜੋੜ ਬਣਾਤਾ, ਕਰਮ ਸੌਂਪ ਤੇ ਧਰਮ ਸੌਂਪ ਦਿੱਤਾ। ਅੱਛਾ, ਖੜਾਇਆ, ਸਵਾਸ ਪੂਰੇ, ਜਾਂ ਜਦੋਂ ਖੇਡ ਪੂਰੀ, ਅਸਥੂਲ ਤੱਤਾਂ ਨੂੰ ਅਲੱਗ ਕੀਤਾ, ਸੂਖਮ ਨੂੰ ਅਲੱਗ ਕੀਤਾ। ਜੇ ਸੂਖਮ ਸੱਚਖੰਡ ਗਿਆ ਉੱਧਰ ਚਲਾ ਗਿਆ, ਜੇ ਦੂਸਰੇ ਕੱਪੜੇ ਭੇਜਤਾ ਉੱਥੇ ਚਲੇ। ਕਹਿੰਦੇ ਤਾਂ ਖੇਡ ਹੈ। ਕਹਿੰਦਾ ਕੋਈ ਨਹੀਂ ਮਰ ਜਨਮ ਰਿਹਾ, ਇਹ ਤਾਂ ਖੇਡ ਹੈ। ਇੱਕ ਹੁੰਦੀ ਆਪ ਖੇਡ ਰਿਹਾ। ਉਹ ਸਹਿਪੰਗ, ਖੁਦ ਨੂੰ ਖੁਦ ਚਲਾ ਰਿਹਾ। ਉਹ ਕੋਈ ਦੂਜਾ ਨਹੀਂ ਅਕਾਲ ਪੁਰਖ ਨੂੰ ਚਲਾ ਰਿਹਾ। ਜਿਹਨੂੰ ਕਿਸੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ। ਨਾ ਉਹਨੂੰ ਕਿਸੇ ਨੇ ਥਾਪਿਆ, ਨਾ ਅਕਾਲ ਪੁਰਖ ਦਾ ਕੋਈ ਮਾਤਾ ਹੈ ਨਾ ਪਿਤਾ ਹੈ। ਆਪ ਦੇ ਵਿੱਚ ਉਹ ਆਪ ਪ੍ਰਗਟ ਹੋ ਕੇ ਉਹਨੇ ਮਾਤਾ ਪਿਤਾ ਬਣਾਏ ਨੇ।
ਖੇਡ ਮਾਤਾ ਪਿਤਾ ਦਾ ਕਨਸੈਪਟ ਹੀ ਅਕਾਲ ਪੁਰਖ ਨੇ ਦਿੱਤਾ ਹੈ, ਪਰ ਉਹਦਾ ਖੁਦ ਦਾ ਮਾਤਾ ਪਿਤਾ ਨਹੀਂ ਹੈਗਾ, ਸਹਿਭੰਗ ਹੈ, ਖੁਦ ਨੂੰ ਖੁਦ ਚਲਾ ਰਿਹਾ। ਗੁਰ ਪ੍ਰਸਾਦ ਔਰ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਪਹਿਚਾਨਿਆ ਜਾਂਦਾ ਹੈ। ਦ੍ਰਿਸ਼ਟਮਾਨ ਚ ਗੁਰੂ ਹੋਵੇ, ਫਿਰ ਸੱਚਾ ਗੁਰੂ ਅਨਹਦ ਨਾਦ ਹੋਵੇ, ਤੇ ਫਿਰ ਉਹਨੂੰ ਤੁਸੀਂ ਪਹਿਚਾਨ ਸਕਦੇ ਹੋ, ਗੁਰ ਪ੍ਰਸਾਦ। ਠੀਕ ਹੈ। ਜਾਂ ਇੱਥੇ ਫਿਰ ਅਰਥ ਕੱਢ ਦਿੱਤਾ ਹੈ, ਜਦੋਂ ਫਿਰ ਅੰਮ੍ਰਿਤ ਰਸ ਆ ਗਿਆ ਉਹੀ ਅਕਾਲ ਪੁਰਖ ਹੈ। ਗੁਰੂ ਜਦੋਂ ਪ੍ਰਸ਼ਾਦ ਦਿੰਦਾ ਹੈ ਨਾ, ਉੱਥੋਂ ਅਕਾਲ ਪੁਰਖ ਸ਼ੁਰੂ ਹੁੰਦਾ ਹੈ। ਇਹ ਗੁਰ ਪ੍ਰਸਾਦ ਜਿਹੜੀ ਹੈ ਅੰਮ੍ਰਿਤ ਰਸ ਦੀ ਅਵਸਥਾ ਹੈ। ਜਪ, ਇੱਥੋਂ ਜਪਜੀ ਸਾਹਿਬ ਦੀ ਬਾਣੀ ਸ਼ੁਰੂ ਹੋ ਗਈ ਹੈ। ਉਹਨੂੰ ਜਪੋ ਕਿਉਂਕਿ ਹੈ ਹੀ ਉਹ, ਤੇ ਫਿਰ ਜਪਣਾ ਕਿਹਨੂੰ ਹੈ? ਹਾਂਜੀ, ਦੂਜਾ ਕਾਹੇ ਸਿਮਰਿਏ ਜੰਮੇ ਤੇ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਕਹਿੰਦੇ ਆਦ ਸੱਚ, ਆਦ ਦੇ ਵਿੱਚ ਵੀ ਉਹ ਮਾਲਕ ਆਪ ਸੀਗਾ। ਜੁਗਾਦ ਸੱਚ, ਜਿੰਨੇ ਯੁੱਗ ਹੋਏ ਨੇ ਉਹ ਵੀ ਸੱਚ ਹੀ ਸੀਗਾ, ਉਹਦੀ ਹੀ ਖੇਲ ਸੀ। ਹੈ ਭੀ ਸੱਚ, ਹੁਣ ਵੀ ਤੇ ਰਵੇਗਾ ਵੀ। ਹਾਂਜੀ, ਹੈ ਭੀ ਹੁਣ ਤੱਕ ਵੀ ਸੱਚ ਹੈ, ਨਾਨਕ ਹੋਸੀ ਭੀ ਸੱਚ, ਤੇ ਹੁੰਦਾ ਰਵੇਗਾ, ਉਹ ਆਪ ਹੀ ਆਪ। ਖੇਡ ਖਤਮ ਹੋ ਗਈ, ਫਿਰ ਇੱਥੇ ਤਾਂ ਫੁਰਨਾ ਬੰਦ ਹੋ ਜਾਣਾ ਚਾਹੀਦਾ। ਮੂਲ ਮੰਤਰ ਤੇ ਹੀ ਜਾਂ ਲਾ ਲਓ, ਆਪਾਂ ਇਹਨੂੰ ਮੂਲ ਮੰਤਰ ਕਹਿ ਦਿੰਦੇ ਨੇ, ਜਾਂ ਮੰਗਲਾਚਰਨ ਕਹਿ ਦਿੱਤਾ ਗਿਆ। ਗੁਰੂ ਉਸਤਤ ਅਕਾਲ ਪੁਰਖ ਦੀ ਮਹਿਮਾ ਕੀਤੀ, ਇੱਥੇ ਫੁਰਨਾ ਬੰਦ ਹੋ ਜਾਣ। ਇੰਨੀ ਗੱਲ ਜੇ ਤੁਸੀਂ ਮਨ 'ਚ ਵਸਾ ਲੈਂਦੇ ਹੋ, ਫਿਰ ਫੁਰਨਾ ਤਾਂ ਕੋਈ ਰਹਿ ਹੀ ਨਹੀਂ ਗਿਆ। ਹਉਮੈ ਟੁੱਟ ਗਈ, ਨਿਰਭਉ ਹੋ ਗਏ, ਨਿਰਵੈਰ ਹੋ ਗਏ। ਲੋ ਗਿਆਨ ਦੁਆਰਾ ਜਿਹਨੂੰ ਸੁਣ ਕੇ ਛੱਡ ਦਿੱਤਾ, ਇਹਨੂੰ ਕਿਤਾਬੀ ਗਿਆਨ ਤਰ੍ਹਾਂ ਯਾਦ ਕਰ ਲਿਆ, ਲੈ ਮੈਨੂੰ ਪਹਿਲੀ ਪੌੜੀ ਦੀ ਵਿਆਖਿਆ ਆਉਂਦੀ ਹੈ, ਕੋਈ ਫਾਇਦਾ ਨਹੀਂ। ਇੱਥੇ ਫੁਰਨਾ ਬੰਦ ਹੋ ਜਾਣਾ ਚਾਹੀਦਾ ਹੈ। ਠੀਕ ਹੈ, ਇੰਨੀ ਹੀ ਵਿਆਖਿਆ ਨੂੰ ਮਨ 'ਚ ਵਸਾਓ। ਹੁਣ ਆਓ ਅਗਲੇ ਪਾਸੇ। ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਇਹ ਗਿਆਨ ਤੁਸੀਂ ਤਾਂ ਲੈਣਾ ਹੈ ਵੀ ਤੁਹਾਡੀ ਹਉਮੈ ਟੁੱਟੇ, ਨਾ ਕਿ ਤੁਸੀਂ ਗਿਆਨੀ ਬਣਨ ਲਈ ਲੈਣਾ। ਜੇ ਗਿਆਨੀ ਬਣਨ ਲਈ ਗਿਆਨ ਲਓਗੇ ਨਾ, ਤੇ ਉਹ ਗਿਆਨ ਹੀ ਇਕੱਠਾ ਹੁੰਦਾ ਰਹੇਗਾ। ਉਹ ਗਿਆਨ ਕਿਸੇ ਦਿਨ ਵੀ ਨਹੀਂ ਹੋਣਾ ਜਿਹਨੇ ਤੁਹਾਡੀ ਹਉਮੈ ਤੋੜਨੀ ਹੈ। ਗਿਆਨ ਲੈਣਾ ਸਿਰਫ ਹਉਮੈ ਤੋੜਨ ਨੂੰ, ਮਨ ਸਮਝਾਉਣ ਨੂੰ। ਇੱਥੇ ਤੁਸੀਂ ਕੀ ਕਰਨ ਆਉਂਦੇ ਹੋ? ਗਿਆਨ ਲੈਣ ਆਉਂਦੇ ਹੋ। ਕਿਉਂ? ਵੀ ਸਾਡੀ ਹਉਮੈ ਟੁੱਟੇ। ਹੋਰ ਇੱਥੇ ਕੋਈ ਗਿਆਨ ਤੁਹਾਨੂੰ ਇਕੱਠਾ ਨਹੀਂ ਕਰਵਾਇਆ ਜਾਂਦਾ। ਠੀਕ ਹੈ, ਗਿਆਨ ਇਕੱਠਾ ਕਰਵਾ ਕੇ ਕੀ ਕਰਨਾ? ਕੁਛ ਹੋ ਜਾਣਾ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵੀ, ਜੇ ਸੋਚੀ ਲੱਖ ਵਾਰ। ਜਿੰਨਾ ਮਰਜੀ ਸੋਚੀ ਜਾ, ਜਿੰਨਾ ਮਰਜੀ ਗਿਆਨ ਇਕੱਠਾ ਕਰੀ ਜਾ, ਜਿੰਨੀ ਮਰਜੀ ਚਿੰਤਾ ਕਰੀ ਜਾ, ਜਿੰਨੀ ਮਰਜੀ ਧਰਮ ਕਰੀ ਜਾ, ਤੇਰੀ ਸੋਚ ਦੇ ਮੁਤਾਬਕ ਕੁਛ ਹੋਣਾ ਹੀ ਨਹੀਂ। ਕਿਉਂਕਿ ਪਹਿਲਾਂ ਦੱਸ ਗਏ ਨੇ ਕਿ ਕਰਤਾ ਪੁਰਖ ਉਹ ਆਪ ਹੈ। ਲੱਖ ਵਾਰੀ ਸੋਚ ਲੈ, ਸੋਚ ਨਹੀਂ ਹੋਣੀ। ਇਸ ਮਨ ਨੇ ਪਵਿੱਤਰ ਨਹੀਂ ਹੋਣਾ, ਉਹ ਸੋਚ ਆਉਣੀ ਨਹੀਂ। ਮਤਲਬ ਤੁਹਾਡੀ ਸੋਚ ਦੁਆਰਾ ਤੁਸੀਂ ਮਾਲਕ ਨੂੰ ਪਕੜ ਨਹੀਂ ਸਕਦੇ। ਸੋਚੇ ਸੋਚ ਨਾ ਹੋਵੀ, ਆਪ ਦੀ ਸੋਚ ਮੁਤਾਬਕ ਤੁਸੀਂ ਮਾਲਕ ਨੂੰ ਪਕੜ ਨਹੀਂ ਸਕਦੇ। ਸਿਰਫ ਤੁਸੀਂ ਸੋਚ ਦੁਆਰਾ, ਗਿਆਨ ਦੁਆਰਾ ਉਹਨੂੰ ਸਮਰਪਣ ਕਰ ਸਕਦੇ ਹੋ। ਬਸ ਸਮਰਪਣ, ਐਸਾ ਗਿਆਨ ਲਓ ਕਿ ਗਿਆਨ ਖਤਮ ਹੋ ਜਾਵੇ ਬਸ। ਤੇ ਜੇ ਗਿਆਨ ਹੀ ਕਰੀ ਜਾਓਗੇ, ਕਈ ਗੁਰਮੁਖ ਕਹਿੰਦੇ ਨੇ ਅਸੀਂ ਗੁਰਮੰਤਰ ਕਰਦੇ ਹਾਂ, ਨਾਲ ਸਾਡੇ ਅੰਦਰ ਬੜਾ ਗਿਆਨ ਦੀਆਂ ਲਹਿਰਾਂ ਚੱਲਦੀਆਂ ਨੇ, ਫਿਰ ਕੀ ਫਾਇਦਾ? ਗੁਰਮੰਤਰ ਕਰਦੇ ਅੰਦਰ ਸੋਚੀ ਜਾਣਾ, ਗਿਆਨ ਕਰੀ ਜਾਣਾ, ਸਤੋ ਗੁਣੀ ਫੁਰਨੇ ਚੱਲਦੇ ਨੇ, ਉਹ ਸਵਾਦ ਜਮਾ ਹੁੰਦੇ। ਗੁਰਮੰਤਰ ਕਰਨਾ ਸੀਗਾ ਮਨ ਨੂੰ ਬੰਦ ਕਰਨ ਲਈ। ਸੋਚਿਆ ਸੋਚ ਨਾ ਹੋਵੀ, ਸੋਚ ਖਤਮ ਕਰ ਦਿਓ। ਚੁੱਪੇ ਚੁੱਪ ਨਾ ਹੋਵੀ, ਜੇ ਲਾਇ ਰਹਾ ਲਿਵਤਾਰ। ਆਪ ਦੇ ਮੁਤਾਬਕ ਚੁੱਪ ਹੋਵੋ, ਦ੍ਰਿਸ਼ਟਮਾਨ ਮੁਖ ਨੂੰ ਚੁੱਪ ਕਰ ਲਓ, ਪਰ ਮਨ ਨੇ ਚੁੱਪ ਨਹੀਂ ਹੋਣਾ। ਜਿੱਥੇ ਮਰਜੀ ਲਿਵ ਲਾ ਲਓ। ਜੇ ਲਾਇ ਰਹਾ ਲਿਵ ਤਾਰ, ਲਗਾਤਾਰ ਲਿਵ ਲਾਈ ਰੱਖੋ। ਜਿੰਨੀ ਦੇਰ ਤੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਰਤ ਨਹੀਂ ਲੱਗਦੀ, ਚੁੱਪ ਨਹੀਂ ਹੁੰਦਾ ਮਨ। ਜਦੋਂ ਪੂਰਾ ਗੁਰੂ ਮਿਲਦਾ ਹੈ, ਉਹਦੀ ਸ਼ਰਨ ਦੇ ਵਿੱਚ ਆ ਕੇ ਸਾਡਾ ਪੁਰਾਣਾ ਗਿਆਨ ਖਤਮ ਹੋ ਜਾਂਦਾ ਹੈ ਤੇ ਨਵਾਂ ਸ਼ੁਰੂ ਹੋ ਜਾਂਦਾ ਹੈ। ਨਵਾਂ ਕਿਹੜਾ? ਸਮਰਪਣ ਦਾ ਗਿਆਨ ਸ਼ੁਰੂ ਹੋ ਜਾਂਦਾ ਹੈ। ਜਿੰਨੀ ਦੇਰ ਤੱਕ ਪੂਰਾ ਗੁਰੂ ਨਹੀਂ ਮਿਲਦਾ, ਮਨ ਚੁੱਪ ਨਹੀਂ ਹੁੰਦਾ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਕਹਿੰਦੇ ਭੁੱਖੇ ਮਨ ਦੀ ਕਿਵੇਂ ਭੁੱਖ ਉਤਰੂਗੀ ਜੇ ਸਾਰੀਆਂ ਪੁਰੀਆਂ ਦੇ ਵੀ ਇਹ ਪਦਾਰਥ ਖਾ ਜਾਵੇ? ਭੁੱਖੇ ਮਨ ਦੀ ਭੁੱਖ ਦੁਆਰਾ ਭੁੱਖ ਨਹੀਂ ਉਤਰਦੀ ਹੁੰਦੀ। ਭੁੱਖ ਕੀ? ਕਹਿੰਦੇ ਤ੍ਰੈ ਗੁਣ ਤਾਂ ਹੈ ਹੀ ਭੁੱਖ। ਸਮਝ ਗਏ? ਤ੍ਰੈ ਗੁਣ ਤਾਂ ਹੈ ਹੀ ਭੁੱਖ। ਇਹ ਇੱਕ ਐਸੀ ਚੀਜ਼ ਹੈ ਜਿਹੜੀ ਭੁੱਖ ਨੂੰ ਵਧਾ ਸਕਦੀ ਹੈ, ਭੁੱਖ ਨੂੰ ਖਤਮ ਨਹੀਂ ਕਰ ਸਕਦੀ। ਤ੍ਰੈ ਗੁਣ ਦੇ ਵਿੱਚ ਜਿੰਨਾ ਪਿਆਰ ਪਾਓ, ਹੋਰ ਭੁੱਖ ਵਧੇਗੀ। ਇਹ ਹਲਕ ਦੀ ਬਿਮਾਰੀ ਆ ਇੱਕ। ਤੇ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ। ਇੱਕ ਤਾਂ ਮਨ ਪਹਿਲਾਂ ਭੁੱਖਾ ਹੈ, ਉਧਰੋਂ ਭੁੱਖ ਦੇ ਵਿੱਚ ਹੋਰ ਪਾਈ ਜਾਣਾ, ਕਹਿੰਦਾ ਐ ਭੁੱਖ ਉਤਰ ਜੂਗੀ। ਨਹੀਂ ਉਤਰਦੀ। ਤ੍ਰੈ ਗੁਣ ਦੁਆਰਾ ਭੁੱਖ ਨਹੀਂ ਉਤਰ ਸਕਦੀ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆ ਭਾਰ। ਸਾਰੀਆਂ ਪੁਰੀਆਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਜਾਇਆ, ਭੁੱਖ ਨਹੀਂ ਉਤਰਨੀ। ਹੈ ਹੀ ਭੁੱਖ। ਇਹ ਤਾਂ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜੋ ਮਰਜੀ ਤੁਸੀਂ ਸਿਆਣੇ ਹੋ, ਚੌਧਰੀ ਹੋ, ਮੰਤਰੀ ਹੋ, ਸੰਤਰੀ ਹੋ, DSP SSP,
इत्थों बाहर दे सतो गुणी महामंडलेश्वर 1000 8 9 5000 21000 10000 जो मर्जी डिग्री तुहाडे कोल, जे सच नाल मिलाप नहीं कोई सियाणप कम नहीं हैगी। वो एक सिर्फ दुनियावी तौर ते सियाणे हो तुसीं। सच दे दरगाह दे विच जिहड़े प्रवान हो गए वो सियाणे हुंदे ने, जिन्हां ने मालक नूं लभ लिया वो सियाणा हुंदा है। आपदी अवस्था गणाई जानी, मैं रिद्धि सिद्धि कर लैना, मैं वो देख लेना, मैं आ देख लेना, कुछ नहीं हैगा तुहाडे कोल। वो तां आपा है तुहाडे कोल, तां मैं देख लेना आपा है तुहाडे कोल। हाँ जी, ਜਿਹੜੇ ਭਗਤ ਹੁੰਦੇ ਨੇ ਉਹ ਕਹਿੰਦੇ ਨੇ ਉਹ ਕਰਦਾ ਜੀ ਕਿਰਪਾ, ਉਹ ਹੀ ਦਿਖਾਉਂਦਾ, ਸਾਡੇ ਕੋਲ ਤਾਂ ਆਪਦਾ ਕੁਝ ਵੀ ਨਹੀਂ ਹੈਗਾ। ਇੱਕ ਕਹਿੰਦਾ ਮੇਰੇ ਕੋਲ ਇੰਨੀ ਮਿਹਰ ਹੈ ਵੀ ਆਪਾਂ ਆਹ ਕਰ ਦਿਆਂਗੇ। ਸਿਆਣਪ ਹੈ ਨਾ ਫਿਰ ਤੁਹਾਡੇ ਕੋਲ। ਮੇਰੇ ਅੱਗੇ ਕੋਈ ਬੰਦਾ ਬੋਲ ਨਹੀਂ ਸਕਦਾ, ਜਿੱਦ ਨਹੀਂ ਸਕਦਾ ਮੇਰੇ ਅੱਗੇ ਕੋਲ। ਕੋਈ ਵੱਡੇ ਤੋਂ ਵੱਡਾ ਪ੍ਰਚਾਰਕ ਆ ਜਾਵੇ ਮੈਂ ਮੂੰਹ ਬੰਦ ਕਰਾ ਦੂੰਗਾ ਉਹਦਾ, ਫਿਰ ਤਾਂ ਸਿਆਣਪ ਹੋ ਗਈ ਤੇਰੇ ਕੋਲ। ਤੇ ਉਹ ਆਂਦੇ ਜੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਅਸੀਂ ਨਾ ਕਿਸੇ ਨਾਲ ਜਿੱਦਣਾ ਨਾ ਸਾਡੇ ਕੋਲ ਕੁਛ ਹੈਗਾ। ਜੇ ਉਹ ਕਿਰਪਾ ਕਰੇਗਾ, ਜਿਵੇਂ ਨਾਮਦੇਵ ਨੂੰ ਕਹਿੰਦੇ ਜੇ ਗਾਂ ਜਿੰਦਾ ਕਰ, ਕਹਿੰਦਾ ਮੈਂ ਥੋੜੀ ਨਾ ਜਿੰਦਾ ਕਰ ਸਕਣਾ, ਮੈਂ ਤਾਂ ਇੱਕ ਮਾਲਕ ਦਾ ਪਿਆਰ ਲੈਣਾ, ਨਾ ਮੇਰੇ ਕੋਲ ਕੋਈ ਸ਼ਕਤੀ ਆ। ਜਿਹਨੇ ਜਨਮ ਦਿੱਤਾ ਉਹੀ ਮਾਰ ਸਕਦਾ ਤੇ ਉਹੀ ਇਹਨੂੰ ਜਿੰਦਾ ਕਰ ਸਕਦਾ, ਮੈਂ ਨਹੀਂ ਕਰ ਸਕਦਾ। ਤੇ ਨਾਮਦੇਵ ਫੁਰਨਾ ਰੋਕ ਕੇ ਆਪਦਾ ਦਰ ਤੇ ਬੈਠ ਕੇ ਕਹਿੰਦੇ ਕਰੋ ਜੀ ਕਿਰਪਾ। ਤਾਂ ਕਹਿੰਦੇ ਸਹਿ ਸਿਆਣਪਾ ਲੱਖੋ ਤਾਂ ਇੱਕ ਨਾ ਚੱਲੇ ਨਾਲ। ਫਿਰ ਕਹਿੰਦੇ ਕਿਮ ਸਚਿਆਰਾ ਹੋਈਏ ਕਿਮ ਕੂੜੇ ਟੁੱਟੇ ਪਾਲ। ਫਿਰ ਕਹਿੰਦੇ ਨਾ ਚੁੱਪ ਹੋ ਕੇ, ਨਾ ਭੁੱਖ ਲੈ ਕੇ, ਨਾ ਸੋਚ ਦੁਆਰਾ ਇਹ ਸੱਚੇ ਕਿਵੇਂ ਹੋਈਏ। ਫਿਰ ਇੱਥੇ ਸਵਾਲ ਪਾਤਾ, ਕਿਵੇਂ ਕੂੜੇ ਟੁੱਟੇ ਪਾਲ, ਝੂਠ ਦੀ ਦੀਵਾਰ ਕਿਵੇਂ ਟੁੱਟੇ ਫਿਰੇ ਜਿਹੜਾ ਫਸ ਗਏ ਆਪਾਂ। ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਸ ਹੁਕਮ ਦੀ ਪਹਿਚਾਣ ਕਰੋ ਜਿਹੜਾ ਨਾਲ ਲਿਖਾ ਕੇ ਲਿਆਏ ਹੋ। ਇੱਕ ਪਰਵਾਨਾ ਦਿੱਤਾ ਕਰਮ ਦਾ, ਇੱਕ ਪਰਵਾਨਾ ਦਿੱਤਾ ਧਰਮ ਦਾ। ਜਦੋਂ ਫਿਰ ਕਰਮ ਦਾ ਪਰਵਾਨਾ ਗੁਰਮੁਖਾਂ ਨੇ ਪੜ੍ਹਿਆ, ਉਹ ਕਹਿੰਦੇ ਜਿਹੜਾ ਪਹਿਲੋਂ ਹੀ ਲਿਖਾ ਕੇ ਲਿਆਏ ਆ ਤੇ ਫਿਰ ਮੰਗੀਏ ਕੀ ਇਹਦੇ ਵਿੱਚ। ਉਧਰੋਂ ਕਹੀ ਜਾਂਦੇ ਨੇ ਲੇਖ ਲਿਖੇ ਮਿਟਦੇ ਨਹੀਂ, ਫਿਰ ਅਰਦਾਸ ਕਿਉਂ ਕਰਦੇ ਜੀ। ਕਨਸੈਪਟ ਹੀ ਖਤਮ ਹੋ ਗਿਆ। ਤਾਂ ਉਹ ਤਾਂ ਜੋ ਲਿਖਿਆ ਉਹ ਮਿਟਣਾ ਨਹੀਂ, ਫਿਰ ਤਰਲੇ ਕਹਿੰਦੇ ਕਰਦੇ ਹੋ। ਠੀਕ ਹੈ, ਉਹ ਤਾਂ ਇੱਕ ਮਨ ਨੂੰ ਸੈਟਿਸਫੈਕਸ਼ਨ ਦੇਣ ਲਈ ਜਦੋਂ ਪਰਵਾਨਾ ਪੜਨ ਯੋਗ ਹੋ ਗਿਆ, ਮਸਤਕ ਤੇ ਲੇਖ ਪੜ੍ਹ ਲਓ ਅੱਜ ਦੇ ਵਿੱਚ ਕੀ ਮੈਨੂੰ ਦਿੱਤਾ, ਤੇ ਤੁਸੀਂ ਫਿਰ ਕੀ ਕਰਨਾ। ਉਹ ਫਿਰ ਜਿਹੜਾ ਅਸਲ ਪਰਵਾਨਾ ਹੈ ਧਰਮ ਦਾ, ਉਹ ਨਾਮ ਨੂੰ ਸੁਣ ਲਓ, ਉਹਨੂੰ ਫੜੀ ਜਾਓ, ਹੁਕਮ ਵਿੱਚ ਚੱਲੋ ਵੀ ਅੱਜ ਜਿਹੜੇ ਲੇਖ ਪਾਏ ਨੇ ਇਹ ਵੇਖਦੇ ਆ ਕਿ ਕਿਵੇਂ। ਇਹਦੇ ਵਾਸਤੇ ਬਹੁਤ ਬਲ ਚਾਹੀਦਾ ਕਿ ਅੱਜ ਦਾ ਮੇਰਾ ਕਿੰਨੇ ਸਵਾਸ ਬਾਕੀ ਰਹਿ ਗਏ ਨੇ ਤੇ ਅੱਜ ਫਿਰ ਮੈਨੂੰ ਕਿੰਨੇ ਦੇ ਕੇ ਭੇਜਦਾ ਪਿਆ। ਬਲ ਚਾਹੀਦਾ, ਸ਼ਕਤੀ ਚਾਹੀਦੀ ਹੈ, ਗੁਰਮੰਤਰ ਦਾ ਅਭਿਆਸ ਚਾਹੀਦਾ। ਫਿਰ ਉੱਥੇ ਕਿਹਾ, ਕਹਿੰਦੇ ਜੇ ਚਾਹੁੰਦੇ ਜੇ ਸੱਚੇ ਹੋਣਾ ਹੁਕਮ ਰਜਾਈ ਚੱਲਣਾ, ਰਜਾ ਚ ਆ ਜਾਓ। ਰਜਾ ਚ ਉਦੋਂ ਆਓਗੇ ਜਦੋਂ ਤ੍ਰੈਗੁਣ ਦਾ ਪਰਵਾਨਾ ਵੀ ਪੜ੍ਹ ਲਓਗੇ ਤੇ ਨਾਮ ਦਾ ਪਰਵਾਨਾ ਵੀ ਸੁਣ ਲਓਗੇ। ਪਰ ਤ੍ਰੈਗੁਣ ਦਾ ਪਰਵਾਨਾ ਸਿੱਧਾ ਨਹੀਂ ਪੜਿਆ ਜਾਣਾ, ਕਰਮਾਂ ਦਾ ਪਰਵਾਨਾ ਸਿੱਧਾ ਨਹੀਂ ਪੜਿਆ ਜਾਣਾ। ਪਹਿਲਾਂ ਨਾਮ ਦੇ ਦਾਇਰੇ 'ਚ ਆਓ, ਨਾਮ ਨੂੰ ਸੁਣੋ, ਨਾਮ ਨੂੰ ਸੁਣ ਕੇ ਭਗਤੀ ਦਾ ਬਲ ਇਕੱਠਾ ਹੋਵੇਗਾ, ਫਿਰ ਮਸਤਕ ਦੇ ਲੇਖ ਪੜ੍ਹ ਲਿਆ ਜੇ। ਜਿਹਨੂੰ ਮਹਾਰਾਜ ਕਹਿੰਦੇ ਨੇ ਦਰਗਾਹ ਘੜੀਆ ਤੀਨੈ ਲੇਖ, ਖੋਟਾ ਕਾਮ ਨਾ ਆਵੇ ਵੇਖ। ਠੀਕ ਹੈ, ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਇਹ ਜਿਹੜੇ ਜਿੰਨੇ ਵੀ ਆਕਾਰ ਨੇ ਇਹ ਹੁਕਮ ਦੁਆਰਾ ਸਾਜੇ ਜਾ ਰਹੇ ਨੇ, ਨਾਮ ਦੁਆਰਾ, ਸ਼ਬਦ ਦੁਆਰਾ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਪਰ ਕਹਿੰਦੇ ਉਹ ਹੁਕਮ ਕਹਿਆ ਨਹੀਂ ਜਾ ਸਕਦਾ। ਉਹ ਨਾ ਤਾਂ ਬੋਲਣ ਦੇ ਵਿੱਚ ਆਉਂਦਾ, ਨਾ ਲਿਖਣ ਪੜ੍ਹਨ ਦੇ ਵਿੱਚ ਆ ਜਾਂਦਾ, ਉਹ ਸਿਰਫ ਸੁਣਿਆ ਜਾ ਸਕਦਾ ਜਿਹੜੇ ਹੁਕਮ ਦੁਆਰਾ ਇਹ ਆਕਾਰ ਪ੍ਰਗਟ ਹੋ ਰਹੇ ਨੇ। ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਹੁਕਮ ਦੇ ਵਿੱਚੋਂ ਹੀ ਇਹ ਜੀ ਜਿੰਨੇ ਨੇ ਅੰਡਜ ਜੇਰਜ ਸਿਤ ਕੀਨੀ ਉਤ ਕੋਈ ਖਾਨ ਬਹੁ ਰਚ ਦੀਨੀ, ਇਹ ਜਿੰਨੀਆਂ ਖਾਣੀਆਂ ਨੇ, ਚਾਹੇ ਅੰਡਿਆਂ ਦੀ ਜਾਤੀ ਹੈ, ਚਾਹੇ ਜੇਰਜ ਹੈ, ਚਾਹੇ ਮੈਲ ਦੇ ਜੀ ਨੇ, ਚਾਹੇ ਕਿਸੇ ਸਿੱਧੇ ਹੋ ਰਹੇ ਨੇ ਜੇਰ ਦੇ ਵਿੱਚੋਂ ਪ੍ਰਗਟ ਹੋ ਰਹੇ ਨੇ, ਚਾਹੇ ਧਰਤੀ 'ਚੋਂ ਪ੍ਰਗਟ ਹੋ ਰਹੇ ਨੇ, ਇਹ ਹੁਕਮ ਦੁਆਰਾ ਨੇ। ਜਿਹਨੂੰ ਮਹਾਰਾਜ ਕਹਿੰਦੇ ਨੇ ਬੀਜ ਮੰਤਰ ਸਰਬ ਕੋ ਗਿਆਨ। ਹੁਕਮ ਮਿਲੇ ਵਡਿਆਈ, ਤੇ ਜਿਹੜਾ ਉਹ ਸ਼ਬਦ ਨੂੰ ਬੁੱਝ ਲੂਗਾ ਉਹਨੂੰ ਵਡਿਆਈ ਮਿਲੇਗੀ। ਹੁਕਮੀ ਉੱਤਮ ਨੀਚ ਲਿਖ ਦੁੱਖ ਸੁੱਖ ਪਾਈਐ। ਜਿਹੜੇ ਹੁਕਮ 'ਚ ਆ ਗਏ ਉੱਤਮ ਨੇ, ਜਿਨ੍ਹਾਂ ਨੇ ਨਾਮ ਨੂੰ ਪਹਿਚਾਣ ਲਿਆ ਉਹ ਉੱਤਮ ਹੈ, ਤੇ ਜਿਨ੍ਹਾਂ ਨੇ ਨਹੀਂ ਪਛਾਣਿਆ ਉਹ ਨੀਚ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ। ਹੁਣ ਇੱਥੇ ਕਹਿ ਦਿੱਤਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕੋਈ ਐਸੇ ਕਰਮ ਕਰ ਰਹੇ ਨੇ ਕਿ ਉਹ ਸ਼ਬਦ ਦੇ ਦੁਆਰਾ ਉਹਨਾਂ ਨੇ ਆਪਦੇ ਮਨ ਨੂੰ ਉੱਤਮ ਸਥਾਨ ਤੇ ਲੈ ਗਏ ਨੇ,
ਔਰ ਕੁਛ ਐਸੇ ਕਰਮ ਕਰ ਰਹੇ ਨੇ ਜੋ ਹੁਕਮ ਨੂੰ ਬੁੱਝਿਆ ਹੀ ਨਹੀਂਗਾ ਤੇ ਉਹ ਨੀਚ ਹੋ ਗਏ ਨੇ ਤੇ ਦੁੱਖਾਂ ਸੁੱਖਾਂ ਵਿੱਚ ਫਸੇ ਹੋਏ ਨੇ। ਜਦੋਂ ਨਾਮ ਦੇ ਦਾਇਰੇ ਵਿੱਚ ਆ ਜਾਓਗੇ ਤੁਸੀਂ ਦੁੱਖ ਸੁੱਖ ਦੇ ਵਿੱਚੋਂ ਬਾਹਰ ਨਿਕਲ ਜਾਓਗੇ, ਤ੍ਰੈਗੁਣ ਤੋਂ ਹੀ ਬਾਹਰ ਹੋ ਗਏ, ਅਤੀਤ ਹੋ ਗਏ। ਮਨਮੁਖ ਜਿਹੜਾ ਹੈ ਉਹ ਨਾਮ ਦਾ ਪਰਵਾਨਾ ਨਾ ਹੋਣ ਕਰਕੇ ਤ੍ਰੈਗੁਣ ਦਾ ਪਰਵਾਨਾ ਪੜ੍ਹ ਹੀ ਨਹੀਂ ਸਕਦਾ, ਉਹਦੇ ਵਿੱਚ ਉਲਝਿਆ ਰਹਿੰਦਾ, ਭੁੱਖ ਦੇ ਵਿੱਚ ਉਲਝਿਆ ਰਹਿੰਦਾ। ਫਿਰ ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਹੁਣ ਇੱਕ ਜਿਹੜੇ ਹੁਕਮ ਚ ਆ ਗਏ ਨੇ ਉਹਨਾਂ ਨੂੰ ਬਖਸ਼ ਮਿਲਦੀ ਹੈ। ਬਖਸ਼ੀਸ਼ ਕਹਿੰਦੇ ਨਾ ਵੀ ਜਿਵੇਂ ਪਹਿਲੋਂ ਰਾਜੇ ਮਹਾਰਾਜੇ ਹੁੰਦੇ ਸੀ, ਉਹਨਾਂ ਨੂੰ ਕਹਿੰਦੇ ਮੈਂ ਬਖਸ਼ੀਸ਼ ਲੈਣ ਚੱਲਿਆ, ਉਹਦੇ ਵੰਡੇ ਉਹ ਸੋਨੇ ਦੀਆਂ ਮੋਹਰਾਂ ਦਿੰਦੇ ਸੀ, ਪੈਸੇ ਦਿੰਦੇ ਸੀ। ਕਹਿੰਦੇ ਇੱਕ ਨਾ ਹੁਕਮੀ ਬਖਸ਼ੀਸ਼, ਉਹਨਾਂ ਨੂੰ ਬਖਸ਼ੀਸ਼ ਮਿਲਦੀ ਹੈ। ਹੁਕਮ ਚ ਕਿਹੜੀ ਬਖਸ਼ ਮਿਲਦੀ ਹੈ ਸਾਨੂੰ ਦੱਸੋ? ਜਦੋਂ ਅਸੀਂ ਹੁਕਮ ਚ ਆਉਂਦੇ ਹਾਂ ਕੀ ਬਖਸ਼ ਦਿੰਦਾ ਸਾਨੂੰ? ਨਹੀਂ, ਹੁਕਮ ਚ ਤਾਂ ਆ ਗਏ, ਨਾਮ ਚ ਤਾਂ ਆ ਗਏ, ਫਿਰ ਬਖਸ਼ੀਸ਼ ਉਹਦੇ ਵੰਡੇ ਕੀ ਮਿਲਦੀ ਹੈ? ਅੰਮ੍ਰਿਤ ਰਸ ਮਿਲਦਾ। ਉਹ ਸਾਡੇ ਮਨ ਦੀ ਖੁਰਾਕ ਹੈ, ਉਹਦੇ ਨਾਲ ਸਾਡਾ ਜਨਮ ਮਰਨ ਕੱਟਿਆ ਜਾਂਦਾ ਹੈ ਤੇ ਸਾਡੇ ਮਨ ਦੀ ਮੈਲ ਉਤਰਦੀ ਹੈ। ਇੱਕ ਬੂੰਦ ਆਉਣ ਤੇ ਅਸੀਂ ਮੁਕਤ ਹੋ ਜਾਂਦੇ ਹਾਂ। ਉਸ ਤੋਂ ਬਾਅਦ ਜਿਹੜੇ ਮਨ ਦੀ ਮੈਲ ਹੈ ਨਾ, ਜਿਹੜੇ ਕਹਿੰਦੇ ਸਾਡੀ ਦੁਬਦਾ ਨਹੀਂ ਜਾਂਦੀ, ਸਾਡੇ ਅੰਦਰੋਂ ਹੰਕਾਰ ਕਿਉਂ ਨਹੀਂ ਖਤਮ ਹੁੰਦਾ ਪਿਆ, ਕਿਉਂ ਜ਼ੋਰ ਲਾਈ ਜਾਂਦੇ ਆ, ਫਿਰ ਉਹ ਪੁਰਨੇ ਚੱਲ ਪੈਂਦੇ ਨੇ। ਮੈਲ ਚੜੀ ਹੋਈ ਹੈ ਤੇ ਇਸ ਮੈਲ ਨੂੰ ਉਤਾਰਨ ਵਾਸਤੇ ਇੱਕੋ ਹੀ ਇੱਕ ਜਰੀਆ ਹੈ, ਅੰਮ੍ਰਿਤ ਰਸ। ਉਹ ਹੁਕਮ ਦੇ ਵਿੱਚ ਬਖਸ਼ੀਸ਼ ਮਿਲਦੀ ਹੈ। ਉਹ ਅੰਮ੍ਰਿਤ ਰਸ ਆਊਗਾ ਤੇ ਮੈਲ ਉਤਰੇਗੀ, ਨਹੀਂ ਤਾਂ ਨਹੀਂ ਉਤਰਨੀ। ਮੂਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਐ ਧੋਏ ਭਰੀਏ ਮਤ ਪਾਪਾਂ ਕੇ ਸੰਗ, ਉਹ ਧੁੱਪੈ ਨਾਵੇਂ ਕੇ ਰੰਗ। ਨਾਮ ਦੇ ਰੰਗ ਦੁਆਰਾ ਮੈਲ ਉਤਰਨੀ ਹੈ, ਨਹੀਂ ਤਾਂ ਦੁਬਦਾ ਖਤਮ ਹੀ ਨਹੀਂ ਹੋਣੀ। ਇੱਕ ਵਾਰੀ ਗੁਰਮੰਤਰ ਦੁਆਰਾ ਬੰਦ ਕਰ ਲਓਗੇ ਉਹ ਫਿਰ ਚੱਲ ਪਏਗੀ। ਅਸਥਿਰ ਗੁਰਮੰਤਰ ਦੁਆਰਾ ਬੰਦ ਹੋ ਜਾਏਗੀ, ਪਰ ਜੇ ਰਸ ਨਹੀਂ ਆਇਆ, ਨਾਮ ਨਹੀਂ ਸੁਣਿਆ, ਸਮਾਜ ਚ ਵਿਚਰੋਗੇ ਫਿਰ ਚੱਲ ਪਏਗੀ। ਸੋ ਗੁਰਮੰਤਰ ਦੁਆਰਾ ਬੰਦ ਕਰਕੇ ਨਾਮ ਨੂੰ ਫੜਨਾ ਹੈ, ਫਿਰ ਉੱਥੋਂ ਰਸ ਲੈਣਾ, ਫਿਰ ਥਿਰ ਬੰਦ ਹੋ ਜਾਏਗੀ। ਉਹ ਵੀ ਤਾਂ ਹੋਊਗੀ ਜਦੋਂ ਭਾਰੀ ਮਾਤਰਾ ਚ ਅੰਮ੍ਰਿਤ ਰਸ ਜਾ ਕੇ ਅੰਦਰੋਂ ਸਮਾਂ ਲੱਗਦਾ, ਫਿਰ ਮਿਹਨਤ ਦੇ ਉੱਤੇ ਬੰਦ ਹੁੰਦੀ ਹੈ ਦੁਬਿਧਾ। ਮਿਹਨਤ ਦੁਆਰਾ ਦੁਬਿਧਾ ਬੰਦ ਕਰ ਸਕਦੇ ਹੋ, ਸਟਰਗਲ ਕਰਨਾ ਪਏਗਾ, ਫਿਰ ਦੁਬਿਧਾ ਖਤਮ ਹੋ ਜਾਏਗੀ। ਤੇ ਜੇ ਉਹ ਕਈ ਤਾਂ ਆਪਾਂ ਜਿਵੇਂ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਵੀ ਦਸਮ ਦੁਆਰ ਦੇ ਸ਼ਬਦ ਪ੍ਰਗਟ ਹੋ ਗਏ। ਦਸਮ ਦੁਆਰ ਤਾਂ ਸਾਰਿਆਂ ਦੇ ਅੰਦਰ ਹੈ, ਕੋਈ ਚਲੋ ਜਿੰਨੇ ਮਿਹਨਤ ਕੀਤੀ ਪ੍ਰਗਟ ਹੋ ਗਏ, ਉੱਥੇ ਹੀ ਹਉਮੈ ਆ ਜਾਂਦੀ ਵੀ ਮੇਰੇ ਤਾਂ ਸ਼ਬਦ ਚੱਲ ਪਏ। ਫਿਰ ਸ਼ਬਦ ਚੱਲ ਪਏ, ਮਿਹਨਤ ਤਾਂ ਨਹੀਂ ਕੀਤੀ, ਉਹ ਤਾਂ ਚੱਲੇ ਹੀ ਨੇ। ਤੇ ਜੇ ਫਿਰ ਦੁਬਿਧਾ ਦੇ ਵਿੱਚ ਪੈ ਗਿਆ, ਹੱਟ ਤਾਂ ਖੁੱਲ ਗਈ ਪਰ ਸੌਦਾ ਤਾਂ ਲਿਆ ਨਹੀਂ, ਜੂਨਾ ਚ ਜਾਏਗਾ। ਫਿਰ ਵੀ ਅੰਮ੍ਰਿਤ ਰਸ ਆ ਗਿਆ, ਉਹਨੂੰ ਪੀ ਪੀ ਕੇ ਮਨ ਦੀ ਮੈਲ ਲਾਉਣੀ ਸੀ, ਪਰ ਅੰਮ੍ਰਿਤ ਰਸ ਦੁਆਰਾ ਮੈਲ ਤਾਂ ਲਾਈ ਨਹੀਂ, ਕਰੀ ਤਾਂ ਦੁਬਿਧਾ ਗਿਆ, ਹਉਮੈ ਕਰੀ ਗਿਆ, ਧੜੇ ਬਣਾਉਣ ਲੱਗ ਗਿਆ, ਇੱਕ ਦੂਜੇ ਨੂੰ ਮਾੜਾ ਕਹਿਣ ਲੱਗ ਗਿਆ, ਜੂਨਾ ਚ ਜਾਊਂਗਾ ਤੂੰ। ਠੀਕ ਹੈ ਨਾ? ਸੋ ਤਾਂ ਕਹਿੰਦੇ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਫਿਰ ਇੱਕ ਜਿਨ੍ਹਾਂ ਨੇ ਹੁਕਮ ਨੂੰ ਨਹੀਂ ਬੁੱਝਿਆ ਉਹ ਸਦਾ ਭੌਂਦੇ ਰਹਿੰਦੇ ਆ, ਜੂਨਾਂ ਦੇ ਵਿੱਚ ਕੱਪੜੇ ਬਦਲੀ ਜਾਂਦੇ ਆ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਕਹਿੰਦੇ ਹੈਗੇ ਸਾਰੇ ਹੁਕਮ ਦੇ ਵਿੱਚ ਹੀ ਆ, ਸਭ ਦੇ ਅੰਦਰ ਨਾਮ ਚੱਲਦਾ ਪਿਆ। ਐਸੀ ਕੋਈ ਵੀ ਜਗ੍ਹਾ ਨਹੀਂ ਹੈਗੀ ਜਿੱਥੇ ਨਾਮ ਨਹੀਂ ਚੱਲਦਾ। ਇੱਥੇ ਹੁਕਮ ਨਾਮ ਨੂੰ ਕਹਿੰਦੇ ਪਏ ਆ, ਕਿਉਂਕਿ ਨਾਮ ਹੀ ਹੁਕਮ ਹੈ। ਹੁਕਮ ਇੱਕੋ ਨਾਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀ, ਉਹ ਗੁਰਬਾਣੀ ਚ ਅੱਗੇ ਆਉਂਦਾ। ਕਹਿੰਦੇ ਹੁਕਮ ਦੇ ਵਿੱਚ ਹੀ ਚੱਲਦਾ ਪਿਆ ਸਾਰਾ ਇਹ ਖੇਲ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਐਸੀ ਕੋਈ ਵੀ ਜਗ੍ਹਾ ਨਹੀਂ ਜਿੱਥੇ ਸ਼ਬਦ ਨਹੀਂ, ਮਾਲਕ ਨਹੀਂ। ਫਿਰ ਨਾਨਕ ਹੁਕਮ ਹੈ ਜੇ ਬੁੱਝੇ, ਪਰ ਜਿਹੜਾ ਇਸ ਨਾਮ ਨੂੰ, ਉਹ ਸੱਚ ਨੂੰ ਬੁੱਝ ਲੇਗਾ, ਉਹ ਹਉਮੈ ਤੋਂ ਰਹਿਤ ਹੋਵੇਗਾ। ਹੈਗਾ ਸਾਰਾ ਨਾਮ ਦਾ ਹੀ ਖੇਲ ਹੈ, ਪਰ ਜਿਹੜਾ ਨਾਮ ਨੂੰ ਬੁੱਝ ਲੇਗਾ ਉਹ ਹਉਮੈ ਤੋਂ ਰਹਿਤ ਹੋ ਜਾਏਗਾ। ਤੇ ਜਿਹਨੇ ਨਾਮ ਨੂੰ ਨਹੀਂ ਬੁੱਝਿਆ ਉਹ ਇਸ ਤਰੀਕੇ ਹੀ ਪਾਉਂਦਾ ਫਿਰੇਗਾ, ਚਾਹੇ ਉਹ ਗਿਆਨੀ ਹੈ ਚਾਹੇ ਉਹ ਧਿਆਨੀ ਹੈ। ਫਿਰ ਕਹਿੰਦੇ ਨੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਜਿਹੜਾ ਮਾਲਕ ਨੂੰ ਗਾਵੇਗਾ ਉਹਦੀ ਇੱਜ਼ਤ ਬਣਨੀ ਹੈ। ਦਰਗਾਹ 'ਚ ਵੀ ਇੱਥੇ ਗਾਵੇ ਕੋ ਤਾਣ, ਮਾਲਕ ਦਾ, ਤੂੰ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਅੱਗੇ ਅਰਦਾਸ। ਤਾਣ ਕੀ ਹੁੰਦਾ? ਇੱਜ਼ਤ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ। ਜਿਹੜਾ ਮਾਲਕ ਦਾ ਤਾਣ, ਮਾਲਕ ਦੀ ਇੱਜ਼ਤ ਗਾਵੇਗਾ। ਆਪਾਂ ਕਿਹਦੀ ਕਰਨੇ ਆ? ਸਾਡੇ ਜੀਜਾ ਜੀ ਨੇ ਜੀ, ਉੱਥੇ DSP ਲੱਗੇ ਹੋਏ ਨੇ। ਸਾਡਾ ਮੰਤਰੀ ਹੈ ਜੀ, ਮੈਂ ਭਾਜਪਾ ਦਾ ਬੰਦਾ, ਮੈਂ ਕਾਂਗਰਸ ਦਾ ਬੰਦਾ ਹਾਂ ਜੀ, ਮੈਂ ਬਸਪਾ ਦਾ ਬੰਦਾ, ਮੈਂ ਨਰਿੰਦਰ ਮੋਦੀ ਦਾ ਬੰਦਾ, ਮੈਂ ਮਨਮੋਹਨ, ਅਸੀਂ ਉਹਨਾਂ ਦੀ ਇੱਜ਼ਤ ਗਾਉਂਦੇ ਹਾਂ। ਮੇਰੇ ਕੋਲ ਇੰਨੇ ਕਿੱਲੇ ਪੈਲੀ ਹੈ ਜੀ, ਮੇਰੇ ਕੋਲ ਵਪਾਰ ਬਹੁਤ ਵੱਡਾ ਜੀ। ਆਪਣੇ ਕੋਲ ਤਾਂ ਪੈਸੇ ਮੁਕਾਇਆ ਨਹੀਂ ਮੁੱਕਦੇ। ਅਸੀਂ ਤਾਂ ਆਪਦੇ ਵਪਾਰ ਦੇ ਸੋਹਲੇ ਗਾ ਰਹੇ ਹਾਂ। ਹਾਂਜੀ, ਗਏ ਖੂ ਕੇ ਫਿਰ ਕਹਿਣਗੇ ਚਲੋ ਜੀ ਦਿੱਤਾ ਤਾਂ ਹੁੰਦਾ ਹੀ ਹੈ। ਇੱਦਾਂ ਨਹੀਂ ਹੁੰਦਾ। ਭਗਤ ਨਾ ਵਪਾਰ ਨੂੰ ਗਾਉਂਦੇ, ਨਾ ਮੋਦੀ ਨੂੰ ਗਾਉਂਦੇ, ਨਾ ਪ੍ਰਕਾਸ਼ ਬਾਦਲ ਨੂੰ ਗਾਉਂਦੇ, ਤੇ ਨਾ ਉਹ ਖੱਟਰ ਨੂੰ ਗਾਉਂਦੇ। ਮਤਲਬ ਐਨੀਬੋਡੀ, ਮੈਂ ਕਿਸੇ ਦੀ ਇਹ ਅਵੇਲਨਾ ਨਹੀਂ ਕਰ ਰਿਹਾ। ਭਗਤ ਕਿਸੇ ਵੀ ਆਕਾਰ ਦੀ ਉਸਤਤ ਨਹੀਂ ਕਰਦੇ। ਗਾਵੇ ਕੋ ਤਾਣ ਹੋਵੇ ਕਿਸੇ ਤਾਣ। ਉਹ ਕਹਿੰਦੇ
ਸਾਡਾ ਤਾਂ ਤਾਣ ਉਹੀ ਆ, ਮਾਲਕ ਹੈ। ਪ੍ਰਧਾਨ ਮੰਤਰੀ ਦੇ ਦਿਮਾਗ ਤੇ ਵੀ ਉਹ ਹੈ, ਬਾਦਲ ਦੇ ਦਿਮਾਗ ਤੇ ਵੀ ਉਹ ਹੈ, ਖੱਟਰ ਦੇ ਦਿਮਾਗ ਤੇ ਵੀ ਉਹ ਹੈ, ਕੈਪਟਨ ਦੇ ਦਿਮਾਗ ਤੇ ਵੀ ਉਹ ਹੈ, ਬਿਹਾਰ 'ਚ ਵੀ ਉਹ ਹੈ, ਯੂਪੀ 'ਚ ਵੀ ਉਹ ਹੈ, ਸਾਰੀ ਪਾਸੇ ਮਾਲਕ ਹੈ। ਤੇ ਕਹਿੰਦਾ ਜਦੋਂ ਸਾਡਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਜਦੋਂ ਉਹ ਹੀ ਸਾਡਾ ਹੋ ਗਿਆ ਤੇ ਫਿਰ ਮੋਦੀ ਪਿੱਛੇ ਰਹਿ ਗਿਆ ਕਿ ਫਿਰ ਕੋਈ ਅਮਰੀਕਾ ਦਾ ਰਾਸ਼ਟਰਪਤੀ ਪਿੱਛੇ ਰਹਿ ਗਿਆ। ਜਦੋਂ ਸੱਚ ਦਾ ਖੇਲ ਆ ਉਹ ਸਾਡਾ ਹੋ ਗਿਆ। ਕੋਈ ਚੰਗਾ ਨਹੀਂ, ਕੋਈ ਮਾੜਾ ਨਹੀਂ, ਬਸ ਜਿੰਨੀ ਕੁ ਜਿਹਨੂੰ ਭਗਤੀ ਦੇ ਗੁਣ ਨੇ ਉੱਥੇ ਉੱਥੇ ਉਹ ਭੱਜਾ ਫਿਰਦਾ। ਕੋਈ ਵੀ ਨਹੀਂ ਚੰਗਾ ਹੁੰਦਾ। ਚੰਗਾ ਇੱਕ ਉਹ ਹੈ ਜਿਹੜਾ ਸੱਚ ਨੂੰ ਮਿਲ ਗਿਆ, ਬਾਕੀ ਜਿਹਦੇ ਜਿੰਨੇ ਗੁਣ ਨੇ ਭਾਈ ਉਹ ਭੱਜਿਆ ਫਿਰਦਾ। ਤਾਂ ਕਹਿੰਦੇ ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ। ਉਹਦੀ ਉਸਤਤ ਕਰਨੀ ਪਏਗੀ, ਫਿਰ ਉਹ ਨਿਸ਼ਾਨ ਪਤਾ ਲੱਗੇਗਾ। ਗਾਵੇ ਕੋ ਦਾਤ ਜਾਣੇ ਨਿਸ਼ਾਨ। ਜਿਵੇਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੱਡਾ ਨਿਸ਼ਾਨ ਸਾਹਿਬ ਲਾਉਂਦੇ ਆ ਨਾ, ਇਸੇ ਤਰੀਕੇ ਸਾਡੇ ਘਰ ਦੀ ਨਿਸ਼ਾਨੀ ਹੈ ਵੀ ਜਿਵੇਂ ਆਪਾਂ ਦੂਰੋਂ ਪਿੰਡ 'ਚ ਦੇਖਦੇ ਹਾਂ ਵੀ ਉੱਥੇ ਨਿਸ਼ਾਨ ਸਾਹਿਬ ਆ, ਗੁਰਦੁਆਰਾ ਸਾਹਿਬ ਹੋਣਗੇ, ਇਵੇਂ ਸੁੰਨ 'ਚ ਬੈਠਦੇ ਆ। ਸਾਡੇ ਘਰ ਦੇ ਵਿੱਚੋਂ ਨਿਸ਼ਾਨੀ ਹੈ ਵੀ ਜਦੋਂ ਘਰ ਦੇ ਸੁੰਨ 'ਚ ਬੈਠਦੇ ਆ ਨਾ ਤੇ ਉੱਚੀ ਸਾਰੀ ਫਿਰ ਅੰਦਰੋਂ ਨਾਦ ਦੀ ਆਵਾਜ਼ ਆਉਂਦੀ ਹੈ। ਫਿਰ ਉਹ ਸੁਰਤੀ ਗੱਲ ਪਕੜ ਜਾਂਦੀ ਹੈ ਵੀ ਨਾਦ ਦੀ ਆਵਾਜ਼ ਇੱਧਰੋਂ ਆ ਰਹੀ ਹੈ, ਇੱਧਰ ਹੋਊਗਾ 10ਵਾਂ ਘਰ। ਜਿਵੇਂ ਇੱਥੇ ਬਾਹਰ ਨਿਸ਼ਾਨ ਸਾਹਿਬ ਲੱਗਾ ਹੁੰਦਾ ਨਾ ਲੋਹੇ ਦਾ, ਇਵੇਂ 10ਵੇਂ ਦੁਆਰ ਦੇ ਬਾਹਰ ਅਨਹਦ ਬਾਣੀ ਦੀ ਝਣਕਾਰ ਪੈ ਰਹੀ ਹੈ। ਜਦੋਂ ਸੁੰਨ ਦੇ ਵਿੱਚ ਬੈਠੋਗੇ ਫਿਰ ਪਤਾ ਲੱਗ ਜਾਂਦਾ ਵੀ ਆਵਾਜ਼ ਇੱਥੋਂ ਆ ਰਹੀ ਹੈ, ਸਾਹਮਣੇ ਆ ਰਹੀ ਹੈ ਆਵਾਜ਼, ਇੱਧਰ ਹੈ ਨਿਸ਼ਾਨ। ਕਹਿੰਦਾ ਜਿਹੜਾ ਫਿਰ ਦਾਤਾਂ ਗਾਵੇਗਾ, ਉਹਦੀ ਉਸਤਤ ਕਰੇਗਾ, ਉਹਨੂੰ ਹੀ ਨਿਸ਼ਾਨ ਦਾ ਪਤਾ ਲੱਗਣਾ। ਗਾਵੇ ਕੋ ਦਾਤ ਜਾਣੇ ਨਿਸ਼ਾਨ, ਨਿਸ਼ਾਨ ਹੋ ਗਿਆ ਉਹ ਸ਼ਬਦ। ਗਾਵੇ ਕੋ ਗੁਣ ਵਡਿਆਈਆਂ ਚਾਰ, ਜਿਹੜਾ ਮਾਲਕ ਦੇ ਗੁਣ ਗਾਵੇਗਾ ਉਹਨੂੰ ਚਾਰੇ ਪਦਾਰਥ ਦੇਊਂਗਾ। ਕਹਿੰਦੇ ਮੈਂ ਗਾਵੇ ਕੋ ਗੁਣ ਵਡਿਆਈਆਂ ਚਾਰ, ਗੁਣ ਹੀ ਗਾਉਣੇ ਨੇ। ਆ ਗੁਣ ਗਾ ਰਹੇ ਆ ਆਪਾਂ ਉਹਦੇ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਹੋ ਚਿੰਤ ਵਸੇ ਸੁਖ ਨਾਲ, ਸਾਸ ਗਰਾਸ ਹਰ ਨਾਮ ਸਮਾਲ। ਸਾਸ ਗਰਾਸ ਸਿਮਰਨ ਕਰੂਗਾ, ਮਾਲਕ ਦੀ ਉਸਤਤ ਕਰੂਗਾ, ਉਹਨੂੰ ਚਾਰੇ ਵਡਿਆਈਆਂ ਦਊਂਗਾ ਮੈਂ। ਗਾਵੇ ਕੋ ਵਿਦਿਆ ਵਿਖਮ ਵਿਚਾਰ, ਜਿਹੜਾ ਫਿਰ ਗੁਰਮਤ ਮੁਤਾਬਕ, ਵਿਦਿਆ ਕਹਿ ਦਿੱਤੀ ਇੱਥੇ ਜਿਹੜੀ ਪੂਰਾ ਗੁਰੂ ਦੱਸਦਾ। ਜਿਵੇਂ ਗੁਰਬਾਣੀ ਗੁਰੂ ਦੀ ਵਿਦਿਆ ਜਿਵੇਂ ਆਪਾਂ ਗਾਵਾਂਗੇ, ਫਿਰ ਵਿਖਮ ਵਿਚਾਰ, ਫਿਰ ਵਿਖਿਆ ਦੇ ਵਿਚਾਰ ਫਿਰ ਖਤਮ ਹੋਣੇ ਆ ਜਦੋਂ ਗੁਰਬਾਣੀ ਦੁਆਰਾ ਤੁਸੀਂ ਚੱਲੋਗੇ। ਗੁਰਬਾਣੀ ਨੂੰ ਗਾਓਗੇ, ਗੁਰਬਾਣੀ ਨੂੰ ਮਨ 'ਚ ਵਸਾਓਗੇ, ਫਿਰ ਵਿਚਾਰਾਂ ਦੇ ਵਿੱਚੋਂ ਮੈਲ ਉਤਰ ਕੇ ਤੇ ਸੱਚ ਦੇ ਵਿਚਾਰ ਬਣਨੇ ਆ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰਦੇ। ਹੁਣ ਕਹਿੰਦੇ ਕੋਈ ਗਾ ਰਿਹਾ ਪਰ ਗੁਰਮਤ ਦੁਆਰਾ ਨਹੀਂ ਗਾ ਰਿਹਾ, ਮਾਲਕ ਨੂੰ ਗਾ ਕੇ ਵੀ ਵਾਰ-ਵਾਰ ਜਨਮ ਦੇ ਵਿੱਚ ਆ ਰਿਹਾ। ਮਾਲਕ ਨੂੰ ਵੀ ਗਾਈ ਜਾ ਰਿਹਾ ਪਰ ਜੂਨ ਨਹੀਂ ਖਤਮ ਹੁੰਦੀ ਪਈ। ਜਿੰਨੀ ਗੁਰਮੁਖ, ਕਹਿੰਦੇ ਗੁਰਮੁਖ ਤਾਂ ਹੋ ਗਿਆ, ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ, ਜਨਮ ਮਰਨ ਦੇ ਵਿੱਚ ਹੈ। ਗਾਵੇ ਕੋ ਜੀ ਲੈ ਫਿਰਦੇ, ਪਰ ਕਹਿੰਦੇ ਗਾਵੇ ਕੋ ਜਾਪੈ ਦਿਸੈ ਦੂਰ। ਕਹਿੰਦੇ ਗਾਈ ਵੀ ਜਾ ਰਿਹਾ, ਦੇਹੀ ਵੀ ਖਤਮ ਹੋ ਰਹੀ ਹੈ, ਮਾਲਕ ਨੂੰ ਉਸਤਤ ਵੀ ਕਰੀ ਜਾ ਰਿਹਾ ਪਰ ਮਾਲਕ ਦਿਖਦਾ ਹੀ ਬਹੁਤ ਦੂਰ ਹੈ ਉਹਨਾਂ ਨੂੰ। ਅਕਾਲ ਪੁਰਖ ਦੇ ਗੁਣ ਗਾਉਣੇ ਤੇ ਫਿਰ ਕਹਿ ਦੇਣਾ ਜੀ ਪਤਾ ਨਹੀਂ ਕਿੱਥੇ ਗਏ ਹੋ, ਬਿਨਾਂ ਵੇਖੇ ਹੀ ਗੁਣ ਗਾਈ ਜਾ ਰਹੇ ਹਾਂ, ਕਲਪਨਾ ਦੁਆਰਾ ਅਸੀਂ ਗੁਣ ਗਾ ਰਹੇ ਹਾਂ। ਗਾਵੇ ਕੋ ਵੇਖੈ, ਪਰ ਇੱਕ ਗੁਰਮੁਖ ਹੈ ਉਹ ਗੁਣ ਗਾਉਂਦਾ, ਉਹ ਕਹਿੰਦਾ ਗਾਵੇ ਕੋ ਵੇਖੇ ਹਾਦਰਾ ਦੂਰ। ਕਹਿੰਦਾ ਦੂਰ ਕਿੱਥੇ, ਆਹ ਦੂਰ ਹੈ। ਇੱਕ ਐਸੇ ਵੀ ਗੁਰਮੁਖ ਹੁੰਦੇ ਨੇ ਜੋ ਸੱਚ ਦੀ ਵਡਿਆਈ ਤਾਂ ਕਰਦੇ ਨੇ ਪਰ ਉਹ ਮਾਲਕ ਨੂੰ ਬਹੁਤ ਦੂਰ ਸਮਝਦੇ ਨੇ। ਪਰ ਇੱਕ ਐਸੇ ਵੀ ਗੁਰਮੁਖ ਨੇ, ਉਹ ਕਹਿੰਦੇ ਗੁਣ ਕਿੱਥੇ ਗਾਉਣੇ ਨੇ, ਆ ਖੜਾ ਜੇ ਸਾਹਮਣੇ, ਉਹਦੇ ਵਿੱਚ ਹੀ ਤਾਂ ਬੈਠੇ ਆ ਆਪਾਂ। ਕਥਨਾ ਕਥੀ ਨਾ ਆਵੇ ਤੋਟ, ਕਹਿੰਦੇ ਕਥਨ ਜਿੰਨਾ ਮਰਜ਼ੀ ਕਰ ਲਓ, ਜਿੰਨੀ ਮਰਜ਼ੀ ਕਥਾ ਕਰ ਲਓ, ਜਿੰਨੀ ਮਰਜ਼ੀ ਇਕੱਥ ਦਾ ਗਿਆਨ ਕਰ ਲਓ, ਖਤਮ ਨਹੀਂ ਹੁੰਦਾ ਇਹ। ਕਥ ਕਥ ਕਥੀ ਕੋਟੀ ਕੋਟ ਕੋਟ, ਕਹਿੰਦੇ ਇੰਨੇ ਯੋਗ ਹੋ ਗਏ ਨੇ, ਬਹੁਤੇ ਆਏ ਤੇ ਬਹੁਤੇ ਗਏ। ਉਹਦੀਆਂ ਉਸਤਤ ਕਰਕੇ ਚਲੇ ਗਏ ਨੇ ਕੋਟੀ ਕੋਟ ਕੋਟ, ਕਰੋੜਾਂ ਦੇ ਕਰੋੜ। ਜੁਗਾ ਜਗੰਤਰ ਖਾਈ ਖਾਏ, ਜੁਗਾ ਜਗੰਤਰ ਹੋ ਗਏ ਨੇ, ਅਕਾਲ ਪੁਰਖ ਦਾ ਹੀ ਦਿੱਤਾ ਖਾ ਰਹੇ ਆ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਬੇਪਰਵਾਹੋ। ਦੋ ਰਸਤੇ ਉਹਨੇ ਚਲਾਏ ਨੇ, ਹੁਕਮ ਦੇ ਵਿੱਚ ਚਲਾਏ ਨੇ। ਇੱਕ ਨਾਮ ਦਾ ਰਸਤਾ ਹੈ, ਇੱਕ ਤੇ ਤ੍ਰੈਗੁਣ ਦਾ ਰਸਤਾ ਹੈ। ਦੋ ਰਸਤੇ ਚਲਾ ਕੇ ਖੁਦ ਉਹ ਬੇਪਰਵਾਹੀ ਦੇ ਵਿੱਚ ਬੈਠਾ ਹੈ। ਆਪਾਂ ਤਾਂ ਪਰਵਾਹ ਕਰਦੇ ਆ ਨਾ, ਪਰ ਅਕਾਲ ਪੁਰਖ ਦੋਨੋਂ ਰਸਤੇ ਆਪਦੀ ਸਾਰੀ ਸ੍ਰਿਸ਼ਟੀ ਸਾਜ ਕੇ ਖੁਦ ਬੇਪਰਵਾਹ ਹੈ। ਫਿਰ ਕਹਿੰਦੇ ਨੇ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਪਾਰ। ਸੱਚਾ ਹੀ ਉਹ ਮਾਲਕ ਹੈ, ਸੱਚਾ ਹੀ ਉਹਦਾ ਨਾਮ ਹੈ, ਪਰ ਕਹਿੰਦੇ
ਭਾਖਿਆ ਭਾਉ ਅਪਾਰ, ਇੱਥੇ ਪਿਆਰ ਇਕੱਠਾ ਕਰਨਾ ਪਏਗਾ, ਪਿਆਰ ਦੁਆਰਾ ਤੁਸੀਂ ਉਹਨੂੰ ਲੱਭ ਸਕਦੇ ਹੋ। ਭਾਖਿਆ ਭਾਉ ਅਪਾਰ, ਇੰਨੇ ਵੱਡੇ ਅਪਾਰ ਨੂੰ ਤੁਸੀਂ ਪਿਆਰ ਦੁਆਰਾ ਜਿੱਤ ਸਕਦੇ ਹੋ। ਆਖੈ ਮੰਗੈ ਦੇਹ ਦੇਹ, ਦਾਤ ਕਰੇ ਦਤਾਰ। ਸਾਰੀ ਸ੍ਰਿਸ਼ਟੀ ਉਹਦੇ ਤੋਂ ਮੰਗੀ ਜਾ ਰਹੀ ਹੈ, ਉਹ ਦਿੱਤੀ ਜਾ ਰਿਹਾ। ਜੋ ਜਿਵੇਂ ਦਾ ਮੰਗਦਾ ਉਹਨੂੰ ਉਵੇਂ ਦਾ ਦਿੱਤੀ ਜਾ ਰਿਹਾ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਫਿਰ ਜਦੋਂ ਦੇ ਹੀ ਮਾਲਕ ਰਿਹਾ ਹੈ, ਫਿਰ ਤੁਸੀਂ ਉਹਨੂੰ ਕੀ ਦੇ ਸਕਦੇ ਹੋ? ਜਾਂ ਜਿਹਨੂੰ ਫਿਰ ਮਾਲਕ ਹੀ ਪ੍ਰਗਟ ਹੋ ਗਿਆ, ਜਾਂ ਜਿਹਨੂੰ ਮਾਲਕ ਦਾ ਦਰ ਪਤਾ ਲੱਗ ਗਿਆ, ਉਹ ਮਾਲਕ ਨੂੰ ਕੀ ਦੇ ਸਕਦਾ ਹੈ? ਇਹ ਵੀ ਸਵਾਲ। ਹੁਣ ਸਾਰੇ ਖੇਲ, ਸਾਰੇ ਆ ਜਿੰਨਾ ਤ੍ਰੈਗੁਣ ਹੈ, ਚੌਥਾ ਪਦ ਦਿੰਦਾ ਤਾਂ ਮਾਲਕ ਪਿਆ। ਹੁਣ ਭਗਤਾਂ ਨੂੰ ਵੀ ਅੰਮ੍ਰਿਤ ਰਸ ਮਾਲਕ ਹੀ ਦਿੰਦਾ ਹੈ, ਆਪ ਤਾਂ ਨਹੀਂ ਲਿਆਉਂਦੇ। ਉਹ ਨਾਮ ਵੀ ਮਾਲਕ ਦਿੰਦਾ, ਤ੍ਰੈਗੁਣ ਦਾ ਪਦਾਰਥ ਕਾਲ ਰਾਹੀਂ ਮਾਲਕ ਦਿੰਦਾ। ਫਿਰ ਮਾਲਕ ਨੂੰ ਤੁਸੀਂ ਕੀ ਦੇ ਸਕਦੇ ਹੋ? ਦੱਸੋ। ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸੀ, ਕਹਿੰਦੇ ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇ। ਫਿਰ ਆਪਾਂ ਹੀ ਦੇ ਸਕਦੇ ਹਾਂ ਅਸੀਂ ਉਹਨੂੰ, ਵੀ ਜਿਵੇਂ ਤੂੰ ਕਹੇਂਗਾ, ਜੋ ਤੁਧ ਭਾਵੈ ਸਾਈ ਭਲੀ ਕਾਰ। ਠੀਕ ਹੈ ਨਾ ਜੀ। ਫੇਰ ਕੇ ਅੱਗੇ ਰੱਖਿਆ ਜਿਤ ਦਿਸੈ ਦਰਬਾਰ। ਮਾਲਕ ਨੂੰ ਅਸੀਂ ਆਪਾ ਦੇ ਸਕਦੇ ਹਾਂ, ਹੋਰ ਮਾਲਕ ਨੂੰ ਅਸੀਂ ਕੁਝ ਨਹੀਂ ਦੇ ਸਕਦੇ। ਨਾ ਧੂਫ ਬੱਤੀ ਨਾਲੋਂ ਖੁਸ਼ ਹੋਵੇ, ਨਾ ਅਗਰਬੱਤੀਆਂ ਨਾਲ, ਨਾ ਪੈਸੇ ਨਾਲ, ਨਾ ਰਮਾਲਿਆਂ ਨਾਲ, ਨਾ ਚੰਦੋਇਆਂ ਨਾਲ, ਨਾ ਮੰਦਰਾਂ ਨਾਲ, ਨਾ ਮਸਜਿਦਾਂ ਨਾਲ, ਨਾ ਪੱਥਰ ਨਾਲ, ਕਿਸੇ ਨਾਲ ਨਹੀਂ ਖੁਸ਼ ਹੁੰਦਾ। ਦੇ ਹੀ ਹੋ ਰਿਹਾ, ਤੁਸੀਂ ਉਹਨੂੰ ਕੀ ਦਿਓਗੇ? ਆਦੇ ਸਵਾਸਾਂ ਦਾ ਦਸਵੰਧ ਕੱਢਦੇ ਹਾਂ ਜੀ ਅਸੀਂ 2.5 ਘੰਟੇ, ਤੇ ਸਵਾਸ ਮਾਲਕ ਦੇ ਰਿਹਾ। ਜਿਹੜਾ ਚੀਜ਼ ਦੇ ਰਿਹਾ, ਜਦੋਂ ਤੁਸੀਂ ਹੋਵੇ ਆਪ ਦੇ ਸਵਾਸ ਆਪ ਬਣਾ ਰਹੇ ਹੋ। ਜੇ ਤਾਂ ਤੁਹਾਡੀ ਚੀਜ਼ ਹੈ, ਫਿਰ ਆਪਦੀ ਚੀਜ਼ ਸੇਵਿੰਗ ਦੇ ਵਿੱਚੋਂ ਦਸਵੰਧ ਕੱਢਿਆ ਜਾਂਦਾ। ਉਹ ਤਾਂ ਦੇ ਹੀ ਮਾਲਕ ਰਿਹਾ, ਉਹਨੂੰ ਦਸਵੰਧ ਤੁਸੀਂ ਕੀ ਦਿਓਗੇ? ਸਵਾਸ ਤੁਹਾਡੇ ਆਪ ਦੇ ਹੋਣ ਤਾਂ ਉਹਦਾ ਦਸਵੰਧ ਨਿਕਲੇ 2 ਘੰਟੇ 2.5 ਘੰਟੇ, ਦਿੰਦਾ ਤਾਂ ਮਾਲਕ ਪਿਆ। ਦਿੰਦਾ ਸਾਸ ਗਰਾਹਾ ਹੈ, ਤੇ ਉਹਦੀ ਦਿੱਤੀ ਹੋਈ ਚੀਜ਼ ਚੋਂ ਉਹਨੂੰ ਹੀ ਕਹਿੰਦੇ ਲੈ 2.5 ਘੰਟੇ ਤੂੰ ਪੁੱਠੇ ਲੈ ਲੈ, ਤੇ ਦਿੰਦਾ ਤਾਂ ਉਹ ਪਿਆ ਤੈਨੂੰ। ਫਿਰ ਕੇ ਅੱਗੇ ਰੱਖੀਏ ਜਿਤ ਦਿਸੈ ਦਰਬਾਰ। ਜਦੋਂ ਖੇਲ ਹੀ ਪਤਾ ਲੱਗ ਗਿਆ ਮਾਲਕ ਹੈ, ਫਿਰ ਕੀ ਦੇਊਂਗਾ? ਫਿਰ ਕਹਿੰਦਾ ਮੈਂ ਤੇਰਾ ਚਾਕਰ ਹੋ ਗਿਆ। ਆ ਜਿਹੜੀ ਮੇਰੀ ਹਉਮੈ ਆ ਨਾ, ਇਹ ਖਤਮ ਕਰ ਦੇ। ਮੇਰੀ ਹਉਮੈ ਹੀ ਤੂੰ ਲੈ ਲੈ। ਤੇ ਫਿਰ ਕਹਿੰਦਾ ਹਉਮੈ ਤੇਰੀ ਮੈਂ ਲੈ ਲਈ, ਤੂੰ ਕਹਿੰਦਾ ਮੈਂ ਤੇਰਾ। ਹਉਮੈ ਹੀ ਮਾਲਕ ਲੈਂਦਾ ਹੁੰਦਾ, ਹੋਰ ਕੋਈ ਦੂਜਾ ਹਉਮੈ ਨੂੰ ਰੱਖ ਹੀ ਨਹੀਂ ਸਕਦਾ। ਹਉਮੈ ਮਾਲਕ ਦੇ ਕੋਲ ਖਤਮ ਹੁੰਦੀ। ਕਹਿੰਦੇ ਆ ਸਾਡੀ ਹਉਮੈ ਸੀ ਜੀ। ਕਹਿੰਦੇ ਫੇਰ ਕਹਿੰਦੇ ਤੁਸੀਂ ਰੱਖ ਲਓ। ਸੀਸ ਵੱਢ ਕੇ ਦੇਤਾ, ਕਹਿੰਦੇ ਸਾਨੂੰ ਆਪਦੇ ਚਾਕਰ ਬਣਾ ਲਓ। ਠੀਕ ਹੈ ਜੀ। ਕਹਿੰਦੇ ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਐਸੇ ਬੋਲ ਬੋਲੋ ਜਿਹੜਾ ਮਾਲਕ ਤੁਹਾਡੇ ਨਾਲ ਪਿਆਰ ਪਾਵੇ। ਬੋਲ ਹੀ ਬੋਲਣਾ। ਕਹਿੰਦੇ ਬੋਲ ਦੁਆਰਾ ਮਾਲਕ ਮਿਲ ਜਾਏਗਾ। ਤੇ ਮਨਮੁਖ ਨੂੰ ਬੋਲ ਨਹੀਂ ਪਤਾ ਹੁੰਦਾ। ਬੋਲ ਨਾ ਜਾਣੇ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੇ। ਤੇ ਬੋਲ ਹੀ ਬੋਲਣਾ। ਕਿਹੜਾ ਬੋਲ ਹੈ ਉਹ? ਵਾਹ ਗੁਰੂ ਵਾਹ ਗੁਰੂ। ਕਰੋ ਅਭਿਆਸ। ਵਾਹ ਗੁਰੂ 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 ਵਾਹ ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਕਰਕੇ ਇਹ ਮੂੰਹ ਦੇ ਬੋਲ ਬੋਲਣੇ ਨੇ ਤੇ ਇਹਨਾਂ ਨੂੰ ਸੁਣਨਾ ਹੈ ਤੇ ਪਿਆਰ ਦੁਆਰਾ। ਮੂੰਹ ਕੇ ਬੋਲਣ ਬੋਲੀਏ ਜਿਤ ਸੁਣੋ ਧਰੇ ਪਿਆਰ। ਪਿਆਰ ਕਰਨਾ ਹੈ, ਪਿਆਰ ਦੁਆਰਾ ਬੋਲਣਾ, ਫਿਰ ਮਾਲਕ ਖੁਸ਼ ਹੁੰਦਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਜਦੋਂ ਸੱਚੇ ਨਾਮ ਦੀ ਵਡਿਆਈ ਅਸੀਂ ਸ਼ੁਰੂ ਕਰ ਦਿੰਦੇ ਹਾਂ, ਉਹੀ ਅੰਮ੍ਰਿਤ ਵੇਲਾ ਹੈ। ਆਹ ਹੁਣ ਅੰਮ੍ਰਿਤ ਵੇਲਾ ਹੀ ਹੈ, ਕੋਈ ਇੱਕ ਸਪੈਸ਼ਲ ਨਹੀਂ ਦਿੱਤਾ। ਜਿੱਥੇ ਸਪੈਸ਼ਲ ਗੱਲ ਕੀਤੀ ਗਈ ਹੈ 3 ਤੋਂ 6 ਵਾਲੇ ਸਮੇਂ ਤੇ, ਉਹਨੂੰ ਅੰਮ੍ਰਿਤ ਵੇਲਾ ਨਹੀਂ, ਉਹਨੂੰ ਮਹਾਰਾਜ ਨੇ ਪ੍ਰਭਾਤ ਕਿਹਾ। ਪ੍ਰਭਾਤੇ ਉੱਠ ਨਾਮ ਜਪ ਨਿਸਬਾਸਰ ਰਾਤ। ਉੱਥੇ ਕਿਹਾ ਪ੍ਰਭਾਤ ਵੇਲੇ ਉੱਠ ਕੇ ਨਾਮ ਜਪਿਆ ਕਰੋ ਤੇ ਨਿਸਬਾਸਰ ਦਿਨ ਰਾਤ ਜਪੀ ਜਾਇਆ ਕਰੋ। ਪ੍ਰਭਾਤ ਕਿਹਾ ਜਾਂ ਪਿਛੜ ਪੈਰ ਕਿਹਾ ਜਾਂ ਚੌਥਾ ਪੈਰ ਕਿਹਾ। ਚੌਥੇ ਪੈਰੇ ਸੁਰਤਿਆਂ ਉਪਜਿਆ ਚਾਉ ਆਉਂਦੀ ਇੱਕ ਭਗਤੀ। ਸੋ ਜਿੱਥੇ ਅੰਮ੍ਰਿਤ ਵੇਲਾ ਕਿਹਾ ਉਹ ਕਿਹਾ ਜਦੋਂ ਵੀ ਬਸ ਉਸਤਤ ਸ਼ੁਰੂ ਹੋਏ ਉਹ ਅੰਮ੍ਰਿਤ ਵੇਲਾ ਹੀ ਹੈ। ਉਹ ਪ੍ਰਭਾਤ ਉਹ 3 ਤੋਂ 6 ਵਾਲੇ ਨੂੰ ਪ੍ਰਭਾਤ ਕਹਿੰਦੇ ਨੇ ਤੇ ਉਹਦਾ ਮਹੱਤਵ ਹੈ ਵੀ ਪ੍ਰਭਾਤੇ ਉੱਠ ਕੇ ਹੀ ਆਪਾਂ ਨਾਮ ਜਪਣਾ ਹੁੰਦਾ ਹੈ, ਕਿਉਂਕਿ ਉਸ ਸਮੇਂ ਆਕਸੀਜਨ ਦੀ ਮਾਤਰਾ ਆਮ ਸਮੇਂ ਨਾਲੋਂ ਜ਼ਿਆਦਾ ਹੁੰਦੀ ਹੈ। ਇੱਕ ਉਦੋਂ ਹਜੇ ਆ ਵਿਖਿਆ ਦੇ ਕਾਰਜ ਕਰਮ ਸ਼ੁਰੂ ਨਹੀਂ ਹੁੰਦਾ, ਸਵੇਰੇ ਜਿਹੜਾ ਮਨ ਛੇਤੀ ਲੱਗ ਜਾਂਦਾ ਹੈ। ਔਰ ਆਮ ਤੌਰ 'ਤੇ ਜੇ ਕਹਿ ਦਈਏ 3 ਵਜੇ ਹੀ ਆਮ ਤੋਂ ਸੰਜੋਗ ਆਪਣਾ ਦੇਈ ਨਾਲ ਹੋ ਜਾਂਦਾ ਹੈ। ਔਰ ਜਿਹੜੇ ਗੁਰਮੁਖ ਨੇ ਉਹ ਸਭ ਤੋਂ ਪਹਿਲਾਂ ਕਾਰਜ ਜਿਹੜਾ ਇਹ ਹੀ ਸੰਭਾਲਦੇ ਨੇ, ਇੱਕ ਪੈਰ ਲਾਉਂਦੇ ਨੇ। ਪਰ ਇੱਥੇ ਅੰਮ੍ਰਿਤ ਵੇਲਾ ਸੱਚ ਨਾਉ, ਜਦੋਂ ਨਾਮ ਦੇ ਵਿੱਚ ਧਿਆਨ ਧਰ ਕੇ ਵਡਿਆਈ ਕਰਨੀ ਸ਼ੁਰੂ ਕਰਤੀ, ਗੁਰਮੰਤਰ ਦੀ, ਸ਼ਬਦ ਦੀ ਆ ਸਿਮਰਨ ਸ਼ੁਰੂ ਕਰਤਾ, ਉਹ ਅੰਮ੍ਰਿਤ ਵੇਲਾ ਹੀ ਹੈ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਕਹਿੰਦੇ ਨੇ ਜਿਹੜੀ ਮਾਨਸ ਜਾਮਾ ਹੈ ਇਹ ਬਹੁਤ ਜ਼ਿਆਦਾ ਕਰਮਾਂ ਦੇ ਨਾਲ ਮਿਲਦਾ, ਬਹੁਤ ਵੱਡੇ ਭਾਗ ਨੇ। ਫਿਰ ਇਹਦੇ ਵਿੱਚ ਤੁਸੀਂ ਜੇ ਮਾਲਕ ਦੀ ਨਜ਼ਰ ਦੇ ਵਿੱਚ ਆ ਗਏ ਫਿਰ ਮੋਖ ਦੁਆਰ ਮਿਲਣਾ, ਜਿਹਨੂੰ ਇੱਕ ਜਗ੍ਹਾ ਤੇ ਜਪਜੀ ਸਾਹਿਬ ਜੀ ਕਿਹਾ ਬੰਦ ਖਲਾਸੀ ਭਾਣੇ ਹੋਏ। ਜਦੋਂ ਭਾਣੇ 'ਚ ਆ ਜਾਓਗੇ ਨਾ ਫਿਰ ਇਹ ਕਰਮ ਪ੍ਰਮਾਣ ਹੋਣੇ ਨੇ, ਨਹੀਂ ਤਾਂ ਕੀਤੇ ਕਰਾਏ ਕਰਮ ਬਿਰਥੇ ਚਲੇ ਜਾਂਦੇ ਨੇ। 70 80 ਸਾਲ ਭੋਗ ਕੇ ਪ੍ਰਮਾਣ ਤਾਂ ਹੋਏ ਨਹੀਂ ਤੇ ਉਹ ਸਾਰੇ ਕਰਮਾਂ ਨੂੰ ਅੱਗ ਲੱਗ ਗਈ। ਸਾਰਾ ਇਕੱਠਾ ਵੀ ਕੀਤਾ, ਕਮਰਾ ਵੀ ਪੈਸਿਆਂ ਦਾ ਭਰਿਆ, ਪਰ ਉਹ ਸਾਰੇ ਜੂਏ 'ਚ ਹੀ ਉਡਾਤੇ। ਸੋ ਜੇ ਸਰੀਰ ਲੈ ਕੇ ਕਰਮ ਵੀ ਇਕੱਠੇ ਕੀਤੇ, ਇੰਨੇ ਯੁਗਾਂ ਦੀ ਭਗਤੀ ਵੀ ਜੋੜੀ, ਫਿਰ ਮਾਨਸ ਜਾਮਾ ਮਿਲਿਆ, ਫਿਰ ਉਹਦੇ 'ਚ ਮੋਖ ਦੁਆਰ ਤਾਂ ਮਿਲਿਆ ਨਹੀਂ। ਉਹ ਕੀਤੇ ਕਰਾਏ ਕਰਮ ਹੀ ਸੜ ਗਏ ਸਾਰੇ। ਕੀ ਫਾਇਦਾ ਜੇ 100 ਵਰਿਆਂ ਜੀਵਨ ਖਾਣ ਖਸਮ ਪਛਾਣੇ ਸੋ ਦਿਨ ਪ੍ਰਵਾਨ। ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰ। ਕਹਿੰਦੇ ਇਹ ਚੀਜ਼ ਨੂੰ ਮਨ ਦੇ ਵਿੱਚ ਵਸਾ ਕੇ ਚੱਲਿਆ ਜੇ ਵੀ ਜਿੰਨਾ ਹੈ ਉਹ ਅਕਾਲ ਪੁਰਖ ਦਾ ਆਪਦਾ ਹੀ ਖੇਡ ਹੈ, ਫਿਰ ਹਉਮੈ ਨਹੀਂ ਆਉਂਦੀ। ਫਿਰ ਕਹਿੰਦੇ ਨੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਨਾ ਤਾਂ ਉਹ ਥਾਪਿਆ ਜਾਂਦਾ ਤੇ ਨਾ ਉਹ ਕੀਤਾ ਜਾਂਦਾ। ਠੀਕ ਹੈ ਜੀ। ਕੀਤਾ ਮਤਲਬ ਆਪਾਂ ਕਹਿੰਦੇ ਆ ਆਵਤ ਕਿੰਨੇ ਨਾ ਰੋਕਿਆ ਜਾਵਤ ਨਾ ਰੱਖਿਆ ਜਾਏ। ਨਾ ਤਾਂ ਜੰਮਦੇ ਬੱਚੇ ਨੂੰ ਰੋਕ ਸਕਦੇ ਆ ਤੇ ਨਾ ਤੁਸੀਂ ਮਰਨ ਤੋਂ ਕਿਸੇ ਨੂੰ ਰੋਕ ਸਕਦੇ ਹੋ। ਦਵਾਈ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਦੁੱਖ ਦਰਦ ਦੀ ਹੁੰਦੀ ਹੈ, ਮੌਤ ਦੀ ਦਵਾਈ ਨਹੀਂ ਅੱਜ ਤੱਕ ਕਿਸੇ ਨੇ ਬਣਾਈ। ਦਵਾਈ ਨਾਲ ਮੌਤ ਨਹੀਂ ਰੁਕਦੀ, ਟੀਕਿਆਂ ਨਾਲ ਮੌਤ ਨਹੀਂ ਰੁਕਦੀ, ਡ੍ਰਿਪ ਲਵਾ ਕੇ ਮੌਤ ਨਹੀਂ ਰੁਕਦੀ। ਰੋਗ ਸੈੱਟ ਹੋ ਸਕਦਾ ਹੈ ਸਰੀਰਕ ਤੱਤਾਂ ਦਾ ਬੈਲੈਂਸ, ਪਰ ਜਦੋਂ ਮੌਤ ਹੀ ਆ ਗਈ, ਨਾ ਡ੍ਰਿਪ ਕੰਮ ਕਰੇ, ਨਾ MBBS, ਨਾ DCH, ਨਾ ਕੋਈ, ਸਭ ਫੇਲ। ਕਿਉਂਕਿ ਮੌਤ ਦੀ ਦਵਾਈ ਦੱਸੋ ਜੀ ਅੱਜ ਤੱਕ ਬਣਾਈ ਕਿਸੇ ਨੇ? ਜੇ ਹੁੰਦੀ ਡਾਕਟਰ ਹੀ ਨਾ ਮਰਦੇ। ਡਾਕਟਰ ਤਾਂ ਖੁਦ ਮਰਦਾ, ਉਹੀ ਡਾਕਟਰ ਸਾਰੀ ਉਮਰ ਪਰਹੇਜ਼ ਦੱਸੀ ਜਾਂਦਾ, ਇੱਕ ਦਿਨ ਉਹ ਆਪ ਵੀ ਮਰਦਾ। ਜੇ ਪਰਹੇਜ਼ ਹੀ ਕਰਨੇ ਹੁਣ ਤਾਂ ਡਾਕਟਰ ਪਰਹੇਜ਼ਾਂ ਦੁਆਰਾ ਬਚਣ ਤੇ ਡਾਕਟਰ ਬਚ ਜਾਣ। ਕੋਈ ਡਾਕਟਰ ਸਾਡੇ ਪਿੰਡ ਡਾਕਟਰ ਸੀਗਾ, ਪਿਛਲੇ ਸਾਲ ਹੀ ਮੈਂ ਗੱਲ ਸੁਣਾਈ, ਉਹ ਹਾਰਟ ਪੇਸ਼ੈਂਟ ਨੂੰ ਟੀਕਾ ਲਾਉਣ ਗਿਆ, ਉਹਦੇ ਉੱਤੇ ਡਿੱਗ ਪਿਆ, ਡਾਕਟਰ ਮਰ ਗਿਆ। ਉਹ ਹਾਰਟ ਪੇਸ਼ੈਂਟ ਨੂੰ ਟੀਕਾ ਲਾਉਂਦੇ ਇੱਕਦਮ ਅਟੈਕ ਆ ਗਿਆ, ਉੱਤੇ ਡਿੱਗ ਗਿਆ। ਉਹ ਹਾਰਟ ਵਾਲੇ ਨੂੰ ਛੱਡਿਆ, ਪਹਿਲਾਂ ਡਾਕਟਰ ਚੱਕ ਕੇ ਲਗਾਇਆ। ਸੋ ਡਾਕਟਰਾਂ ਦੇ ਹੱਥ ਥੋੜ੍ਹੀ ਨਾ ਮੌਤ ਹੁੰਦੀ ਆ। ਇਹ ਤਾਂ ਇੱਕ ਮਨ ਨੂੰ ਤਸੱਲੀ ਹੈ ਵੀ ਚਲੇ ਜੋ ਠੀਕ ਹੈ। ਕਈ ਵਾਰੀ ਕੋਈ ਐਸਾ ਸਿੱਟ ਬੈਠ ਜਾਂਦਾ। ਮੌਤ ਦੀ ਕੋਈ ਦਵਾਈ ਨਹੀਂ ਹੁੰਦੀ। ਇਸ ਕਰਕੇ ਉਹ ਨਾ ਤਾਂ ਥਾਪਿਆ ਜਾਂਦਾ ਨਾ ਕੀਤਾ ਹੁੰਦਾ। ਮਤਲਬ ਨਾ ਤਾਂ ਅਕਾਲ ਪੁਰਖ ਖੁਦ ਥਾਪੇ ਗਏ ਨੇ, ਨਾ ਉਹਨਾਂ ਦੀ ਖੇਡ ਨੂੰ ਤੁਸੀਂ ਥਾਪ ਸਕਦੇ ਹੋ। ਤੁਸੀਂ ਨਹੀਂ ਕੁਛ ਵੀ ਕਰ ਸਕਦੇ। ਕਹਿੰਦੇ ਸਾਇੰਟਿਸਟਾਂ ਨੇ ਆਹ ਕਰਤਾ ਤੇ ਸਾਇੰਟਿਸਟ ਦੀ ਬੁੱਧੀ ਵਿੱਚ ਵੀ ਮਾਲਕ ਹੀ ਬੈਠਾ ਹੈ। ਉਹਨੇ 2 ਰਸਤੇ ਬਣਾਏ ਨੇ, ਇੱਕ ਮਨਮੁਖ ਦਾ, ਇੱਕ ਗੁਰਮੁਖ ਦਾ। ਤੇ ਮਨਮੁਖ ਦਾ ਰਸਤਾ ਬਣਾ ਕੇ ਤੇ ਬੈਠਾ ਤਾਂ ਮਨਮੁਖ 'ਚ ਆਪ ਹੀ ਹੈ, ਸਵਾਸਤਾ ਸਾਇੰਟਿਸਟ ਨੂੰ ਵੀ ਉਹ ਦੇ ਰਿਹਾ। ਤੇ ਜੇ ਖੋਜ ਸਾਇੰਟਿਸਟ ਨੇ ਕੀਤੀ ਹੈ ਤੇ ਉਹ ਧਾਤ ਦੇ ਮਾਰਗ ਤੇ ਮਾਲਕ ਨੇ ਆਪ ਕੀਤੀ ਹੈ, ਸਾਇੰਟਿਸਟ ਨੇ ਨਹੀਂ ਕੀਤੀ। ਉਹ ਤਾਂ ਧਾਤ ਦੇ ਮਾਰਗ ਤੇ ਆਪ ਸਾਇੰਟਿਸਟ ਬਣਿਆ ਬੈਠਾ। ਤੂੰ ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ। ਕਿਤੇ ਜੋਗੀ ਬਣਿਆ ਬੈਠਾ, ਕਿਤੇ 84 'ਚ ਬੈਠਾ ਹੈ, ਕਿਤੇ ਸੰਤ ਬਣਿਆ ਬੈਠਾ ਹੈ, ਕਿਤੇ ਸਾਧ ਬਣਿਆ ਬੈਠਾ ਹੈ, ਕਿਤੇ ਭੁੱਲਿਆ ਬੈਠਾ ਹੈ ਤੇ ਕਿਤੇ ਜਾਗਿਆ ਬੈਠਾ। ਲਓ ਐਂ ਖੇਡ ਸਮਝ ਗਏ ਤੁਸੀਂ, ਕਿਉਂ ਮਨ 'ਚ ਦੁਬਿਧਾ ਆਵੇਗੀ?
ਫਿਰ ਤੁਸੀਂ ਕੌਣ ਹੋ? ਆ ਸੁਣਦਾ ਕੌਣ ਪਿਆ ਸਾਰਿਆਂ 'ਚ? ਦੱਸੋ, ਤੁਹਾਨੂੰ ਕੌਣ ਸਮਝਾਉਂਦਾ ਪਿਆ ਵੀ ਆ ਕੀ ਕਹਿੰਦਾ ਪਿਆ? ਤੇ ਹਰ ਇੱਕ ਨੂੰ ਅਲੱਗ ਸਮਝਾਉਂਦਾ ਪਿਆ। ਆ ਮੇਰੀ ਇੱਕ ਪੰਕਤੀ ਦਾ ਹੀ ਤੁਸੀਂ ਬਾਹਰ ਜਾ ਕੇ 6 ਜਣੇ ਪੁੱਛਿਆ ਜੇ ਵੀ ਤੈਨੂੰ ਕੀ ਸਮਝ ਆਈ ਹੈ, ਤੁਹਾਡੇ ਛੇਆਂ ਦੇ ਵਿਚਾਰ ਅਲੱਗ ਹੋਣਗੇ। ਜੋ ਜਿਹੜੀ ਅਵਸਥਾ ਦੇ ਵਿੱਚ ਜਿੰਨੀ ਭਗਤੀ ਆ ਉਨੀ ਉਹ ਗੱਲ ਮੇਰੀ ਕੈਚ ਕਰਦਾ ਪਿਆ। ਮੇਰੀ ਕਥਾ ਦਾ ਨਾ ਬਾਹਰ ਜਾ ਕੇ ਤੁਸੀਂ ਇੱਕ ਦੂਜੇ ਨਾਲ ਸਲਾਹ ਕਰਿਆ ਜੀ ਵੀ ਤੈਨੂੰ ਕੀ ਸਮਝ ਆਇਆ, ਤੈਨੂੰ ਅਲੱਗ ਹੋਊਗਾ, ਤੁਹਾਨੂੰ ਅਲੱਗ ਹੋਊਗਾ। ਆਪਾਂ ਹੁਣ 10-10 ਜਣੇ ਬੈਠੇ ਆ, ਸਭ ਅਲੱਗ-ਅਲੱਗ ਹੋਊਗਾ। ਕਿਉਂ? ਜਿਹਨੂੰ ਜਿੰਨਾ ਸਮਝਾਣਾ ਉਹਨਾਂ ਬੈਠਾ ਅੰਦਰ ਸਮਝਾਈ ਜਾ ਰਿਹਾ। ਕਿ ਤੁਹਾਡੇ ਵੱਸ ਹੈ ਕੁਛ? ਵੱਸ ਇਹੀ ਹੈ ਵੀ ਇੱਥੇ ਆ ਜਾਇਆ ਕਰੋ, ਉਦਮ ਕਰ ਸਕਦੇ ਹੋ ਤੁਸੀਂ, ਕਿਰਪਾ ਉਹਨੇ ਕਰਨੀ ਹੈ। ਠੀਕ ਹੈ, ਬੈਠਾ ਉਹ ਆਪ ਹੀ ਹੈ ਸਭ ਦੇ ਵਿੱਚ, ਫਿਰ ਉਹ ਥਾਪਿਆ ਨਹੀਂ ਜਾਂਦਾ। ਜੇ ਨਾ ਤਾਂ ਉਹ ਖੁਦ, ਜੇ ਨਿਰੰਕਾਰ ਦਾ ਲੈਵਲ ਲੈ ਲਈਏ ਉੱਥੇ ਵੀ ਨਹੀਂ ਉਹ ਥਾਪਿਆ ਜਾਂਦਾ, ਤੇ ਜੇ ਫਿਰ ਇੱਥੇ ਅਨੇਕਤਾ ਵਿੱਚ ਸਰਗੁਣ ਵਿੱਚ ਆ ਜਾਈਏ ਇੱਥੇ ਵੀ ਨਹੀਂ ਥਾਪਿਆ ਜਾਂਦਾ, ਇੱਥੇ ਵੀ ਨਹੀਂ ਕੀਤਾ ਜਾ ਸਕਦਾ ਕੁਛ ਵੀ। ਥਾਪਿਆ ਨਾ ਜੇ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਈ, ਆਪੇ ਨਿਰੰਕਾਰ ਤੇ ਆਪ ਤ੍ਰੈ ਗੁਣ। ਆਪੇ ਆਪ, ਆਪੇ ਕੌਣ? ਉਹ ਜੋਤ, ਤੇ ਉਹ ਜੋਤ ਜਦੋਂ ਪ੍ਰਗਟ ਹੋਈ ਉਹ ਆਪ ਨਿਰੰਜਨ ਸੋਈ। ਜਿਨ ਸੇਵਿਆ ਤਿਨ ਪਾਇਆ ਮਾਣ, ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਹੈ ਉਹਨਾਂ ਨੂੰ ਮਾਣ ਮਿਲਦਾ ਹੈ। ਨਾਨਕ ਗਾਵੀਐ ਗੁਣੀ ਨਿਧਾਨ, ਤੇ ਗੁਣਾਂ ਦੇ ਨਿਧਾਨ ਦੀ ਉਸਤਤ ਕਰਿਆ ਕਰੋ। ਕਹਿੰਦੇ ਗੁਣਾਂ ਦਾ ਨਿਧਾਨ ਸ਼ਬਦ ਦੇ, ਸ਼ਬਦ ਨੂੰ ਸੁਣ ਸੁਣ ਕੇ ਮਨ ਦੇ ਵਿੱਚ ਗੁਣ ਆਉਂਦੇ ਨੇ। ਮੈਂ ਖੁਦ ਹੈਰਾਨ ਹੁੰਦਾ ਸੀਗਾ ਜਦੋਂ ਮੈਂ ਇਸ ਮਾਰਗ ਤੇ ਨਹੀਂ ਸੀ ਚੱਲਦਾ, ਤੇ ਉਦੋਂ ਆ ਮੁੱਖ 'ਚ ਉਸਤਤ ਨਹੀਂ ਸੀ ਨਿਕਲਦੀ ਹੁੰਦੀ, ਉਦੋਂ ਵਿਸ਼ਿਆਂ ਦੇ ਬਚਨ ਨਿਕਲਦੇ ਸੀ। 1 ਸਾਲ ਬਾਅਦ ਉਸਤਤ ਨਿਕਲਣ ਲੱਗ ਗਈ। ਫਿਰ ਆਪਦੇ ਆਪ ਨੂੰ ਕਹਿਣਾ ਵੀ ਇਹ ਤੇਰੇ 'ਚ ਬਦਲਾਵ ਕਿਵੇਂ ਆਇਆ? ਤੂੰ ਕਿਹੜੀਆਂ ਕਿਤਾਬਾਂ ਪੜ੍ਹੀਆਂ ਇੰਨੀਆਂ? ਫਿਰ ਗੁਰਮੁਖ ਨੂੰ ਲਾਇਆ ਫੋਨ, ਉਹ ਕਹਿੰਦੇ ਇਹ ਨਾਮ, ਇਹਨੂੰ ਗੁਣਾਂ ਦਾ ਨਿਧਾਨ ਕਿਹਾ ਗਿਆ। ਇਹ ਨਾਮ ਚੀਜ਼ ਹੀ ਐਸੀ ਹੈ, ਇਹਨੂੰ ਸਿਰਫ ਸੁਣਨਾ ਹੀ ਹੈ, ਗੁਣ ਤੇਰੇ 'ਚ ਫਿੱਟ ਹੋ ਜਾਣਗੇ। ਐਂਟੀਬਾਇਓਟਿਕ ਹੁੰਦੀ ਹੈ, ਜ਼ਖਮ ਕੱਟ ਦਿੰਦੀ ਹੈ, ਨਵੇਂ ਜਰਾਸੀਨ ਪਾ ਦਿੰਦੀ ਹੈ ਅੰਦਰ। ਵਿਚਾਰਾਂ ਦੇ ਜ਼ਖਮ ਕੱਟੇ ਗਏ, ਤੂਫਾਨੀ ਬਦਲਾਵ। ਬੰਦਾ ਆਪ ਦੇ ਆਪ ਨੂੰ, ਤੁਸੀਂ ਨਾਮ ਸ਼ਬਦ ਦੀ ਮਿਹਨਤ ਕਰਨ ਲੱਗ ਜਾਓ, ਸਾਲ ਬਾਅਦ ਤੁਸੀਂ ਇਹ ਕਹੋਗੇ ਮੈਨੂੰ ਕੀ ਹੋ ਗਿਆ, ਇਹ ਅੰਦਰ ਕੌਣ ਬੋਲਣ ਲੱਗ ਗਿਆ? ਉੱਥੇ ਪਤਾ ਲੱਗਦਾ ਨਾ ਉਹ ਤਾਂ ਹੈ ਹੀ ਠੱਗ, ਉਹ ਆਪ ਹੀ ਇਹ ਤਾਂ ਤੁਹਾਨੂੰ ਪਾਗਲ ਬਣਾਈ ਖੜਾ। ਪਰ ਆਪਾ ਤਾਂ ਖਤਮ ਨਹੀਂ ਨਾ ਹੁੰਦਾ ਪਿਆ, ਆਪਾ ਖਤਮ ਹੋ ਗਿਆ ਪਤਾ ਲੱਗ ਜਾਂਦਾ ਹੈ। ਜਦੋਂ ਆਪਾ ਖਤਮ ਕਰ ਲੋਗੇ ਫਿਰ ਉਹਨੂੰ ਫੜ ਲੋਗੇ ਤੁਸੀਂ। ਫਿਰ ਅੰਦਰ ਬੈਠਾ ਸਲਾਹ ਦਿੰਦਾ, ਐ ਨਹੀਂ ਐ ਕਰਿਆ ਕਰ, ਤੂੰ ਆਪ ਇਹ ਕਰ ਲੈ, ਸਾਨੂੰ ਕੀ ਪਤਾ। ਹੁਣ ਜਾਣੇ ਅਕਾਲ ਪੁਰਖ ਤੇ ਜਾ ਜਾਣੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਅਸੀਂ ਤਾਂ ਤੁਹਾਨੂੰ ਸਮਰਪਿਤ ਹਾਂ। ਜਿੱਥੇ ਜਿੰਨਾ ਖਿੱਚ ਪਾਓਗੇ ਉਧਰ ਨੂੰ ਚੱਲ ਪਾਂਗੇ, ਨਹੀਂ ਤਾਂ ਬੈਠੇ ਆ ਇੱਥੇ। ਇੰਨੇ ਸਮਰਪਣ 'ਚ ਚੱਲੋ, ਚਾਹੇ ਲਾਸ ਹੋ ਜਾਏ ਚਾਹੇ ਘਾਟਾ ਹੋ ਜਾਏ, ਚਲੋ ਕੋਈ ਗੱਲ ਨਹੀਂ, ਵਿਗੜਿਆ ਤੇਰਾ ਵਿਗੜਿਆ, ਸਾਡਾ ਤਾਂ ਨਹੀਂ ਵਿਗੜਿਆ। ਤੇ ਜੇ ਵਾਧਾ ਹੋ ਗਿਆ, ਵਾਹ ਬਈ ਵਾਹ, ਤਰੱਕੀ ਕਰ ਗਿਆ, ਉਹਨੂੰ ਹੀ ਆਖਿਆ ਕਰੋ। ਸੋ ਖਤਮ ਕਰ ਦਿਓ ਆਪਾਂ। ਅੱਗ ਤਾਂ ਇਹ ਸਾੜਨ ਦੀ ਕੋਸ਼ਿਸ਼ ਕਰਦੀ ਹੈ, ਪਰ ਜਦੋਂ ਫਿਰ ਸਮਰਪਣ 'ਚ ਆ ਜਾਈਏ, ਸੱਚ ਤੇ ਧਿਆਨ ਲਾ ਦਈਏ, ਫਿਰ ਸਾੜ ਨਹੀਂ ਸਕਦੀ। ਤੇ ਜਿਹੜੇ ਸਮਰਪਣ 'ਚ ਨਹੀਂ ਆਉਂਦੇ ਉਹ ਸੜਦੇ ਨੇ। ਗਿਆਨ ਦੁਆਰਾ ਨਹੀਂ, ਪਿਆਰ ਦੁਆਰਾ, ਧਿਆਨ ਦੁਆਰਾ ਸੱਚ ਦੇ ਉੱਤੇ ਧਿਆਨ ਲਾਉਣਾ ਆਪਾਂ। ਫਿਰ ਆਂਦੇ ਨੇ ਗੁਣ ਗਾਵੀਏ ਜਿਹਨੇ ਸੇਵੇ ਤਿਨ ਪਾਇਆ ਮਾਨ, ਨਾਨਕ ਗਾਵੀਏ ਗੁਣੀ ਨਿਧਾਨ। ਗੁਣਾਂ ਦਾ ਨਿਧਾਨ ਨਾਮ, ਉਹਨੂੰ ਗਾਓ, ਗਾਵੀਏ, ਹਾਂ ਅੱਛਾ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਫਿਰ ਕਹਿੰਦੇ ਨੇ ਗਾਓ, ਆ ਗਾਓ ਵਾਹ ਗੁਰੂ, ਇਹਨੂੰ ਸੁਣੋ ਤੇ ਮਨ ਦੇ ਵਿੱਚ ਪਿਆਰ ਰੱਖੋ। ਇਹ ਵਿਧੀ ਹੈ ਇੱਥੇ ਦੱਸ ਦਿੱਤੀ ਹੈ। ਇਹਨੂੰ ਹੀ ਪੰਜਵੇਂ ਪਾਤਸ਼ਾਹ ਨੇ ਕਿਹਾ, ਅੰਤਰ ਗੁਰ ਅਰਾਧਨਾ ਜੀਵਾ ਜਪ ਗੁਰਨਾਉ, ਨੇਤਰੀ ਸਤਿਗੁਰ ਸਭਨੀ ਸੁਣਾ ਗੁਰਨਾਉ। ਫਿਰ ਇਹ ਇੱਕ ਜਗ੍ਹਾ ਹੋਰ ਦੱਸ ਦਿੱਤੀ ਹੈ, ਪੇਖਣ ਸੁਣਨ ਸੁਣਾਵਨੋ ਮਨ ਮੇ ਦ੍ਰਿੜੀਏ ਸਾਚ। ਇਹ ਗੁਰੂ ਨਾਨਕ ਸਾਹਿਬ ਨੇ ਆਖਿਆ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਪਿਆਰ ਰੱਖਣਾ ਹੈ ਹਰ ਇੱਕ ਲਈ, ਕਿਉਂਕਿ ਤੁਹਾਨੂੰ ਇਹ ਸਮਝਦੇ ਆਉਣਾ ਵੀ ਇਹ ਇੱਕ ਉਹ ਆਪ ਹੀ ਚੱਲਦਾ ਪਿਆ, ਤੇ ਭਾਓ ਕਿ ਵੀ ਸਾਰਾ ਹੀ ਉਹ ਆਪ ਹੈ। ਇਹ ਚੀਜ਼ ਨਹੀਂ ਮਨੋਂ ਤੁਸੀਂ ਕੱਢਣੀ ਬਈ ਉਹ ਆਪ ਹੀ ਹੈ, ਮਨਮੁਖ ਵੀ ਉਹ ਆਪ ਹੀ ਹੈ, ਠੀਕ ਹੈ, ਤੇ ਗੁਰਮੁਖ ਵੀ ਉਹ ਆਪ ਹੀ ਹੈ। ਤੇ ਜੇ ਉਹ ਮਨਮੁਖ ਨੂੰ ਜਿਤਾ ਦੇਵੇ ਤੇ ਉਹ ਮਨਮੁਖ ਨੂੰ ਸਤਿਗੁਰ ਥਾਪ ਸਕਦਾ, ਤੇ ਜੇ ਉਹ ਗੁਰਮੁਖ ਜਿਹੜਾ ਸਤੋਗੁਣੀ ਹੈ ਉਹਨੂੰ ਭੁਲਾ ਦੇਵੇ ਤੇ ਉਹਨੂੰ ਕੱਟੜ ਮਨਮੁਖ ਬਣਾ ਸਕਦਾ। ਇਹ ਤਾਂ ਇੱਕ ਨੋਰਮਲ ਜੀ ਗੱਲ ਹੈ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਸੁਆਹ ਕਰਾਵੇ। ਕੀੜਾ ਆਪਾਂ ਆਮ ਬਾਹਰ ਤ੍ਰੈਗੁਣ 'ਚ ਵੀ ਦੇਖੀ ਨਾ, ਰਾਜਨੀਤੀ 'ਚ ਕੋਈ ਜਿਹੜੇ ਆਮ ਜੇ ਬੰਦੇ ਹੁੰਦੇ ਸੀਗੇ, ਦੇਖੋ ਅੱਜ ਕਿਸੇ ਨੂੰ CM ਬਣਾਤਾ, ਕਿਸੇ ਨੂੰ PM ਬਣਾਤਾ, ਔਰ ਵੱਡੇ ਵੱਡੇ ਲਸ਼ਕਰ ਆਪਾਂ ਦੇਖਦੇ ਸੀਗੇ ਵੀ ਕੋਈ ਪੁਰਾਣੀਆਂ ਪਾਰਟੀਆਂ ਨੇ, ਉਹਨਾਂ ਕੋਲ 20 ਸੀਟਾਂ ਵੀ ਨਹੀਂ ਹੈਗੀਆਂ। ਮੈਂ ਤਾਂ ਇੱਕ ਤ੍ਰੈਗੁਣ ਹੀ ਕੀਤੀ ਹੈ। ਇਵੇਂ ਸੰਤ ਦੇਖਦੇ ਹਾਂ ਆਪਾਂ, ਸੰਤ ਜਿਹੜੇ ਸਤੋਗੁਣੀ ਹੁੰਦੇ ਨੇ, ਲੱਖਾਂ ਲੋਕ ਪਿੱਛੇ, ਤੇ ਉਹ ਵਿਚਾਰੇ ਦਿਹਾੜੀਆਂ ਕਰਦੇ ਫਿਰਦੇ ਨੇ।
ਜਿਹੜੇ ਕੋਈ ਛੋਟੇ ਛੋਟੇ ਨੇ ਉਹ ਚੜਾਤੇ ਉੱਤੇ। ਹੈ ਤਾਂ ਇਹ ਕਾਲ ਦੀ ਖੇਲ, ਪਰ ਉਹ ਕਾਲ ਵੀ ਤਾਂ ਅਕਾਲ ਪੁਰਖ ਦੇ ਹੁਕਮ 'ਚ ਹੀ ਹੈ। ਪਰ ਅਸੀਂ ਇਹਨਾਂ ਚੀਜ਼ਾਂ ਤੋਂ ਨਹੀਂ ਕੁਛ ਲੈਣਾ ਵੀ ਨਾ ਆਪਾਂ ਉਹ ਬਣਨਾ ਸਤੋ ਗੁਣੀ ਬਣਨਾ ਨਾ ਰਜੋ, ਅਸੀਂ ਤਾਂ ਸੱਚ ਦਾ ਲੈਣਾ ਹੈ ਸੌਦਾ। ਜਦੋਂ ਪੰਜਵੇਂ ਪਾਤਸ਼ਾਹ ਨੂੰ ਕਹਿੰਦੇ ਵੀ ਹੁਕਮ ਹੋ ਗਿਆ ਤੱਤੀ ਤਵੀ ਤੇ ਬਿਠਾਉਣਾ ਤੁਹਾਨੂੰ, ਤੇ ਉਹ ਫਿਰ ਗੁਰਮੁਖ ਕਹਿਣ ਲੱਗੇ ਜੀ ਕੋਈ ਕਰੋ, ਨਿਜ ਬਲ ਦਾ ਇਸਤੇਮਾਲ ਕਰੋ। ਇੱਕ ਗੁਰਮੁਖ ਕਹਿੰਦਾ ਜੀ ਚਿੱਠੀ ਪਾ ਵੇਖੋ, ਉਹ ਮੈਂ ਸ਼ਬਦ ਇੱਕ ਦਿਨ ਤੁਹਾਨੂੰ ਦੱਸੂਗਾ, ਵਿੱਚ ਬਾਣੀ ਦੇ ਆਇਆ ਪੰਜਵੇਂ ਪਾਤਸ਼ਾਹ ਨੇ। ਕਹਿੰਦੇ ਗੁਰਮੁਖ ਸਾਨੂੰ ਕਹਿਣ ਲੱਗੇ ਪਹਿਲੇ ਪ੍ਰਥਮਾ ਮਤਾ, ਕਹਿੰਦੇ ਕੋਈ ਪਹਿਲੋਂ ਸਭ ਤੋਂ ਪਹਿਲਾਂ ਕਹਿੰਦੇ ਸਲਾਹ ਕਰਕੇ ਆਖਿਆ ਵੀ ਤੁਸੀਂ 5 ਬੰਦੇ ਭੇਜ ਦਿਓ, ਉਹਨੂੰ ਸਮਝਾਓ ਵੀ ਸਾਡੀ ਇਹ ਲਹਿਰ ਨਹੀਂ ਹੈਗੀ। ਫਿਰ ਦੂਜਾ ਕਹਿੰਦੇ ਵੀ ਚਿੱਠੀ ਪਾ ਦਿਓ ਜੀ। ਤੀਜਾ ਕਹਿੰਦੇ ਵੀ ਕੋਈ ਆਪਣੀ ਸ਼ਕਤੀਆਂ ਨੇ ਆਪਣੇ ਕੋਲ ਇੰਨੀਆਂ, ਨਾਮ ਦਾ ਬਾਲ ਹੈ ਜੀ, ਇਹ ਇਸਤੇਮਾਲ ਕਰੋ, ਇਹਨੂੰ ਟਾਲੋ। ਪੰਜਵੇਂ ਪਾਤਸ਼ਾਹ ਨੇ ਇੱਕ ਸ਼ਬਦ ਲਿਖਿਆ, ਉਹ ਮੈਂ ਸਵੇਰੇ ਲੱਭੂਗਾ, ਮੈਨੂੰ ਯਾਦ ਨਹੀਂ ਹੈਗਾ। ਫਿਰ ਮਹਾਰਾਜ ਕਹਿੰਦੇ ਮੈਨੂੰ ਤਿੰਨੋਂ ਹੀ ਨਹੀਂ ਸੀ ਮਨਜ਼ੂਰ, ਨਾ ਮੈਂ ਬੰਦੇ ਭੇਜਦਾ ਨਾ ਮੈਂ ਚਿੱਠੀ ਭੇਜਦਾ। ਤੇ ਕਹਿੰਦੇ ਸਾਰੀ ਉਮਰ ਪ੍ਰਚਾਰ ਕੀਤਾ ਉਹ ਆਪ ਹੀ ਹੈ, ਤੇ ਹੁਣ ਉਹ ਆਪ ਨਹੀਂ ਹੈਗਾ, ਤੇ ਆਪੇ ਹੀ ਉਹਨੇ ਤਵੀ ਤੇ ਬਿਠਾਣਾ ਹੈ, ਬੈਠਣਾ ਵੀ ਉਹ ਆਪ ਹੈ, ਅੱਗ ਵੀ ਉਹਨੇ ਆਪ ਡਾਉਣੀ ਹੈ, ਸਾਨੂੰ ਵੀ ਉਹਨੇ ਆਪ ਕੱਢ ਕੇ ਜਾਣਾ। ਕਹਿੰਦੇ ਮੈਂ ਸਭ ਕੁਛ ਛੋੜ ਰੱਬ ਤੋਂ ਪਰੇ ਲੱਗਾ। ਉਹ ਮੈਂ ਤਾਂ ਕਹਿੰਦੇ ਧਿਆਨ ਉੱਥੇ ਲਾਤਾ, ਕਹਿੰਦੇ ਕੋਈ ਮਤਲਬ ਨਹੀਂ, ਰਕਾਉਣੀ ਹੈ ਸ਼ਹੀਦੀ ਉਹ ਰਕਾਵੇ, ਮੈਂ ਕਿਉਂ ਰਕਾਵਾਂ। ਆਂਦੇ ਫਿਰ ਚਲੋ ਫਿਰ ਇਹ ਸਹਿਜ ਵਿਖਾ ਗਏ ਉਹ ਸਾਨੂੰ, ਸਹਿਜ ਹੀ ਤਾਂ ਲੈਣੀ ਆ। ਤਾਂ ਕਹਿੰਦੇ ਨੇ ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਭਰ ਹਰ ਸੁੱਖ ਘਰ ਲੈ ਜਾਏ। ਫਿਰ ਦੁੱਖ ਖਤਮ ਹੋਣਗੇ ਤੇ ਫਿਰ ਤੁਸੀਂ ਘਰ ਦੇ ਵਿੱਚ ਵਾਸ ਕਰੋਗੇ, ਉੱਥੇ ਸੁੱਖ ਮਿਲੇਗਾ ਤੁਹਾਨੂੰ। ਗੁਰਮੁਖ ਨਾਦੰ, ਜਿਹੜਾ ਗੁਰਮੁਖ ਨਾਦ ਦੇ ਵਿੱਚ ਸਮਾ ਗਿਆ। ਗੁਰਮੁਖ ਨਾਦ ਹੁੰਦੇ ਨੇ ਅਸਲ ਦੇ ਵਿੱਚ, ਗੁਰਮੁਖ ਦੀ ਅਵਸਥਾ ਦੱਸੀ ਹੈ ਕਿ ਨਾਦ ਹੀ ਗੁਰਮੁਖ ਹੈ। ਗੁਰਮੁਖ ਨਾਦੰ, ਨਾਦੰ ਦਾ ਮਤਲਬ ਹੁੰਦਾ ਹੋਤਾ ਹੈ, ਕਰਤਾ ਹੈ। ਜਿੱਥੇ ਨਾਦੰਗ ਆ ਗਿਆ ਨਾ, ਜਾਂ ਜਿਵੇਂ ਕਹਿ ਦਿੱਤਾ ਸਰਬ ਸ਼ਬਦੰ ਏਕ ਸ਼ਬਦੰ, ਜਿੱਥੇ ਇਹ ਦੰਗ ਆ ਜਾਂਦਾ ਅੰਗ ਦੀ ਮਾਤਰ, ਉੱਥੇ ਹੋਤਾ ਹੈ, ਕਰਤਾ ਹੈ, ਕਰਨਾ ਹੈ, ਇਹ ਭਾਵ ਆ ਜਾਂਦਾ ਹੈ। ਗੁਰਮੁਖ ਨਾਦੰ, ਗੁਰਮੁਖ ਨਾਦ ਹੋਤਾ ਹੈ, ਇਹ ਭਾਵ ਹੈ। ਗੁਰਮੁਖ ਨਾਦ ਹੈ। ਨਾਦ, ਜੇ ਤੁਸੀਂ ਨਾਦ ਵੈਸੇ ਤਾਂ ਸੁਣਿਆ ਜਾ ਸਕਦਾ, ਜੇ ਨਾਦ ਨੂੰ ਤੁਸੀਂ ਦੇਖਣਾ ਹੈ ਤੇ ਗੁਰਮੁਖ ਨੂੰ ਦੇਖੋ, ਨਾਦ ਹੀ ਗੁਰਮੁਖ ਹੈ। ਫਿਰ ਕਹਿੰਦੇ ਨੇ ਜਿਹੜਾ ਨਾਦ ਦੇ ਵਿੱਚ ਸਮਾ ਗਿਆ, ਗੁਰਮੁਖ ਨਾਦੰ ਤੇ ਗੁਰਮੁਖ ਵੇਦੰ, ਉਹ ਵੇਦ ਬਣ ਗਿਆ। ਫਿਰ ਅਸਲ ਦੇ ਵਿੱਚ ਵੇਦ ਹੀ ਗੁਰਮੁਖ ਹੁੰਦਾ ਹੈ। ਆਮ ਵੇਦਾਂ ਵਿੱਚ ਕਿਸੇ ਵੀ ਭਾਸ਼ਾ ਦੇ ਵਿੱਚ ਤੁਸੀਂ ਗੁਰਮੁਖ ਦੀ ਅਵਸਥਾ ਬਿਆਨ ਨਹੀਂ ਕਰ ਸਕਦੇ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਦੀ ਉਸਤਤ ਤਾਂ ਜਿੰਨੀ ਚਲੋ ਲਿਖ ਦਿੱਤੀ ਗੁਰਬਾਣੀ ਦੇ ਵਿੱਚ ਜਾਂ ਵੇਦਾਂ ਦੇ ਵਿੱਚ ਲਿਖ ਦਿੱਤੀ ਓਨੀ ਹੈ ਨਾ, ਪਰ ਇਹ ਬਹੁਤ ਪਰੇ ਤੋਂ ਪਰੇ ਹੁੰਦੀ ਹੈ ਸਾਧ ਦੀ ਉਸਤਤ। ਸਾਧ ਪਤਾ ਨਹੀਂ ਕੀ ਪਲਟਾ ਦੇਵੇ, ਕਿਉਂਕਿ ਸਾਧ ਕੋਲ ਅਕਾਲ ਪੁਰਖ ਦਾ ਖੇਲ ਹੈ ਨਾ। ਨਾਦ, ਜਿਹੜਾ ਨਾਦ ਨੂੰ ਜੇ ਵੇਖਣਾ ਤੇ ਗੁਰਮੁਖ ਹੈ, ਤੇ ਨਾਦ ਕਿੱਡੀ ਵੱਡੀ ਚੀਜ਼ ਹੈ, ਤੇ ਫਿਰ ਉਹਦੀ ਉਸਤਤ ਕਿਵੇਂ ਕਰ ਲੋਗੇ। ਤਾਂ ਗੁਰਮੁਖ ਨਾਦੰ ਗੁਰਮੁਖ ਵੇਦੰ, ਕਿਉਂਕਿ ਕਹਿੰਦੇ ਗੁਰਮੁਖ ਰਿਹਾ ਸਮਾਈ। ਫਿਰ ਕਹਿੰਦੇ ਨੇ ਗੁਰ ਈਸ਼ਰ। ਈਸ਼ਰ ਜਿਹੜਾ ਹੋਇਆ ਹੈ, ਇਹਨੂੰ ਆਮ ਤੌਰ ਤੇ ਚਲੋ ਬਾਹਰ ਕਹਿੰਦੇ ਨੇ ਸ਼ਿਵ ਜੀ ਦਾ ਇੱਕ ਅਵਤਾਰ ਹੋਇਆ, ਇਹ ਗੁਰੂ ਦਾ ਖਿਤਾਬ ਲੈ ਕੇ ਆਇਆ ਸੀ। ਕਹਿੰਦੇ ਈਸ਼ਰ ਜਿਹੜਾ ਹੋਇਆ ਸੀ ਇਹ ਵੀ ਗੁਰੂ ਹੈ। ਗੁਰ ਗੋਰਖ, ਤੇ ਗੋਰਖ ਵੀ ਗੁਰੂ ਦਾ ਖਿਤਾਬ ਲੈ ਕੇ ਆਇਆ ਸੀ। ਬਰਮਾ, ਇੱਥੇ ਗੁਰੂ ਨਹੀਂ ਲੱਗਾ, ਗੁਰ ਨਹੀਂ ਲੱਗਾ, ਕਿਉਂਕਿ ਬ੍ਰਹਮਾ ਜਿਹੜਾ ਸੀ ਉਹਨੂੰ ਮਾਲਕ ਨੇ ਤਾਕਤ ਦਿੱਤੀ ਸੀ, ਸ਼ਕਤੀ ਦਿੱਤੀ ਸੀ, ਸਾਜਿਆ ਸੀ, ਉਹਦੇ ਰਾਹੀਂ 4 ਵੇਦ ਲਿਖੇ ਸੀ, ਪਰ ਉਹ ਹਉਮੈ ਦੇ ਵਿੱਚ ਆ ਗਿਆ ਸੀ। ਬਰਮਾ ਗੁਰ ਹੋਇਆ ਜ਼ਰੂਰ, ਬ੍ਰਹਮਾ ਗੁਰੂ ਜ਼ਰੂਰ ਹੈ, ਪਰ ਉਹ ਸਤੋਗੁਣੀ ਹੈ, ਉਹ ਤ੍ਰੈਗੁਣੀ ਗੁਰੂ ਹੈ। ਤਾਂ ਕਰਕੇ ਜਿਹੜੇ ਈਸ਼ਰ ਤੇ ਗੋਰਖ ਹੋਏ ਨੇ, ਇਹ ਗੁਰੂ ਹੋਏ ਨੇ, ਇਹਨਾਂ ਨੇ ਸੱਚ ਦਾ ਪ੍ਰਚਾਰ ਕੀਤਾ ਹੈ। ਪਰ ਬ੍ਰਹਮਾ ਗੁਰੂ ਹੁੰਦਿਆਂ ਹੋਇਆਂ ਵੀ ਉਹਦੇ ਕੋਲ ਗੁਰੂ ਦੀ ਉਪਾਧੀ ਨਹੀਂ ਦਿੱਤੀ, ਕਿਉਂਕਿ ਉਹ ਤ੍ਰੈਗੁਣ ਵਜੂਨਾਂ ਵਿੱਚ ਹੈ। ਗੁਰ ਈਸ਼ਰ ਗੁਰ ਗੋਰਖ, ਬ੍ਰਹਮਾ ਨੂੰ ਵਿੱਚ ਇੱਥੇ ਸ਼ਾਮਲ ਤਾਂ ਕੀਤਾ ਗਿਆ, ਪਰ ਉਹ ਗੁਰੂ ਨਹੀਂ ਸੀ, ਕਿਉਂਕਿ ਉਹ ਹੰਕਾਰ 'ਚ ਆ ਗਿਆ ਸੀ ਕਿ 4 ਵੇਦ ਮੈਂ ਲਿਖੇ ਨੇ, ਉਹ ਤ੍ਰੈਗੁਣੀ ਹੋ ਗਿਆ ਸੀ। ਫਿਰ ਤਾਂ ਬਰਮੇ ਦੀ ਉਸਤਤ ਜ਼ਰੂਰ ਹੈ, ਪਰ ਉਹ ਗੁਰੂ ਨਹੀਂ। ਗੁਰ ਪਾਰਵਤੀ ਮਾਈ, ਪਾਰਵਤੀ ਕੋਲ ਗੁਰੂ ਦਾ ਖਿਤਾਬ ਸੀ, ਕਿਉਂਕਿ ਸ਼ਿਵ ਜੀ ਨੂੰ ਮੋੜਨ ਵਾਲੀ, ਜਿਹੜੇ ਸਾਰੀ ਉਮਰ ਜਿਹੜਾ ਸ਼ਿਵ ਜੀ ਨੂੰ ਸੱਚ ਦਾ ਪ੍ਰਚਾਰ ਕਰਦੀ ਰਹੀ, ਉਹ ਪਾਰਵਤੀ ਸਮਝਾਉਂਦੀ ਰਹੀ। ਸ਼ਿਵ ਜੀ ਦਾ ਜਿੱਥੇ ਵੀ ਉਪਾਵ ਹੁੰਦਾ ਸੀਗਾ, ਜਿੱਥੇ ਵੀ ਸ਼ਿਵ ਜੀ ਗਿਆਨ ਦੁਆਰਾ ਅੜਦਾ ਸੀ, ਪਾਰਵਤੀ ਸਤੋਗੁਣੀ ਸੀ, ਪਾਰਵਤੀ ਉਹਨੂੰ ਕੱਢਦੀ ਸੀ। ਸੋ ਈਸ਼ਰ ਗੋਰਖ ਤੇ ਪਾਰਵਤੀ ਕੋਲ ਗੁਰੂ ਦਾ ਖਿਤਾਬ ਸੀ। ਗੁਰ ਈਸ਼ਰ ਗੁਰ ਗੋਰਖ, ਬ੍ਰਹਮਾ ਗੁਰ ਪਾਰਵਤੀ ਮਾਈ। ਸੋ ਜੇ ਆਪਾਂ ਮਾਇਆ ਨੂੰ ਕਹਿ ਦਈਏ ਨਾ, ਮਾਇਆ ਜਿਹੜੀ ਆ ਮਾਇਆ ਭਰਮਾ ਰਹੀ ਹੈ, ਮਾਇਆ ਕੋਲ ਵੀ ਗੁਰੂ ਦਾ ਖਿਤਾਬ ਹੈ। ਜੇ ਇੱਥੇ ਆਪਾਂ ਪਾਰਵਤੀ ਨੂੰ ਆਕਾਰ ਦੇ ਵਿੱਚੋਂ ਕੱਢ ਕੇ
ਪਾਰਬਤੀ ਮਾਈ ਮਾਇਆ ਕੋਲ ਗੁਰੂ ਦਾ ਖਿਤਾਬ ਹੈ। ਜਿਹੜੇ ਲੇਖ ਸਾਡੇ ਹੁੰਦੇ ਨੇ ਮਾਇਆ ਲਿਖਦੀ ਹੈ। ਅਕਾਲ ਪੁਰਖ ਖੁਦ ਤਾਂ ਕੁਝ ਵੀ ਨਹੀਂ ਕਰਦਾ, ਮਾਇਆ ਦੇ ਰਾਹੀਂ ਸਾਡੇ ਲੇਖ ਜਿਹੜੇ ਗਏ ਨੇ ਨਾ, ਜਿਹੜੇ ਆਪਣੇ ਮਸਤਕ ਜੋ ਤਿਆਰ ਇੱਥੋਂ ਦਾ ਜੋ ਵੀ ਤਿਆਰ ਹੁੰਦਾ ਹੈ ਨਾ, ਉਹ ਮਾਇਆ ਤਿਆਰ ਕਰਦੀ ਹੈ। ਤੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੇ ਤ੍ਰੈਗੁਣੀ ਮਾਂ ਨੂੰ ਨਹੀਂ ਕਿਹਾ, ਆ ਦੇਹੀ ਰੂਪੀ ਇਹ ਦੇਹ ਨੂੰ ਮਾਇਆ ਕਿਹਾ ਗਿਆ ਨਾ, ਇਹ ਦੇਹੀ ਨੂੰ ਆ ਕੇ ਮਨ ਕਹਿੰਦਾ ਪਿਆ ਹੈ ਮੇਰੀ ਮਾਂ, ਮਾਇਆ ਨੂੰ ਵਧਾਈ ਦਿੰਦਾ। ਕਿਉਂਕਿ ਤ੍ਰੈਗੁਣ ਨੂੰ ਤਾਂ ਪਤਾ ਨਹੀਂ ਹੁੰਦਾ ਨਾ ਵੀ ਮੈਂ ਸਤਿਗੁਰ ਨੂੰ ਪਾ ਲਿਆ, ਧੰਨਵਾਦ ਤੂੰ ਮੇਰਾ ਸਾਥ ਦਿੱਤਾ। ਇੱਥੇ ਦੇਹੀ ਪ੍ਰਮਾਣ ਹੋ ਗਈ, ਹੋਰ ਇੱਥੇ ਥੋੜੀ ਨਾ ਆਪਦੀ ਮੰਮੀ ਨੂੰ ਵਧਾਈ ਦਿੰਦਾ। ਸਮਝਿਆ? ਇਹ ਗੁਰ ਪਾਰਬਤੀ ਮਾਈ ਜਿਹੜੀ ਹੈ, ਇਹ ਮਾਈ ਚਲੋ ਮੈਂ ਇਤਿਹਾਸ ਦੁਆਰਾ ਵੀ ਦੱਸ ਦਿੱਤੀ, ਕਿਉਂਕਿ ਵੱਖ-ਵੱਖ ਵਿੱਚ ਜਥੇਬੰਦੀਆਂ ਦੇ ਨੇ, ਉਹ ਕਹਿਣਗੇ ਨਹੀਂ ਚਲੋ ਮੈਂ ਕਿਸੇ ਨਾਲ ਵਾਦ-ਵਿਵਾਦ ਨਹੀਂ ਕਰਨਾ, ਹਰ ਇੱਕ ਦੇ ਆਪਦੇ ਵਿਊਜ਼ ਆ। ਖੋਜ ਦੁਆਰਾ ਜਿਹੜੀ ਗੁਰ ਪਾਰਬਤੀ ਮਾਈ ਹੈ, ਆ ਦੇਹੀ ਕੋਲ ਗੁਰੂ ਦਾ ਖਿਤਾਬ ਹੈ। ਜੇ ਬਾਹਰ ਜਿੰਨਾ ਮਾਇਆ ਦੇ ਦੋ ਰੂਪ ਨੇ, ਇੱਕ ਸਰਗੁਣ, ਮਾਇਆ ਦੇ ਦੋ ਰੂਪ ਨੇ, ਇੱਕ ਤਾਂ ਦ੍ਰਿਸ਼ਟਮਾਨ ਤੇ ਇੱਕ ਸੂਖਮ। ਦ੍ਰਿਸ਼ਟਮਾਨ ਤਾਂ ਹੋ ਗਈ ਆ ਦੇਹੀ ਜਾਂ ਜਿੰਨਾ ਆਕਾਰ ਆਪਾਂ ਦੇਖਦੇ ਆ, ਤੇ ਸੂਖਮ ਹੁੰਦੀ ਹੈ ਰਜੋ ਤਮੋ ਸਤੋ ਗੁਣੀ ਵਿਚਾਰ ਜਿਹੜੇ ਚੱਲਦੇ ਨੇ ਆਪਣੇ ਅੰਦਰ, ਰਾਜਗੁਣ ਤਮਗੁਣ ਸਤਗੁਣ ਕੀ ਤਰੀ। ਮਾਇਆ ਜਿਹੜੀ ਹੈ ਗੁਰੂ ਹੈ, ਹਾਲਾਂਕਿ ਇਹ ਭਰਮਾਉਂਦੀ ਹੈ ਪਰ ਉਹਦੀ ਡਿਊਟੀ ਹੈ, ਹੁਕਮ ਦੇ ਵਿੱਚ ਉਹ ਭਰਮਾਉਂਦੀ ਪਈ ਹੈ। ਸੋ ਜਿਹੜਾ ਆਖਿਆ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਆਪਦੀ ਮਾਂ ਨੂੰ ਨਹੀਂ ਕਿਹਾ, ਆ ਦੇਹੀ ਤ੍ਰੈ ਗੁਣੀ ਦਾ ਧੰਨਵਾਦ ਕੀਤਾ ਵੀ ਧੰਨਵਾਦ ਵੀ ਤੇਰੇ ਵਿੱਚ ਆ ਕੇ ਮੇਰਾ ਸਫਲ ਹੋ ਗਿਆ, ਮੈਂ ਸਤਿਗੁਰੂ ਨੂੰ ਮਿਲਾਪ ਕਰ ਲਿਆ। ਕਿਉਂਕਿ ਇਹੀ ਦੇਹੀ ਪੰਜ ਇਹਦਾ ਸਹਾਰਾ ਲੈ ਕੇ ਪਹਿਲਾਂ ਆਪਾਂ ਨੂੰ ਭਰਮਾਉਂਦੇ ਨੇ, ਪਰ ਇਹੀ ਜਦੋਂ ਆਪਾਂ ਮਨ ਪਲਟਾਤਾ, ਇਹੀ ਦੇਹੀ ਫਿਰ ਧਰਮ ਦੇ ਵਿੱਚ ਸਾਥ ਦਿੰਦੀ ਹੈ। ਕਿਉਂਕਿ ਤ੍ਰੈਗੁਣ ਜਿਹੜਾ ਹੁੰਦਾ ਉਹ ਅੰਨਾ ਬੋਲਾ ਹੁੰਦਾ, ਉਹਨੂੰ ਜਿੱਧਰ ਕੋਈ ਲਾਵੇ ਉਧਰ ਹੀ ਲੱਗ ਜਾਂਦਾ। ਪਰ ਜਦੋਂ ਮਨ ਹਾਕਮ ਬਣ ਜਾਂਦਾ ਫਿਰ ਇਹੀ ਦੇਹੀ ਜਿਹੜੀ ਹੈ, ਮਨ ਦੀ ਦੇਹੀ, ਸੂਖਮ ਦੇਹੀ, ਫਿਰ ਆਹ ਦ੍ਰਿਸ਼ਟਮਾਨ ਦੇਹੀ ਵੀ, ਇਹ ਫਿਰ ਧਰਮ ਦੇ ਲਈ ਪ੍ਰਚਾਰ ਕਰਦੀ ਹੈ, ਧਰਮ ਦੇ ਲਈ ਇਹਦਾ ਸਾਥ ਦਿੰਦੀ ਹੈ। ਇਹੀ ਮਨ ਜੇ ਤ੍ਰੈਗੁਣਾਂ ਵਿੱਚ ਧਿਆਨ ਲਾਵੇਗਾ, ਇਹੀ ਤ੍ਰੈਗੁਣ ਦੀ ਦੇਹੀ, ਮਨ ਦੀ ਦੇਹੀ ਉਹਨੂੰ ਵਿਖਿਆ ਦੇ ਵਿੱਚ ਸਾਥ ਦੇਣਗੀਆਂ। ਸੋ ਇਹਦਾ ਕੋਈ ਕਸੂਰ ਨਹੀਂ ਹੁੰਦਾ, ਇਹਨੂੰ ਕਹਿ ਦਈਏ ਲਾਈ ਲੱਗ ਗਏ, ਇਹ ਧਰਮ ਹੀ ਹੈ। ਇਹ ਦੇਹੀ ਦਾ ਕੋਈ ਫੁਰਨਾ ਨਹੀਂ ਹੁੰਦਾ, ਜੇ ਜਿੱਧਰ ਮਨ ਦਾ ਧਿਆਨ ਹੈ ਉੱਥੇ ਉਹਦਾ ਸਾਥ ਦੇਵੇਗੀ। ਸੋ ਇਹ ਹੈਗੀ ਗੁਰ ਪਾਰਬਤੀ ਮਾਈ ਹੈ, ਇਹ ਗੁਰੂ ਹੀ ਹੁੰਦੀ ਹੈ ਦੇਹੀ, ਕਿਉਂਕਿ ਇਹੀ ਤਾਂ ਦੇਹੀ ਹੈ ਜਿਹੜੀ ਜਾ ਕੇ ਪੂਰਨ ਗੁਰੂ ਦੇ ਨਾਲ ਮਿਲਾਪ ਕਰਾ ਦਿੰਦੀ ਹੈ। ਮਾਨਸ ਜਾਮੇ ਤੋਂ ਬਿਨਾਂ ਤਾਂ ਕੋਈ ਮਿਲਾਪ ਨਹੀਂ ਨਾ ਕਰ ਸਕਦਾ ਗੁਰੂ ਨਾਲ। ਸੋ ਤਾਂ ਇਸ ਮਾਨਸ ਜਾਮੇ ਨੂੰ, ਆ ਦੇਹੀ ਤ੍ਰੈਗੁਣ ਨੂੰ ਵੀ, ਆ ਦਸਾਂ ਦੁਆਰਾਂ ਨੂੰ ਗੁਰੂ ਦਾ ਖਿਤਾਬ ਹੈ, ਕਿਉਂਕਿ ਇਹਨਾਂ ਦੇ ਵਿੱਚ ਆ ਕੇ ਹੀ ਤਾਂ ਪੂਰਾ ਗੁਰੂ ਮਿਲਦਾ। ਸਮਝ ਆ ਗਈ? ਸੋ ਇਹ ਹੈ ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਹੀਂ, ਜੇ ਕਹਿੰਦੇ ਮੈਂ ਸਮਝ ਵੀ ਜਾਵਾਂ ਨਾ ਕਿ ਮਾਲਕ ਕੀ ਚੀਜ਼ ਹੈ, ਫਿਰ ਕਹਿ ਨਹੀਂ ਸਕਦਾ ਮੈਂ, ਕਿਉਂਕਿ ਭਾਸ਼ਾ ਨਹੀਂ ਹੈਗੀ, ਭਾਸ਼ਾ ਬਹੁਤ ਥੋੜੀ ਹੈ ਇੱਥੇ। 26 words are not sufficient for God। 26 ਅੱਖਰਾਂ ਦੇ ਵਿੱਚ ਬਿਆਨ ਨਹੀਂ ਹੋ ਸਕਦਾ, ਬਹੁਤ ਜ਼ਿਆਦਾ ਭਾਸ਼ਾ ਚਾਹੀਦੀ ਹੈ, ਬੇਅੰਤ ਭਾਸ਼ਾ ਚਾਹੀਦੀ ਹੈ ਉਹਦੀ ਉਸਤਤ ਕਰਨ ਵਾਸਤੇ। ਇਹ ਫਿਰ ਇੱਕ ਅਹਿਸਾਸ ਦੁਆਰਾ ਹੀ ਮਾਲਕ ਦਾ ਪਤਾ ਲੱਗਦਾ ਵੀ ਇਹ ਕੀ ਚੀਜ਼ ਹੈ, ਅੱਖਰਾਂ 'ਚ ਬਿਆਨ ਨਹੀਂ ਹੋ ਸਕਦਾ। ਕਹਿੰਦੇ ਜੇ ਮੈਂ ਸਮਝ ਵੀ ਜਾਵਾਂ, ਜੇ ਹੋ ਜਾਣਾ ਆਖਾਂ ਨਹੀਂ, ਕਹਿ ਨਹੀਂ ਸਕਦਾ, ਕਿਉਂਕਿ ਕਹਿਣਾ ਕਥਨ ਨਾ ਜਾਈ, ਕਥਨ ਨਹੀਂ ਹੋ ਸਕਦੀ ਉਹ ਚੀਜ਼। ਇਹ ਇੱਕ ਗੂੰਗੇ ਦੀ ਮਠਿਆਈ ਹੁੰਦਾ ਰੱਬ, ਬਸ ਜਿਹੜਾ ਇਹਨੂੰ ਧਿਆਨ ਦੁਆਰਾ ਹੀ ਸਮਝਿਆ ਜਾ ਸਕਦਾ। ਬਸ ਆਹ ਤਾਂ ਜਿੰਨਾ ਕੁ ਆਪਾਂ ਕਰਦੇ ਪਏ ਹਾਂ ਨਾ, ਇਹ ਤਾਂ ਇੱਕ ਮਨ ਨੂੰ ਠਹਿਰਾਵ ਦੇ ਲਈ ਆਪਾਂ ਉਸਤਤ ਕਰਦੇ ਪਏ ਹਾਂ, ਬਾਕੀ ਇਹ ਕੋਈ ਉਸਤਤ ਨਹੀਂ ਹੈਗੀ ਮਾਲਕ ਦੀ। ਉਹ ਤੁਸੀਂ ਵਿੱਚ ਜਦੋਂ ਇਹਦੇ ਬੈਠੋਗੇ ਉੱਥੇ ਹੀ ਪਤਾ ਲੱਗੇਗਾ ਕੀ ਆਨੰਦ ਹੈ। ਇਹ ਵੇਖੋ ਅੱਖਰਾਂ ਨੂੰ ਸੁਣ ਕੇ ਹੀ ਇੰਨਾ ਤੁਹਾਨੂੰ ਆਨੰਦ ਆਉਂਦਾ ਪਿਆ, ਜਿਹੜੇ ਸਮਾ ਜਾਂਦੇ ਨੇ ਉਹ ਆਨੰਦ ਕੀ ਹੈ। ਉਹ ਆਖਿਆ ਆਨੰਦ ਆਨੰਦ ਸਭ ਕੋ, ਕਿ ਆਨੰਦ ਗੁਰੂ ਤੇ ਜਾਣੇ, ਜਦੋਂ ਗੁਰੂ ਦੁਆਰਾ ਬੈਠੋਗੇ ਉਹ ਆਨੰਦ ਹੈ, ਇਹ ਆਨੰਦ ਨਹੀਂ, ਇਹ ਤਾਂ ਬਹੁਤ ਘੱਟ ਆਨੰਦ ਹੈ, ਉਹ ਤਾਂ ਮਹਾ ਆਨੰਦ ਹੈ। ਹੁਣ ਕਹਿੰਦੇ ਫਿਰ ਜੇ ਉਹ ਜਾਣਾ ਆਖਾਂ ਨਾ ਹੀ, ਕਹਿਣਾ ਕਥਨ ਨਾ ਹੀ, ਗੁਰਾਂ ਇੱਕ ਦੇ ਬਜਾਈ। ਗੁਰਾਂ ਇੱਕ ਦੇ ਬਜਾਈ। ਗੁਰ ਕਿਹੜੇ ਨੇ ਇੱਥੇ? ਪੰਜ ਗੁਰੂ, ਉਹ ਪੰਜਾਂ ਸ਼ਬਦਾਂ ਨੇ। ਇੱਕ ਦੇ ਬਜਾਈ, ਦੇ ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਾਂ। ਪੰਜਾਂ ਸ਼ਬਦਾਂ ਤੋਂ ਫਿਰ ਇੱਕੋ ਦੇ ਪ੍ਰਗਟ ਹੁੰਦੀ ਹੈ ਸ਼ਬਦ ਦੀ, ਜਿਹਨੂੰ ਕਹਿੰਦੇ ਨੇ ਸਤਿਗੁਰੂ ਹੈ ਬੋਈ ਥਾ ਸ਼ਬਦ ਲੰਗਾਵਣ ਹਾਰ। ਗੁਰਾਂ ਇੱਕ ਦੇ ਬਜਾਈ, ਗੁਰਾਂ ਨੂੰ, ਇੱਥੇ ਗੁਰ ਨਹੀਂ ਗੁਰਾਂ ਨੇ, ਪੰਜਾਂ ਸ਼ਬਦਾਂ ਤੋਂ ਇੱਕੋ ਸ਼ਬਦ ਪ੍ਰਗਟ ਹੋਵੇਗਾ। ਸਭਨਾ ਜੀਆਂ ਕਾ ਇੱਕ ਦਾਤਾ, ਉਹੀ ਇੱਕ ਦਾਤਾ ਜੇ ਸਾਰੇ ਜੀਆਂ ਦਾ, ਜਿਹਨੂੰ ਕਹਿ ਦਿੱਤਾ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਲਿਖਿਆ ਜਾਏ, ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ। ਉਹ ਪੰਜਾਂ ਸ਼ਬਦਾਂ ਤੋਂ ਅੱਗੇ ਪ੍ਰਗਟ ਹੋਵੇਗਾ। ਗੁਰਾਂ ਇੱਕ ਦੇ ਬਜਾਈ, ਸਭਨਾ ਜੀਆਂ ਕਾ ਇੱਕ ਦਾਤਾ। ਬਸ ਆਹ ਹੀ ਕਹਿੰਦੇ ਸੋ ਮੈਂ ਵਿਸਰ
ਨਾ ਜਾਈ, ਇਹ ਵਿਸਰਨਾ ਨਹੀਂ ਚਾਹੀਦਾ। ਉਹ ਮਾਲਕ ਆ। ਸੋ ਇਹ ਹੁੰਦੀ ਹੈ ਖੋਜ ਦੇ ਮੁਤਾਬਕ ਆਪਾਂ ਵਿਆਖਿਆ ਕੀਤੀ ਹੈ। 5 ਪੌੜੀਆਂ ਵੀ ਮੈਂ ਬੜੀ ਤੇਜ਼ ਥੋੜਾ ਜਿਹਾ ਕੀਤਾ ਤੇ ਪੂਰੀਆਂ ਹੋਈਆਂ ਨੇ। ਕੋਸ਼ਿਸ਼ ਕਰਾਂਗੇ 4 ਕੀ ਤੱਕ ਰੱਖੀਏ, ਥੋੜੀ ਜਿਹੀ ਸਹਿਜ ਨਾਲ ਹੋ ਜਾਂਦੀ ਹੈ, ਕਿਉਂਕਿ ਆਪਾਂ ਨੂੰ ਕੋਈ ਕਾਹਲ ਨਹੀਂ ਹੈਗੀ ਵੀ ਆਪਾਂ ਪੂਰੀ ਕਰਨੀ ਹੈ। ਚਲੋ ਜਿੱਥੇ 5 ਵੀ ਹੋਈਆਂ 5 ਵੀ ਕਰਾਂਗੇ। ਸੋ ਅੱਜ ਦੀਆਂ 5 ਪੌੜੀਆਂ ਦਾ ਇਹ ਸਮਾਪਤੀ ਹੈ। ਕੱਲ ਨੂੰ ਫਿਰ ਚੱਲਾਂਗੇ, ਜਿਵੇਂ ਮਾਲਕ ਕਿਰਪਾ ਕਰਨਗੇ। ਫਿਰ ਜਿੰਨੀ ਵੀ ਥੋੜੀ ਥੋੜੀ ਕਰਕੇ, ਕਿਉਂਕਿ ਇੱਕ ਜਪਜੀ ਸਾਹਿਬ ਦੇ ਉੱਤੇ ਆਪਾਂ ਹੁਣ ਕੰਸਨਟ੍ਰੇਸ਼ਨ ਰੱਖ ਕੇ ਚੱਲਾਂਗੇ। ਫਿਰ ਗੁਰਮੁਖਾਂ ਨੇ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਆਉਂਦਾ ਉਹ ਪੁੱਛ ਲੈਣ, ਔਰ ਜਿਹੜੇ ਫਿਰ ਜਿਨ੍ਹਾਂ ਨੂੰ ਅੱਛਾ ਲੱਗਾ ਹੈ, ਸਮਝ ਆਇਆ, ਉਹ ਅੱਗੇ ਦੀ ਅੱਗੇ ਗੁਰਮੁਖਾਂ ਨੂੰ ਭੇਜਿਆ ਕਰੋ, ਸ਼ੇਅਰ ਕਰੋ। ਖੇਲ ਇੱਕ ਨਾਮ ਦਾ ਹੀ ਹੈ, ਉਹਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਗਟ ਕੀਤਾ ਹੋਇਆ। ਸੋ ਇੰਨੇ ਬਚਨ ਨੇ ਜੀ। ਕੋਈ ਅੱਖਰ ਵਾਧਾ ਘਾਟਾ ਹੋਇਆ ਹੋਵੇ ਸੰਗਤ ਤੇ ਗੁਰੂ ਬਖਸ਼ਣਯੋਗ ਨੇ।